ਗੁਰੂ ਰੂਪ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤੀ ਕਿਰਪਾ ਸਦਕਾ ਕਲਯੁਗ ਦੇ ਭਿਆਨਕ ਸਮੇਂ ਵਿੱਚ ਆਪਾਂ ਨੂੰ ਇਹ ਸੁਨਹਿਰੀ ਘੜੀਆਂ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਆਓ ਆਪਣੀਆਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਇਸ ਸੁਭਾਗੇ ਸਮੇਂ ਦਾ ਪੂਰਾ ਲਾਹਾ ਖੱਟਣ ਦਾ ਯਤਨ ਕਰੀਏ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਪਵਿੱਤਰ ਪਾਵਨ ਅੰਗ 52 ਤੋਂ ਸ਼੍ਰੀ ਰਾਗ ਦੇ ਰਾਹੀਂ ਆਪਣੇ ਪੰਜਵੇਂ ਸਰੂਪ ਦੁਆਰਾ ਆਪਾਂ ਨੂੰ ਪਵਿੱਤਰ ਪਾਵਨ ਉਪਦੇਸ਼ ਸਿੱਖਿਆ ਬਖਸ਼ਿਸ਼ ਰਹੇ ਨੇ। ਮੇਰੇ ਸਤਿਗੁਰੂ ਮਹਾ ਮਿੱਠ ਬੋਲੜੇ ਗਰੀਬ ਨਵਾਜ ਫਰਮਾ ਰਹੇ ਨੇ, ਸ਼੍ਰੀ ਰਾਗ ਮਹਿਲਾ ਪੰਜਵਾਂ। ਗੁਰ ਪਰਮੇਸ਼ਵਰ ਪੂਜੀਐ ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ। ਸਤਿਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ, ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ। ਸਤਿਗੁਰੂ ਆਪਣੀ ਮਹਾ ਮੁਬਾਰਕ ਮਹਾ ਮਿੱਠੜੀ ਅਤੀ ਸੱਚੀ ਸੁੱਚੀ ਰਸਨਾ ਦੁਆਰਾ ਫਰਮਾ ਰਹੇ ਨੇ, ਗੁਰ ਪਰਮੇਸ਼ਵਰ ਪੂਜੀਐ। ਸਾਧ ਸੰਗਤ ਜੀ, ਗੁਰੂ ਨੂੰ ਪਰਮੇਸ਼ਰ ਕਿਹਾ। ਗੁਰੂ ਅਕਾਲ ਪੁਰਖ ਦਾ ਸਰਗੁਣ ਸਰੂਪ ਇਹ ਹੁੰਦਾ ਹੈ। ਅਕਾਲ ਪੁਰਖ ਨਿਰਗੁਣ ਸਰੂਪ ਹੈ, ਗੁਰੂ ਉਹਦਾ ਸਰਗੁਣ ਸਰੂਪ ਹੈ। ਕਿਉਂਕਿ ਅਸੀਂ ਜਿਹੜੇ ਜੀਵ ਹਾਂ, ਸੰਸਾਰਕ ਜੀਵ, ਅਸੀਂ ਅਕਾਲ ਪੁਰਖ ਦੀ ਗੱਲ ਨੂੰ ਨਾ ਤਾਂ ਸੁਣ ਸਕਦੇ ਹਾਂ, ਨਾ ਅਸੀਂ ਉਹਦੇ ਨਾਲ ਕੋਈ ਆਪਣੀ ਗੱਲ ਕਰ ਸਕਦੇ ਹਾਂ, ਨਾ ਅਸੀਂ ਅਕਾਲ ਪੁਰਖ ਤੋਂ ਗੁਪਤ ਹੋਣ ਕਾਰਨ ਅਸੀਂ ਕੋਈ ਫਾਇਦਾ ਉਠਾ ਸਕਦੇ ਹਾਂ। ਜਦੋਂ ਅਕਾਲ ਪੁਰਖ ਜੀ ਦਿਆਲੂ ਹੁੰਦੇ ਨੇ, ਫਿਰ ਉਹ ਆਪਣਾ ਇੱਕ ਰੂਪ ਧਾਰਨ ਕਰਦੇ ਨੇ ਸੰਸਾਰਕ ਜੀਵਾਂ ਦੇ ਭਲੇ ਹਿੱਤ। ਉਹਨੂੰ ਕਿਹਾ ਜਾਂਦਾ ਸਤਿਗੁਰੂ ਜਾਂ ਗੁਰੂ। ਜਨਮ ਸਾਖੀਆਂ ਅਨੁਸਾਰ ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬੇਈ ਨਦੀ ਦੇ ਇਸ਼ਨਾਨ ਸਮੇਂ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ, ਤਾਂ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਨੇ ਇਹੀ ਸਵਾਲ ਕੀਤਾ, ਹੈ ਨਾਨਕ ਤੈਨੂੰ ਨਾਮ ਜਪਾਉਣ ਵਾਸਤੇ ਭੇਜਿਆ ਸੀ, ਤੂੰ ਹੁਣ ਤੱਕ ਨਾਮ ਨਹੀਂ ਜਪਾਇਆ। ਗੁਰੂ ਨਾਨਕ ਦੇਵ ਮਹਾਰਾਜ ਵੇਦੀ ਕੁਲ ਦੇ ਕੁਲਭੂਸ਼ਣ ਸਤਿਗੁਰੂ ਨੇ ਕਿਹਾ, ਹੇ ਅਕਾਲ ਪੁਰਖ ਜੀਓ, ਆਪ ਹੀ ਦਾ ਵਿਧੀ ਵਿਧਾਨ ਬਣਾਇਆ ਹੋਇਆ ਹੈ ਕਿ ਕੋਈ ਨਿਰਗੁਣਾ ਜਿਹੜਾ ਹੈ ਨਿਗੁਰਾ ਬੰਦਾ ਨਾਮ ਨਹੀਂ ਜਪਾ ਸਕਦਾ। ਤੁਹਾਡੀ ਦਿੱਤੀ ਹੋਈ ਦਿਵ ਦ੍ਰਿਸ਼ਟੀ ਨਾਲ ਜਦੋਂ ਮੈਂ ਸੰਸਾਰ 'ਤੇ ਨਿਗਾਹ ਮਾਰੀ ਹੈ, ਮੈਨੂੰ ਕੋਈ ਮੇਰਾ ਗੁਰੂ ਬਣਨ ਦੇ ਯੋਗ ਨਹੀਂ ਦਿਸਿਆ। ਇਸ ਕਾਰਨ ਮੈਂ ਉਡੀਕ ਕੇ ਤੁਹਾਡੇ ਕੋਲ ਆਇਆ। ਤੁਸੀਂ ਮੈਨੂੰ ਗੁਰੂ ਮੰਤਰ ਦਿਓ ਅਤੇ ਮੇਰੇ ਗੁਰੂ ਬਣਨ ਦੀ ਕਿਰਪਾ ਕਰੋ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਉੱਚੇ ਥੜੇ 'ਤੇ ਬਿਠਾਇਆ। ਉਹਨਾਂ ਨੂੰ ਇੱਕ ਪਿਆਲੇ ਦੇ ਵਿੱਚ ਅੰਮ੍ਰਿਤ ਛਕਣ ਵਾਸਤੇ ਦਿੱਤਾ ਹੈ। ਅੰਮ੍ਰਿਤ ਛਕ ਕੇ ਗੁਰਮੰਤਰ ਦਿੱਤਾ ਹੈ ਜੋ ਆਪਣਾ ਮੂਲ ਮੰਤਰ ਹੈ, ਅਤੇ ਕਿਹਾ ਨਾਨਕ ਹੁਣ ਤੂੰ ਵੀ ਕੁਛ ਉਚਾਰ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਕਾਲ ਪੁਰਖ ਜੀ ਅਤੀ ਪ੍ਰਸੰਨ ਹੋਏ। ਕਹਿੰਦੇ ਹੈ ਨਾਨਕ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਜਿਸ ਤੇ ਤੇਰੀ ਖੁਸ਼ੀ ਉਸ ਤੇ ਮੇਰੀ ਖੁਸ਼ੀ। ਭਾਵ ਇਹ ਸਾਰੀ ਗੱਲ ਸਾਂਝੀ ਕਰਨ ਦਾ ਇਹੀ ਮਕਸਦ ਹੈ ਕਿ ਗੁਰੂ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ।
ਬਸ ਇੰਨਾ ਹੀ ਹੁੰਦਾ ਹੈ, ਜਿਵੇਂ ਇੱਕ ਮਹਾਸਾਗਰ ਹੋਵੇ, ਇੱਕ ਮਹਾਸਾਗਰ ਦਾ ਪਾਣੀ ਆਪਾਂ ਕਿਸੇ ਬਰਤਨ ਦੇ ਵਿੱਚ ਲੈ ਆਈਏ, ਸਾਰੇ ਗੁਣ ਉਹੀ ਹੁੰਦੇ ਨੇ। ਗਰੀਬ ਨਵਾਜ ਕਹਿੰਦੇ ਗੁਰ ਪਰਮੇਸ਼ਵਰ ਪੂਜੀਐ, ਮਨ ਤਨ ਲਾਏ ਪਿਆਰ। ਆਪਾਂ ਨੂੰ ਬਾਬਾ ਜੀ ਨੇ ਦੱਸਿਆ ਜੇ ਪਰਮੇਸ਼ਵਰ ਦੇ ਸੱਸੇ ਨੂੰ ਔਂਕੜ ਹੈ ਤਾਂ ਇਹਨੂੰ ਪਰਮੇਸ਼ਰ ਨਹੀਂ ਪੜ੍ਹਨਾ, ਕਿਉਂਕਿ ਜਿਹੜਾ ਵਾਵਾ ਹਿੰਦੀ ਦਾ ਵਾਵਾ ਹੈ ਨਾ, ਉਹ ਇੱਥੇ ਔਂਕੜ ਦੇ ਵਿੱਚ ਕਨਵਰਟ ਹੋ ਗਿਆ ਪਰਮੇਸ਼ਵਰ। ਜੇ ਸੱਸੇ ਨੂੰ ਔਂਕੜ ਨਾ ਹੋਵੇ ਫਿਰ ਆਪਾਂ ਪੜ੍ਹਦੇ ਹਾਂ ਪਰਮੇਸ਼ਰ, ਫਿਰ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਦੇ ਆਪਾਂ। ਗੁਰ ਪਰਮੇਸ਼ਵਰ ਪੂਜੀਐ, ਕਹਿੰਦੇ ਗੁਰੂ ਪਰਮੇਸ਼ਰ ਦੀ ਪੂਜਾ ਕਰਨੀ ਚਾਹੀਦੀ ਹੈ। ਪੂਜਣ ਦਾ ਮਤਲਬ ਆਪਣਾ ਆਪਾ ਸਮਰਪਣ ਕਰ ਦੇਣਾ, ਆਪਣੀ ਹਉਮੈ ਨੂੰ, ਆਪਣੀ ਮਰਜ਼ੀ ਨੂੰ, ਆਪਣੀ ਸੋਚ ਨੂੰ ਗੁਰੂ ਦੇ ਚਰਨਾਂ 'ਚ ਰੱਖ ਦੇਣਾ, ਗੁਰੂ ਦੀ ਸੋਚ ਨੂੰ ਧਾਰਨ ਕਰ ਲੈਣਾ। ਇਹ ਗੁਰ ਪਰਮੇਸ਼ਰ ਦੀ ਪੂਜਾ ਹੈ। ਮਹਾਰਾਜ ਕਹਿੰਦੇ ਕਰਨੀ ਕਿਵੇਂ ਹੈ ਪੂਜਾ? ਇੱਕ ਤਾਂ ਸਾਡੇ ਵੀਰ ਆਹ ਧੂਫਾਂ ਦਿਖਾਉਂਦੇ ਨੇ, ਜੋਤਾਂ ਜਗਾ ਕੇ ਥਾਲੀਆਂ ਘਮਾਉਂਦੇ ਨੇ, ਇੱਕ ਤਾਂ ਇਸ ਤਰ੍ਹਾਂ ਦੀ ਪੂਜਾ ਹੁੰਦੀ ਹੈ, ਫੁੱਲ ਵਗੈਰਾ ਚੜਾਉਣੇ। ਮਹਾਰਾਜ ਕਹਿੰਦੇ ਆਪਾਂ ਨੇ ਪੂਜਾ ਕਿਵੇਂ ਕਰਨੀ ਹੈ? ਕਹਿੰਦੇ ਮਨ ਤਨ ਲਾਏ ਪਿਆਰ, ਮਨ ਅਤੇ ਤਨ ਦੇ ਨੰਨਿਆਂ ਨੂੰ ਸਿਹਾਰੀਏ। ਇਹਦਾ ਮਤਲਬ ਮਨ ਵਿੱਚ ਵੀ ਅਤੇ ਤਨ ਦੇ ਵਿੱਚ ਵੀ ਪਿਆਰ ਪੈਦਾ ਕਰਕੇ ਫਿਰ ਉਹਦੀ ਪੂਜਾ ਕਰਨੀ ਹੈ। ਸੁੱਕੀ ਪੂਜਾ ਨਹੀਂ ਕਰਨੀ, ਸੁੱਕੀ ਪੂਜਾ ਨਹੀਂ ਕਰਨੀ। ਪੰਜਾਬੀ ਦੀ ਅਖਾਵਤ ਹੈ, ਕਹਿੰਦੇ ਸੁੱਕਾ ਲਾਡ ਮਤੇਈ ਦਾ, ਮੂੰਹ ਚੁੰਮੇ ਟੁੱਕ ਨਾ ਦੇਈ ਦਾ। ਇਹ ਨਾ ਹੋਵੇ ਵੀ ਅਸੀਂ ਇਕੱਲੀਆਂ ਮੰਗਾਂ ਮੰਗਣ ਤੱਕ ਸੀਮਤ ਰਹੀਏ ਜਾਂ ਗੁਰੂ ਤੋਂ ਆਪਣੀ ਗੱਲ ਮਨਾਉਣ ਤੱਕ ਸੀਮਤ ਰਹੀਏ, ਗੁਰੂ ਨਾਲ ਪਿਆਰ ਨਾ ਹੋਵੇ। ਗੁਰੂ ਨਾਲ ਪਿਆਰ ਅਤੀ ਜ਼ਰੂਰੀ ਆ ਸਾਧ ਸੰਗਤ ਜੀਓ, ਕਿਉਂਕਿ ਜਿਹੜਾ ਪਿਆਰ ਹੈ, ਜਿਹਨੂੰ ਪ੍ਰੇਮ ਕਹਿੰਦੇ ਨੇ, ਇਹ ਅਕਾਲ ਪੁਰਖ ਦੇ ਰੂਪ ਹੈ। ਬਾਈਬਲ ਦੇ ਵਿੱਚ ਲਿਖਿਆ ਲਵ ਇਜ਼ ਗੋਡ, ਗੋਡ ਇਜ਼ ਲਵ। ਹੁਣ ਗੁਰੂ ਪਰਮੇਸ਼ਰ ਦੀ ਪੂਜਾ ਕਰਨੀ ਹੈ ਮਨ ਅਤੇ ਤਨ ਦੇ ਵਿੱਚ ਪਿਆਰ ਕਰਕੇ, ਕੱਲੀ ਫਾਰਮੈਲਿਟੀ ਦੇ ਤੌਰ 'ਤੇ ਨਹੀਂ, ਕੱਲੇ ਆਪਣੇ ਲਾਲਚ ਵਾਸਤੇ ਨਹੀਂ। ਸਤਿਗੁਰੂ ਨੇ ਇੱਕ ਥਾਂ 'ਤੇ ਇਹ ਵੀ ਲਿਖਿਆ, ਆਪਣੇ ਲੋਭ ਕਾਉ ਕੀਨੋ ਮੀਤ। ਅਸੀਂ ਆਪਣੇ ਲੋਭ ਨੂੰ ਵੀ ਮਿੱਤਰ ਬਣਾਇਆ ਹੈ। ਕਈ ਵਾਰੀ ਲੋਭ ਕਾਰਨ ਗੁਰੂ ਨੂੰ ਮਿੱਤਰ ਬਣਾਇਆ, ਕਿਉਂਕਿ ਸਾਡਾ ਲੋਭ ਪੂਰਾ ਹੁੰਦਾ। ਪਰ ਮਹਾਰਾਜ ਕਹਿੰਦੇ ਨਹੀਂ, ਪਿਆਰ ਨੂੰ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਪ੍ਰਗਟ ਕਰਕੇ ਫਿਰ ਪੂਜਾ ਕਰਨੀ ਹੈ। ਕਿਉਂ? ਮਹਾਰਾਜ ਕਹਿੰਦੇ ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ। ਜਿਹੜਾ ਸਤਿਗੁਰ ਹੈ ਨਾ, ਉਹ ਆਤਮ ਜੀਵਨ ਦੇਣ ਵਾਲਾ ਹੈ, ਉਹ ਜੀ ਦਾਨ ਦੇਣ ਵਾਲਾ ਹੈ ਅਤੇ ਸਾਰਿਆਂ ਨੂੰ ਆਸਰਾ ਦੇਣ ਵਾਲਾ। ਉਹ ਸਾਰਿਆਂ ਦੀ ਆਸਰਾ ਹੈ। ਸਾਧ ਸੰਗਤ ਜੀ, ਆਪਾਂ ਦੇਖੋ, ਸੁਣਦੇ ਹਾਂ, ਪੜ੍ਹਦੇ ਹਾਂ, ਆਲਾ ਦੁਆਲਾ ਦੇਖਦੇ ਵੀ ਹਾਂ। ਗੁਰੂ ਦੀ ਸ਼ਰਨ ਦੇ ਵਿੱਚ ਕੋਈ ਆਵੇ, ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਬੋਧੀ ਆਵੇ, ਪਾਰਸੀ ਆਵੇ, ਸਤਿਗੁਰੂ ਸਭ ਦੀਆਂ ਇਛਾਵਾਂ ਪੂਰੀਆਂ ਕਰਦੇ ਨੇ, ਸਭ ਦੇ ਕਾਰਜ ਸਵਾਰਦੇ ਨੇ, ਸਭ ਦੇ ਕਾਰਜ ਸਵਾਰਦੇ ਨੇ। ਜਿਹੜਾ ਵੀ ਗੁਰੂ ਦੀ ਸ਼ਰਨ 'ਚ ਆਇਆ, ਗੁਰੂ ਦਾ ਕੋਲੇ ਆਪਣਾ ਰੋਣਾ ਰੋਇਆ ਕਿ ਮਹਾਰਾਜ ਮੈਨੂੰ ਆਹ ਜਿਹੜੀ ਮੁਸ਼ਕਿਲ ਹੈ, ਆਹ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਗੁਰੂ ਸਭ ਦਾ ਆਸਰਾ ਨੇ, ਕਿਉਂਕਿ ਗੁਰੂ ਹੈ ਹੀ ਪਰਮੇਸ਼ਰ। ਜਿਵੇਂ ਸੂਰਜ ਦੇ ਉੱਤੇ ਕੋਈ ਜਿਹੜਾ ਹੈ ਮਤਲਬ ਦੇਸ਼ ਦਾਅਵਾ ਨਹੀਂ ਕਰਦਾ ਕਿ ਇਹ ਸੂਰਜ ਅਮਰੀਕਾ ਦਾ, ਇਹ ਇੰਡੀਆ ਦਾ, ਇਹ ਪਾਕਿਸਤਾਨ ਦਾ, ਇਹ ਫਰਾਂਸ ਦਾ। ਸੂਰਜ ਸਭ ਦਾ ਸਾਂਝਾ ਹੈ। ਸਮੁੰਦਰਾਂ ਦੇ ਉੱਤੇ ਤਾਂ ਕਬਜ਼ੇ ਕਰ ਲਏ, ਧਰਤੀ ਦੇ ਖਿੱਤਿਆਂ 'ਤੇ ਤਾਂ ਕਬਜ਼ੇ ਕਰ ਲਏ ਲੋਕਾਂ ਨੇ ਕਿ ਇਹ ਜੀ ਭਾਰਤ ਹੈ, ਇਹ ਪਾਕਿਸਤਾਨ ਹੈ, ਇਹ ਇਰਾਕ ਹੈ, ਇਹ ਅਫਗਾਨਿਸਤਾਨ ਹੈ। ਪਰ ਸੂਰਜ ਦੇ ਉੱਤੇ ਅਜੇ ਤੱਕ ਕਿਸੇ ਨੇ ਦਾਅਵਾ ਨਹੀਂ ਕੀਤਾ। ਇਸੇ ਤਰ੍ਹਾਂ ਅਕਾਲ ਪੁਰਖ ਸਭ ਦਾ ਸਾਂਝਾ, ਗੁਰੂ ਵੀ ਸਭ ਦਾ ਸਾਂਝਾ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ, ਉਹ ਸਭ ਨੂੰ ਆਤਮ ਜੀਵਨ ਦੇਣ ਵਾਲਾ ਹੈ। ਸਤਿਗੁਰ ਬਚਨ ਕਮਾਵਣੇ, ਸੱਚਾ ਇਹ ਵਿਚਾਰ। ਇਹੀ ਤੱਤ ਵਿਚਾਰ ਹੈ, ਇਹੀ ਸੱਚਾ ਵਿਚਾਰ ਹੈ, ਇਹੀ ਅਸਲੀ ਵਿਚਾਰ ਹੈ ਕਿ ਸਤਿਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾ ਕੇ ਉਹਨਾਂ ਦੀ ਕਮਾਈ ਕਰਨੀ। ਸਾਧ ਸੰਗਤ ਜੀ, ਇੱਧਰੋਂ ਸੁਣਿਆ ਇੱਧਰੋਂ ਕੱਢਤਾ, ਉਹਦਾ ਕੋਈ ਫਾਇਦਾ ਨਹੀਂ। ਸਤਿਗੁਰੂ ਦੇ ਬਚਨਾਂ ਨੂੰ ਜਦੋਂ ਕੋਈ ਵੀ ਕਮਾਉਂਦਾ ਹੈ, ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਜਾਂਦੀ ਹੈ। ਮੈਂ ਨਾਵਲ ਪੜ੍ਹਿਆ ਸੀ ਬਹੁਤ ਸਾਲ ਪਹਿਲਾਂ,
ਨਾਨਕ ਸਿੰਘ ਦਾ ਲਿਖਿਆ ਹੋਇਆ। ਉਹ ਨਾਵਲ ਦਾ ਹੈਗਾ ਸੀ ਨਾਂ ਆਸਤਕ ਨਾਸਤਕ। ਜਿਹੜਾ ਉਹਦਾ ਹੀਰੋ ਹੈ ਨਾਵਲ ਦਾ, ਨਾਇਕ, ਉਹ ਨਾਸਤਕ ਹੁੰਦਾ ਬਿਲਕੁਲ। ਉਹ ਕਿਸੇ ਦੇ ਘਰ ਜਾ ਕੇ ਉਹਨੂੰ ਇੱਕੋ ਪੰਗਤੀ ਪੜ੍ਹੀ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ। ਉਹਨੂੰ ਪਤਾ ਨਹੀਂ ਸੀ ਇਹਦਾ ਅਰਥ ਕੀ ਹੈ। ਉਹਨੇ ਘਰ ਦੇ ਮਾਲਕ ਨੂੰ ਪੁੱਛਿਆ, ਇਹ ਪੰਗਤੀਆਂ, ਇਹ ਕਹਿੰਦੇ ਗੁਰਬਾਣੀ ਦੀਆਂ ਪੰਗਤੀਆਂ ਨੇ। ਕਹਿੰਦੇ ਫਿਰ ਇਹ ਲਿਖਿਆ ਇਹਦਾ ਮਤਲਬ ਕੀ ਹੈ। ਉਹਨੇ ਦੱਸਿਆ ਕਿ ਵੀ ਇਹ ਸਮਾਜ ਦੇ ਵਿੱਚ ਦੁਨੀਆ ਦੀ ਜਿੰਨੀ ਆਪਾਂ ਸੇਵਾ ਕਰਦੇ ਹਾਂ ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਥਾਂ ਪੈਂਦਾ। ਸਾਧ ਸੰਗਤ ਜੀ, ਉਹਦੀ ਅਵਸਥਾ ਕਿਤੇ ਦੀ ਕਿਤੇ ਉੱਚੀ ਹੋਈ। ਧਾਰਮਿਕ ਪਹਿਰਾਵਾ ਪਾਉਣ ਨਾਲ, ਕੋਈ ਨੰਗੇ ਪੈਰੀਂ ਗੁਰਦੁਆਰੇ ਜਾਣ ਨਾਲ ਬਹੁਤਾ ਫਰਕ ਨਹੀਂ ਪੈਣ ਲੱਗਿਆ। ਜਿੰਨੀ ਦੇਰ ਅਸੀਂ ਗੁਰੂ ਦੀ ਸਿੱਖਿਆ ਨੂੰ ਆਪਣੇ ਪ੍ਰੈਕਟੀਕਲ ਲਾਈਫ ਦੇ ਵਿੱਚ ਧਾਰਨ ਨਹੀਂ ਕਰਦੇ, ਪਾਣੀ ਨੂੰ ਪੀਤਿਆਂ ਹੀ ਪਿਆਸ ਬੁਝਦੀ ਹੈ। ਪਾਣੀ ਦੀਆਂ ਕੁਰਲੀਆਂ ਕਰਨ ਦੇ ਨਾਲ ਕੋਈ ਬੰਦਾ ਤ੍ਰਿਪਤ ਨਹੀਂ ਹੁੰਦਾ। ਹੁਣ ਇਹੀ ਮਹਾਰਾਜ ਕਹਿੰਦੇ ਗੁਰੂ ਦੀ ਗੱਲ ਮੰਨਣੀ, ਇਹੀ ਸੱਚਾ ਵਿਚਾਰ ਹੈ, ਇਹੀ ਅਸਲੀ ਵਿਚਾਰ ਹੈ। ਸਤਿਗੁਰੂ ਦੇ ਬਚਨਾਂ ਨੂੰ ਕਮਾਉਣਾ। ਜੇ ਸਤਿਗੁਰੂ ਨੇ ਕਹਿਤਾ ਭਾਈ ਰਿਸ਼ਵਤ ਨਹੀਂ ਲੈਣੀ, ਫਿਰ ਨਹੀਂ ਲੈਣੀ। ਚਾਹੇ ਪਰਿਵਾਰ ਭੁੱਖਾ ਮਰੇ, ਚਾਹੇ ਪਰਿਵਾਰ ਫਿਰ ਚੀਕੇ, ਚਾਹੇ ਪਿੱਟੇ, ਨਹੀਂ ਲੈਣੀ ਤਾਂ ਨਹੀਂ ਲੈਣੀ। ਸਤਿਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਾਗਣਾ, ਫਿਰ ਜਾਗਣਾ ਹੀ ਹੈ। ਚਾਹੇ ਸਿਰ ਦੁਖੇ, ਚਾਹੇ ਛਿੱਕਾਂ ਆਉਣ, ਚਾਹੇ ਕੁਛ ਹੋਵੇ, ਉੱਠਣਾ ਇੱਕ ਵਾਰੀ ਆਪਣੇ ਵੱਲੋਂ, ਯਤਨ ਕਰਨਾ, ਕੋਸ਼ਿਸ਼ ਕਰਨੀ ਹੈ। ਬੇਨਤੀ ਕਰਕੇ ਸੌਣਾ, ਸੱਚੇ ਪਾਤਸ਼ਾਹ ਮੇਰੀ ਕੀ ਔਕਾਤ ਹੈ, ਮੈਂ ਤੇਰੀ ਬੰਦਗੀ ਵਾਸਤੇ, ਤੇਰੀ ਬਾਣੀ ਪੜ੍ਹਨ ਵਾਸਤੇ ਜਾਗ ਪਵਾਂ। ਮੇਰੀ ਕੋਈ ਪਾਇਆ ਨਹੀਂ, ਕਿਉਂਕਿ ਸਭ ਕਿਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਮਹਾਰਾਜ ਕਿਰਪਾ ਕਰਨੀ ਹੈ ਮੇਰੇ ਗਰੀਬ ਤੇ। ਜਿੱਥੇ ਤੂੰ ਇਹਨੂੰ ਇੰਨੀਆਂ ਦਾਤਾਂ ਬਖਸ਼ੀਆਂ ਨੇ, ਸੰਸਾਰਕ ਦਾਤਾਂ ਦੇ ਤੂੰ ਢੇਰ ਬਖਸ਼ੇ ਹੋਏ ਨੇ ਸਤਿਗੁਰੂ ਮੈਨੂੰ, ਉੱਥੇ ਤੇਰੇ ਪ੍ਰੇਮ ਦੀ ਕਣੀ ਵੀ ਬਖਸ਼ ਦੇ। ਉੱਥੇ ਤੇਰੇ ਇਸ਼ਕ ਦੀ ਦਾਤ ਵੀ ਮੈਨੂੰ ਬਖਸ਼ ਦੇ। ਤੇਰੀ ਪ੍ਰੇਮਾ ਭਗਤੀ ਦੀ ਵੀ ਦਾਤ ਬਖਸ਼ ਮੇਰੇ ਪ੍ਰੀਤਮ। ਇਹ ਕਿਰਪਾ ਕਰ ਮੇਰੇ ਤੇ, ਇਹ ਮੰਗਣਾ ਤੋਂ। ਫਿਰ ਅੰਮ੍ਰਿਤ ਵੇਲੇ ਆਪਣੇ ਆਪ ਜਾਗ ਸਤਿਗੁਰੂ ਜਗਾ ਦਿੰਦੇ ਨੇ। ਹੁਣ ਅਸਲ ਦੇ ਵਿੱਚ ਜਿਹੜੀ ਤੱਤ ਦੀ ਗੱਲ ਉਹ ਇਹੀ ਹੈ ਕਿ ਸਤਿਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ। ਸਾਧ ਸੰਗਤ ਜੀ, ਪਿਆਰੇ ਦੇ ਬਚਨਾਂ ਨੂੰ ਬੰਦਾ ਚਾਅ ਨਾਲ ਕਮਾਉਂਦਾ ਹੈ। ਇਸੇ ਕਰਕੇ ਪਹਿਲੀ ਪੰਗਤੀ ਦੇ ਵਿੱਚ ਗਰੀਬ ਨਵਾਜ ਨੇ ਕਿਹਾ ਕਿ ਸਤਿਗੁਰੂ ਗੁਰ ਪਰਮੇਸ਼ਰ ਪੂਜੀਐ, ਮਨ ਤਨ ਲਾਏ ਪਿਆਰ। ਜਦੋਂ ਅੰਦਰ ਪਿਆਰ ਪੈਦਾ ਹੋ ਗਿਆ, ਇਹ ਥੋੜ੍ਹੇ ਦਿਨਾਂ ਦੀ ਗੱਲ ਹੈ। ਸਾਡੇ ਘਰ ਦੇ ਕੋਲ ਈਜੀ ਡੇ ਹੈ। ਈਜੀ ਡੇ ਦੇ ਵਿੱਚ ਇੱਕੋ ਜਿਹੜਾ ਸਵੇਰੇ ਸਵੇਰੇ ਸਮਾਨ ਵਾਲਾ ਟਰੱਕ ਆਉਂਦਾ ਹੁੰਦਾ, ਕਈ ਦਿਨਾਂ ਬਾਅਦ ਉਹ ਟਰੱਕ ਆਇਆ ਹੋਇਆ। ਮੈਂ ਨਾ ਕੋਈ ਜਾ ਰਿਹਾ ਸੀ ਕੰਮ ਧੰਦੇ, ਉਹ ਹਲਵਾਈ ਲੱਗੇ ਹੋਏ ਸੀ, ਵਾਰੀ ਵਾਰੀ ਜਾਣਾ ਪੈਂਦਾ ਸੀ ਮਾਰਕੀਟ। ਮੈਂ ਦੇਖਿਆ ਉਹ ਟਰੱਕ ਦੇ ਵਿੱਚ ਇੱਕ ਨਿਹੰਗ ਸਿੰਘ 3 ਫੁੱਟੀ ਕਿਰਪਾਨ ਪਾਈ ਆ, ਦਮਾਲਾ ਸਜਾਇਆ ਹੋਇਆ, ਚੋਲਾ ਪਹਿਨਿਆ ਹੋਇਆ, ਗੁਰੂ ਦੇ ਸਰੂਪ ਨੇ ਟਰੱਕ ਦੇ ਵਿੱਚ ਚਾਨਣ ਕੀਤਾ ਹੋਇਆ, ਬੜਾ ਪਿਆਰਾ। ਚਲੋ ਮੈਂ ਆਪਣੇ ਕੰਮ ਦੀ ਕਾਹਲੀ 'ਚ ਲੰਘ ਗਿਆ। ਫਿਰ 2 ਘੰਟਿਆਂ ਬਾਅਦ ਲੱਗਿਆ, ਉਹ ਵੀ ਫਿਰ ਟਰੱਕ ਦੇ ਵਿੱਚ ਅਜੇ ਫਿਰ ਕੰਮ ਕਰ ਰਿਹਾ, ਸਮਾਨ ਉਹ ਚੁਕਾ ਰਿਹਾ, ਕਰ ਰਿਹਾ। ਮੈਂ ਤੀਜੀ ਵਾਰ ਗਿਆ, ਫਿਰ ਲੱਗ ਰਿਹਾ ਉਹ। ਚੌਥੀ ਵਾਰ ਮੈਨੂੰ ਫਿਰ ਕੋਈ ਕੰਮ ਕਿਹਾ ਹਲਵਾਈਆਂ ਨੇ, ਮੈਂ ਫਿਰ ਗਿਆ ਤਾਂ ਉਹ ਖਾਲਸਾ ਜੀ ਤੁਰੇ ਜਾ ਰਹੇ ਨੇ। ਮੈਂ ਆਪਣਾ ਮੋਟਰਸਾਈਕਲ ਰੋਕਿਆ, ਉਹਨਾਂ ਨੂੰ ਫਤਿਹ ਬੁਲਾਈ। ਮੈਂ ਕਿਹਾ ਖਾਲਸਾ ਜੀ ਧੰਨ ਹੋ ਤੁਸੀਂ। ਕਹਿੰਦਾ ਕਿਉਂ? ਤੁਹਾਡੀ ਕਿਰਤ ਇੰਨੀ ਮੁਸ਼ਕਿਲਾਂ ਭਰੀ ਹੈ, ਤੁਸੀਂ ਸਮਾਨ ਚੁਕਾਉਂਦੇ ਹੋ, ਤੁਹਾਨੂੰ ਇਹ ਕਿਰਪਾਨ ਅੜਿੱਕਾ ਨਹੀਂ ਲੱਗਦੀ। ਨਹੀਂ ਤਾਂ ਸਾਡੇ ਵਰਗੇ ਕੀ ਕਹਿੰਦੇ ਨਾ, ਕਿਰਪਾਨ ਨੂੰ ਲੁਕੋ ਕੇ ਪਹਿਲਾਂ ਤਾਂ ਪਾਉਣਗੇ ਛੋਟੀ ਜੀ, ਜਿਵੇਂ ਛੋਟੀ ਜੀ ਪਹਿਲਾਂ ਕਿਰਪਾਨ ਨੂੰ ਪਾਉਣਗੇ ਲੁਕੋ, ਫਿਰ ਜੇ ਛੋਟੀ ਜੀ ਪਾਈ ਹੈ ਫਿਰ ਉਹਨੂੰ ਪੈਂਟ 'ਚ ਲੁਕੋ ਕੇ ਵੀ ਕਿਸੇ ਨੂੰ ਕਿਤੇ ਦਿਸ ਨਾ ਜਾਵੇ। ਇਹਦਾ ਮਤਲਬ ਗੁਰੂ ਨਾਲ ਪਿਆਰ ਨਹੀਂ। ਤੁਸੀਂ 3 ਫੁੱਟੀ ਕਿਰਪਾਨ ਵੀ ਪਾਈ ਹੈ, ਕਮਰ ਕਸਾ ਲਾਇਆ ਹੋਇਆ ਹੈ, ਅਤੇ ਮਤਲਬ ਦਮਾਲਾ ਸਜਾਇਆ ਹੋਇਆ ਹੈ, ਚੱਕਰ ਵਗੈਰਾ ਤੁਸੀਂ ਸਜਾਏ ਹੋਏ ਨੇ। ਤੁਹਾਨੂੰ ਗੁਰੂ ਦੇ ਪਹਿਰਾਵੇ ਨਾਲ, ਗੁਰੂ ਨਾਲ ਕਿੰਨਾ ਪਿਆਰ ਹੈ ਨਾ। ਉਹਨਾਂ ਨੇ ਖੁਸ਼ੀ ਵੀ ਜ਼ਾਹਰ ਕੀਤੀ ਅਤੇ ਮੈਨੂੰ ਕਹਿੰਦੇ ਖਾਲਸਾ ਜੀ ਇਹ ਗੁਰੂ ਦੇ ਸ਼ਿੰਗਾਰ ਬਖਸ਼ੇ ਹੋਏ ਨੇ, ਗੁਰੂ ਦੇ ਗਹਿਣੇ ਬਖਸ਼ੇ ਹੋਏ ਨੇ। ਮੈਂ ਬਿਲਕੁਲ ਖਾਲਸਾ ਜੀ, ਤੁਸੀਂ ਸਤ ਵਚਨ ਕਿਹਾ। ਗਹਿਣੇ ਵੀ ਤਾਂ ਸੁਹਾਗਣਾਂ ਨੂੰ ਹੀ ਫੱਬਦੇ ਨੇ ਨਾ, ਛੁੱਟੜਾਂ ਨੂੰ, ਦੁਹਾਗਣਾਂ ਨੂੰ, ਵਿਧਵਾਵਾਂ ਨੂੰ ਗਹਿਣੇ ਅੱਛੇ ਨਹੀਂ ਲੱਗਦੇ। ਅਸੀਂ ਆਹ ਛੋਟੀ ਜਿਹੀ ਕਿਰਪਾਨ ਪਾਈ ਹੈ,
ਇਹੀ ਸਾਨੂੰ ਲੱਗਦਾ ਕਿ ਕਾਰ ਚਲਾਉਣ ਵੇਲੇ ਇਹ ਬੈਲਟ ਲਾਉਣੀ ਔਖੀ ਹੈ ਜੀ, ਇਹ ਮੋਟਰਸਾਈਕਲ ਚਲਾਉਣਾ ਔਖਾ ਹੈ ਜੀ, ਇਹ ਰਾਤ ਨੂੰ ਸੌਣ ਵੇਲੇ ਮਤਲਬ ਹੋਇਆ ਜੀ ਫਲਾਣਾ ਧਮਕਾ। ਅਸੀਂ 100 ਘਾੜਤਾਂ ਘੜਦਿਆਂ 100 ਬਹਾਨੇ ਲਾਉਂਦੇ ਹਾਂ। ਇਹ ਹੈ ਪਿਆਰ ਦੀ ਗੱਲ। ਜਦੋਂ ਅੰਦਰੋਂ ਪਰਮੇਸ਼ਰ ਦਾ ਪਿਆਰ ਪੈਦਾ ਹੋ, ਜਦੋਂ ਪਤੀ ਦਾ ਪਿਆਰ ਹੈ ਅੰਦਰੋਂ, ਤਾਂ ਫਿਰ ਪਤੀ ਦੀ ਮਾਂ ਵੀ ਚੰਗੀ ਲੱਗੇਗੀ, ਪਤੀ ਦਾ ਪਿਓ ਵੀ ਚੰਗਾ ਲੱਗੇਗਾ, ਪਤੀ ਦੇ ਭਰਾ ਭੈਣਾਂ ਵੀ ਚੰਗੀਆਂ ਲੱਗਣਗੀਆਂ, ਪਤੀ ਦੀ ਛੰਨ ਕੁੱਲੀ ਵੀ ਮਹਿਲ ਵਰਗੀ ਲੱਗੇਗੀ। ਜਦੋਂ ਪਤੀ ਨਾਲ ਹੋਗੀ ਨਫ਼ਰਤ ਕਿਸੇ ਕਾਰਨ, ਫਿਰ ਪਤੀ ਦੀ ਮਾਂ ਵੀ, ਉਹ ਤਾਂ ਫਿਰ ਕਹਿੰਦੇ ਸੱਸ ਤਾਂ ਕਹਿੰਦੇ ਮਿੱਟੀ ਦੀ ਵੀ ਮਾੜੀ ਹੁੰਦੀ ਹੈ, ਸਹੁਰਾ ਤਾਂ ਫਿਰ ਕਹਿੰਦੇ ਲਾਲ ਮਿਰਚਾਂ ਰਗੜ ਕੇ ਕਹਿੰਦੇ ਸਹੁਰੇ ਦੀਆਂ ਅੱਖਾਂ 'ਚ ਹੀ ਪਾ ਦਈਏ। ਦੇਰ ਜੋੜ ਤਾਂ ਸ਼ਰੀਕ ਹੁੰਦੇ ਨੇ ਫਿਰ, ਕਿਉਂਕਿ ਪਿਆਰ ਨਹੀਂ ਰਿਹਾ ਪਤੀ ਨਾਲ। ਹੁਣ ਪਤੀ ਦੇ ਕੱਪੜੇ ਧੋਣੇ ਭਾਰ ਲੱਗਦਾ ਹੈ, ਬੋਝ ਲੱਗਦਾ ਹੈ। ਹੁਣ ਪਤੀ ਨੂੰ ਇਹ ਮਜਬੂਰ ਕੀਤਾ ਜਾਂਦਾ ਕਿ ਜੀ ਤੂੰ ਇੰਨੇ ਕੰਮ ਤੈਨੂੰ ਕਰਨੇ ਪੈਣਗੇ ਤਾਂ ਰੋਟੀ ਪੱਕੂਗੀ ਟਾਈਮ ਸਿਰ, ਕਿਉਂਕਿ ਹੁਣ ਪਿਆਰ ਨਹੀਂ ਰਿਹਾ। ਜਦੋਂ ਪਿਆਰ ਸੀ ਉਦੋਂ ਨਿਆਣਿਆਂ ਨੂੰ ਵੀ ਪਾਲਿਆ, ਉਦੋਂ ਪਤੀ ਦੇ ਟਿਫਨ ਦਾ ਵੀ ਧਿਆਨ ਰੱਖਿਆ, ਪਤੀ ਦਾ ਪੌਣਾ ਤਾਂ ਨਹੀਂ ਗੰਦਾ, ਪਤੀ ਦੀ ਰੁਮਾਲ ਤਾਂ ਨਹੀਂ ਗੰਦੀ, ਪਤੀ ਦੀ ਟਾਈ ਤਾਂ ਨਹੀਂ ਬਿੰਗੀ ਟੇਢੀ ਲੱਗੀ ਹੋਈ, ਉਦੋਂ ਸਾਰਾ ਧਿਆਨ। ਜਦੋਂ ਇਹੀ ਬਿਲਕੁਲ ਗੱਲ ਇੱਥੇ ਜਿਹੜੀ ਹੈ ਲਾਗੂ ਹੁੰਦੀ ਹੈ। ਜਦੋਂ ਗੁਰੂ ਨਾਲ ਪਿਆਰ ਹੈ ਸਾਧ ਸੰਗਤ ਜੀ, ਫਿਰ ਨਿਤਨੇਮ ਨਾਲ ਵੀ ਪਿਆਰ ਹੈ ਸਾਨੂੰ। ਨਿਤਨੇਮ ਬੋਝ ਨਹੀਂ ਲੱਗੇਗਾ, ਫਿਰ ਗੁਰਦੁਆਰੇ ਜਾਣ ਦਾ ਚਾਅ ਹੋਏਗਾ, ਫਿਰ ਗੁਰਦੁਆਰੇ ਜਾਣ ਦਾ ਚਾਅ ਹੋਏਗਾ, ਗੁਰਦੁਆਰੇ ਬੜੇ ਪਿਆਰ ਨਾਲ ਜਾਵਾਂਗੇ। ਫਿਰ ਸਤਿਗੁਰੂ ਨੂੰ ਕਹਾਂਗੇ ਸਤਿਗੁਰੂ ਧੰਨ ਹੈ ਸਾਰਾ ਪਟਿਆਲਾ ਬਸਦਾ ਮਹਾਰਾਜ, ਇਹ ਜਿਹੜਾ ਵੇਲਾ ਸੁਹਾਵੀ ਤੁਸੀਂ ਮੈਨੂੰ ਬਖਸ਼ਿਸ਼ ਕੀਤੀ ਹੈ, ਤੁਹਾਡੀ ਅਤੀ ਕਿਰਪਾ ਹੋਈ ਹੈ, ਤੁਸੀਂ ਮੈਨੂੰ ਘਰੋਂ ਕਾਰ ਤੇ ਮੋਟਰਸਾਈਕਲ ਤੇ ਸਕੂਟਰ ਤੇ ਤੁਸੀਂ ਮੈਨੂੰ ਲੈ ਕੇ ਆਏ ਹੋ, ਮੈਨੂੰ ਸਾਧਨ ਬਖਸ਼ਿਆ। ਫਿਰ ਗਰੀਬ ਨਵਾਜ਼ ਤੇਰੀ ਕਿੰਨੀ ਰਹਿਮਤ ਹੈ, ਤੁਸੀਂ ਆਪਣੇ ਇਹ ਅਮੋਲਕ ਪਾਵਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰ ਰਹੇ ਹੋ। ਤੁਹਾਡੇ ਸਿੱਖ ਸੰਗਤਾਂ ਦੀ ਧੂੜ ਮੇਰੇ ਮੱਥੇ ਨੂੰ ਲੱਗ ਕੇ ਮੇਰੀ ਬਦਕਿਸਮਤੀ ਨੂੰ ਖਤਮ ਕਰ ਰਹੇ ਹੋ, ਤੁਸੀਂ ਮੇਰੀ ਜਿਹੜੀ ਖੁਸ਼ਕਿਸਮਤੀ ਨੂੰ ਪ੍ਰਗਟ ਕਰ ਰਹੇ ਹੋ। ਇਹ ਫਿਰ ਇਹ ਗੁਰੂ ਨਾਲ ਪਿਆਰ ਦੀਆਂ ਇਹ ਨਿਸ਼ਾਨੀਆਂ ਹੁੰਦੀਆਂ ਨੇ। ਬਸ ਜਦੋਂ ਫਿਰ ਪਿਆਰ ਹੋਏਗਾ ਗੁਰੂ ਨਾਲ, ਫਿਰ ਗੁਰੂ ਦੀ ਔਖੀ ਤੋਂ ਔਖੀ ਕਹੀ ਹੋਈ ਗੱਲ ਵੀ ਪਿਆਰੀ ਲੱਗੇਗੀ, ਫਿਰ ਪਿਆਰੀ ਲੱਗੇਗੀ। ਫਿਰ ਤਾਂ ਬੰਦਾ ਕਹਿੰਦਾ ਨਹੀਂ ਸਾਧ ਸੰਗਤ ਜੀ, ਗੁਰੂ ਹਾਸਲ ਦੇ ਵਿੱਚ ਹੈ ਹੀ ਪ੍ਰੇਮ ਸਰੂਪ। ਗੋਬਿੰਦ ਭਾਉ ਭਗਤ ਕਾ ਭੁੱਖਾ। ਗੁਰੂ ਨੂੰ ਸਾਡੇ ਪਦਾਰਥਾਂ ਨਾਲ, ਇਹ ਵਧੀਆ ਕੀਮਤੀ ਰਮਾਲਿਆਂ ਨਾਲ, ਇਹ ਸੋਨੇ ਦੇ ਮੁੱਠੇ ਚਾਂਦੀ ਦੇ ਮੁੱਠਿਆਂ ਵਾਲੇ ਚੌਰ ਸਾਹਿਬਾਂ ਨਾਲ, 1.5 2 ਲੱਖ ਦੇ ਚੰਦੋਇਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਤਾਂ ਅਸੀਂ ਬੇਈਮਾਨੀ ਦੀ ਕਮਾਈ ਕਰਕੇ ਵੀ ਲਾ ਦਾਂਗੇ। ਸੱਚੀ ਸੁੱਚੀ ਕਮਾਈ ਦੇ ਨਾਲ ਸਾਡੀ ਭੇਟ ਕੀਤੀ ਹੋਈ ਕੌਡੀ ਵੀ ਗੁਰੂ ਨੂੰ ਲੱਖਾਂ ਰੁਪਈਆਂ ਤੋਂ ਵੱਧ ਪਿਆਰੀ ਆ, ਕਿਉਂਕਿ ਸਾਨੂੰ ਪਤਾ ਹੈ ਮੈਂ ਮੇਰੇ ਗੁਰੂ ਨੂੰ ਜ਼ਹਿਰ ਨਹੀਂ ਖਵਾਉਣੀ। ਜ਼ਹਿਰ ਕੀ ਹੈ? 2 ਨੰਬਰ ਦੀ ਕਮਾਈ। ਮੈਂ ਮੇਰੇ ਗੁਰੂ ਨੂੰ ਜ਼ਹਿਰ ਨਹੀਂ ਖਵਾਉਣੀ, ਫਿਰ ਮੈਂ ਮੇਰੇ ਗੁਰੂ ਵਾਸਤੇ 10 ਨਹੁੰਾਂ ਦੀ ਕਿਰਤ ਰੂਪੀ ਅੰਮ੍ਰਿਤ ਭੇਟ ਕਰਾਂਗਾ, ਜੇ ਮੈਨੂੰ ਪਿਆਰ ਹੈ ਤਾਂ। ਨਹੀਂ ਤਾਂ ਫਿਰ ਜ਼ਹਿਰ ਦੇ ਢੇਰ ਲਾ ਦਿੰਦੇ ਆਪਾਂ, ਥਈਆਂ ਦੀਆਂ ਥਈਆਂ ਰੱਖ ਦਿੰਦੇ ਹਾਂ। ਗਰੀਬ ਨਵਾਜ਼ ਕਹਿੰਦੇ ਇਹੀ ਸੱਚਾ ਵਿਚਾਰ ਹੈ ਕਿ ਸਤਿਗੁਰੂ ਦੇ ਬਚਨਾਂ ਨੂੰ ਅਮਲੀ ਜਾਮਾ ਪਹਿਨਾ ਦੇਣਾ, ਉਹਨਾਂ ਦੀ ਕਮਾਈ ਕਰਨੀ, ਗੁਰੂ ਦੇ ਭੈ ਭਾਵਨੀ ਦੇ ਵਿੱਚ ਰਹਿਣਾ। ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਸ਼ਾਰ। ਸਾਧੂ ਦਾ ਮਤਲਬ ਗੁਰੂ, ਗੁਰੂ ਦੀ ਸੰਗਤ ਦੇ ਵਿੱਚ ਰਚਿਆਂ ਵਿਚਿਆਂ, ਰਤਿਆਂ ਤੋਂ ਭਾਵ ਰੰਗਿਆਂ ਵੀ ਹੁੰਦਾ, ਇੱਥੇ ਰਚਿਆਂ ਵਿਚਿਆਂ ਤੋਂ ਬਿਨਾਂ ਇਹ ਜਿਹੜਾ ਮਾਇਆ ਦਾ ਮੋਹ ਹੈ ਨਾ, ਇਹ ਸਵਾਦ ਹੀ ਨਹੀਂ ਆਈ ਹੈ। ਸਾਧ ਸੰਗਤ ਜੀ, ਆਪਾਂ ਜਦੋਂ ਨਿਗਾਹ ਮਾਰਦੇ ਹਾਂ ਸੰਸਾਰ ਵੱਲ, ਕੋਈ ਵੀ ਪਦਾਰਥ, ਕੋਈ ਵੀ ਰਿਸ਼ਤਾ ਸਾਡੇ ਨਾਲ ਨਹੀਂ ਨਿਭਦਾ। ਸੰਸਾਰਕ ਰਿਸ਼ਤੇ ਵੀ ਹੁਣ ਤਾਂ, ਕਿਉਂਕਿ ਬੰਦਾ ਕਮਰਸ਼ੀਅਲ ਵਿਰਤੀ ਰੱਖਦਾ ਹੈ, ਕਮਰਸ਼ੀਅਲ ਮਾਈਂਡ ਦਾ ਹੋ ਗਿਆ, ਹੁਣ ਤਾਂ ਜਿਉਂਦੇ ਜੀ ਵੀ ਰਿਸ਼ਤੇ ਇੱਕ ਦੂਜੇ ਦੇ ਕੰਮ ਨਹੀਂ ਆਉਂਦੇ। ਹੁਣ ਨਹੀਂ ਕੰਮ ਆਉਂਦੇ। ਪਹਿਲਾਂ ਤਾਂ ਅਜੇ ਮਾੜੀ ਮੋਟੀ ਸ਼ਰਮ ਸੰਗ ਹੁੰਦੀ ਸੀ ਸਮਾਜ ਦੀ, ਹੁਣ ਤਾਂ ਉਹ ਰਹੀ ਨਹੀਂ ਹੈ। ਮਰਨ ਤੋਂ ਬਾਅਦ ਤਾਂ ਇਹਨਾਂ ਨੇ ਸਾਡੀ ਮਦਦ ਵੀ ਕੀ ਕਰਨੀ ਹੈ। ਇੱਕ ਗੁਰੂ ਹੀ ਹੈ ਐਸਾ। ਇਸੇ ਕਰਕੇ ਸਤਿਗੁਰੂ ਫਰਮਾਉਂਦੇ ਨੇ, ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜਵੰਦੇ ਵਿਛੜੈ, ਓਏ ਓਏ ਜਵੰਦੇ ਵਿਛੜੈ।
ਓਏ ਮੁਆ ਨਾ ਜਾਹੀ ਛੋੜ। ਇਹ ਗੁਰੂ ਅਤੇ ਗੁਰੂ ਦੇ ਪਿਆਰਿਆਂ ਦੀ ਵਿਰਤੀ ਹੈ, ਉਹਨਾਂ ਦਾ ਸੁਭਾਅ ਹੈ। ਉਹ ਸਾਥ ਨਹੀਂ ਛੱਡਦੇ। ਉਹਨਾਂ ਨੂੰ ਸਿਰ ਤਾਂ ਬੇਸ਼ੱਕ ਦੇਣਾ ਪੈ ਜੇ, ਸਿਰ ਦੀਜੈ ਬਾਂਹ ਨਾ ਛੋੜੀਐ। ਇਹ ਉਹਨਾਂ ਦਾ ਸੁਭਾਅ ਹੈ, ਉਹਨਾਂ ਦੀ ਆਦਤ ਹੈ। ਸਾਧੂ ਦੀ ਸੰਗਤ ਦੇ ਵਿੱਚ ਰਚਿਆ ਮਿਚਿਆ, ਭਾਵ ਗੁਰੂ ਸਾਧ ਦੀ ਸੰਗਤ ਦਾ ਮਤਲਬ ਉਸ ਦੇ ਵਿਚਾਰਾਂ ਨੂੰ ਧਾਰਨ ਕਰ ਲੈਣਾ, ਉਹਦੇ ਦਿਦਾਰੇ। ਸਾਧ ਸੰਗਤ ਜੀ ਆਪਾਂ ਇੱਥੇ ਆਏ ਹਾਂ ਹੁਣ। ਇੱਕ ਤਾਂ ਗੁਰੂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹੀ ਸਾਨੂੰ ਸਾਡੇ ਕਿੰਨੇ ਪਾਪਾਂ ਨੂੰ ਕੱਟ ਦਿੰਦੀ ਹੈ। ਫਿਰ ਸਤਿਗੁਰੂ ਦੇ ਦਿਦਾਰੇ, ਮਹਾਰਾਜ ਕਹਿੰਦੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ। ਇੱਕ ਜਨਮ ਦੀ ਨਹੀਂ, ਜਨਮ ਜਨਮ ਦੀ। ਕਿੰਨੇ ਸਾਡੇ ਪਾਪ ਗੁਰੂ ਦੇ ਦਿਦਾਰੇ ਕਰਦਿਆਂ ਸਾਰ ਹੀ ਦਗਧ ਹੋ ਜਾਂਦੇ ਨੇ। ਸਾਡੀ ਬਦਕਿਸਮਤੀ ਖੁਸ਼ਕਿਸਮਤੀ ਦੇ ਵਿੱਚ ਬਦਲ ਜਾਂਦੀ ਹੈ। ਫਿਰ ਜਿਹੜੀਆਂ ਇੱਥੋਂ ਅਸੀਂ ਵਾਈਬ੍ਰੇਸ਼ਨ ਲੈ ਕੇ ਜਾਂਦੇ ਹਾਂ, ਹਉਮੈ ਦੀ ਮੈਲ ਦੇ ਕੁਛ ਛੌੜ ਕੱਟੇ ਜਾਂਦੇ ਨੇ ਇੱਥੇ ਆ ਕੇ। ਫਿਰ ਹੌਲੀ ਹੌਲੀ ਜਿਹੜਾ ਹੈ ਰਹਿਤ ਰਹਿਤ ਰਹਿ ਜਾਹੇ ਬਕਾਰਾ। ਫਿਰ ਹੌਲੀ ਹੌਲੀ ਕੀ ਰੰਗ ਲਾਗਤ 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 ਹੈ, ਲੱਗ ਜਾਂਦਾ ਰੰਗ। ਹੌਲੀ ਹੌਲੀ ਲੱਗਦਾ ਹੈ। ਹੌਲੀ ਹੌਲੀ ਚੜਿਆ ਹੋਇਆ ਰੰਗ ਸਦੀਵੀ ਹੁੰਦਾ ਸਾਧ ਸੰਗਤ ਜੀਓ। ਇੱਕਦਮ ਚੜਿਆ ਹੋਇਆ ਰੰਗ ਕਈ ਵਾਰੀ ਉੱਤਰ ਵੀ ਛੇਤੀ ਜਾਂਦਾ। ਹੌਲੀ ਹੌਲੀ ਚੜਿਆ ਹੋਇਆ ਰੰਗ ਆਮ ਕਰਕੇ ਤੁਸੀਂ ਲਲਾਰੀਆਂ ਨੂੰ ਦੇਖੋ, ਉਹ ਇੱਕ ਵਾਰੀ ਨਹੀਂ, ਉਹਨੂੰ ਨਾ ਪਾਉਂਦੇ ਨੇ, ਫਿਰ ਕਈ ਵਾਰੀ ਕੱਢਦੇ ਨੇ, ਫਿਰ ਉਹਨੂੰ ਦੱਬ ਕੇ ਦੇਖਦੇ ਨੇ ਇਹ ਮੈਚ ਨਹੀਂ ਕਰ ਰਿਹਾ, ਫਿਰ ਉਹਨੂੰ ਪਾਉਂਦੇ ਨੇ, ਫਿਰ ਕੱਢਦੇ ਨੇ, ਫਿਰ ਪਾਉਂਦੇ ਨੇ, ਕਈ ਵਾਰੀ ਉਹਦੇ ਵਿੱਚ ਪਾਉਂਦੇ ਨੇ, ਭੱਠੀ 'ਤੇ ਰੱਖਦੇ ਨੇ ਉਹਨੂੰ, ਫਿਰ ਉਹ ਰੰਗ ਚੜ੍ਹ ਜਾਂਦਾ ਹੈ, ਐਸਾ ਚੜ੍ਹਦਾ। ਫਿਰ ਜਿਹੜਾ ਨਾ ਉਹਦਾ ਧਾਗਾ ਧਾਗਾ ਤਾਰ ਤਾਰ ਬਿਲਕੁਲ ਓਤ ਪੋਤ ਰੰਗਿਆ ਜਾਂਦਾ। ਕੋਈ ਵੀ ਧਾਗਾ ਉਹਦਾ ਰੰਗ ਤੋਂ ਸੱਖਣਾ ਨਹੀਂ ਰਹਿੰਦਾ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰੇਮ ਦੇ ਨਾਲ ਗੁਰੂ ਦੀ ਸੰਗਤ ਕਰਦੇ ਹਾਂ, ਸ਼ਰਧਾ ਭਾਵਨਾ ਦੇ ਨਾਲ ਗੁਰੂ ਦੀ ਸੰਗਤ ਕਰਦੇ ਹਾਂ, ਸਾਡੀ ਨਾੜ ਨਾੜ ਕੀ ਗਿਆਨ ਇੰਦਰੇ, ਕੀ ਕਰਮ ਇੰਦਰੇ, ਕੀ ਬੁੱਧੀ, ਕੀ ਮਤ, ਕੀ ਅਕਲ, ਕੀ ਸਾਡੀ ਸੋਚ, ਕੀ ਸਾਡੇ ਖਿਆਲ, ਕੀ ਸਾਡੀ ਸਿਮਰਤੀ, ਸਭ ਕੁਛ ਹੀ ਰੰਗਿਆ ਜਾਂਦਾ ਉਹਦੇ ਪ੍ਰੇਮ ਦੇ ਵਿੱਚ। ਉਹਦੇ ਪ੍ਰੇਮ 'ਚ ਸਾਰਾ ਕੁਛ ਹੀ ਰੰਗਿਆ ਜਾਂਦਾ। ਜਦੋਂ ਪ੍ਰੇਮ 'ਚ ਰੰਗਿਆ ਜਾਂਦਾ ਸਾਧ ਸੰਗਤ ਜੀ, ਫਿਰ ਕੋਈ ਦੂਸਰੀ ਗੱਲ ਮੂੰਹ 'ਚੋਂ ਨਹੀਂ ਨਿਕਲਦੀ। ਜਦੋਂ ਪੜ੍ਹਦੇ ਹੁੰਦੇ ਸੀ ਨਾ, ਉਹ ਪੜ੍ਹਦੇ ਸੀ ਲੈਲਾ ਅਤੇ ਮਜਨੂੰ, ਜਿਹਦਾ ਜ਼ਿਕਰ ਪਰਮ ਪੂਜਨੀਕ ਵਿਦਵਾਨ ਸਾਡੇ ਭਾਈ ਗੁਰਦਾਸ ਜੀ ਨੇ ਵੀ ਕੀਤਾ। ਮਜਨੂੰ ਲੈਲਾ ਦੇ ਪਿਆਰ ਦੇ ਵਿੱਚ ਇੰਨਾ ਕੁ ਰੰਗਿਆ ਗਿਆ, ਇੰਨਾ ਕੁ ਰੰਗਿਆ ਗਿਆ, ਜਿੱਥੇ ਉਹ ਖੜ ਜਾਂਦਾ ਸੀ ਉੱਥੇ ਉਹਦਾ ਧਿਆਨ ਬਸ ਉਹ ਨਾ ਦੁਨੀਆ ਤੋਂ ਸੁੱਧ ਬੁੱਧ ਖੋ ਬਹਿੰਦਾ ਸੀ। ਬਸ ਲੈਲਾ 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 ਰੱਟਦਾ ਰਹਿੰਦਾ ਸੀ। ਇੱਕ ਵਾਰੀ ਉਹ ਖੜਾ ਕਿਤੇ ਬਾਹਰ ਗਿਆ, ਉਹ ਖੜਾ ਜਿਹੜੇ ਪੋਸਚਰ ਦੇ ਵਿੱਚ ਖੜਾ ਸੀ ਉਹ ਐਂ ਖੜਾ ਟੇਢਾ ਜਾ, ਮੂੰਹ ਹਨੇਰੇ ਲੱਕੜਹਾਰਾ ਗਿਆ। ਲੱਕੜਹਾਰੇ ਨੇ ਦੇਖਿਆ ਉਹ ਸੁੱਕੇ ਦਰਖਤ ਵੱਢਣੇ ਸੀ। ਉਹਨੇ ਦੇਖਿਆ ਵੀ ਆਹ ਦਰਖਤ ਦੇ ਕੋਈ ਟਾਹਣੀ ਨਹੀਂ, ਕੋਈ ਪੱਤਰ ਨਹੀਂ, ਬਈ ਇਹ ਦਰਖਤ ਹੈ। ਚੱਲ ਕਹਿੰਦਾ ਮੈਂ ਦੇਖ ਲਾਂ ਵੀ ਸਿਉਂਕਿਆ ਤਾਂ ਨਹੀਂ ਹੈ, ਕਿਤੇ ਸਿਉਂਕਦਾ ਤਾਂ ਨਹੀਂ ਖਾਧਾ ਹੋਇਆ ਇਹ। ਉਹਨੇ ਨਾ ਉਹਦੇ ਪੁੱਠਾ ਕਹਾੜਾ ਮਾਰ ਕੇ ਦੇਖਿਆ ਵੀ ਆਵਾਜ਼ ਤੋਂ ਪਤਾ ਲੱਗ ਜਾਂਦਾ। ਜਦੋਂ ਉਹਨੇ ਆਵਾਜ਼ ਮਾਰੀ ਉਹ ਕਹਿੰਦਾ ਲੈ ਲਾ। ਕਿਤੇ ਮੈਂ ਸੋਚਿਆ ਮੈਂ ਹਜੇ ਕਿਤੇ ਆਪਣੇ ਵਰਗੇ ਦੇ ਮਾਰਿਆ ਹੁੰਦਾ ਨਾ, ਪਹਿਲਾਂ ਮੋਟੀ ਜਿਹੀ ਗਾਲ ਕੱਢਣੀ ਸੀ ਉਹਨੂੰ, ਤੈਨੂੰ ਦਿੰਦਾ ਨਹੀਂ ਹੈ, ਅੱਖਾਂ ਫੁੱਟੀਆਂ ਤੇਰੀਆਂ। ਜਾਂ ਫਿਰ ਵੱਧ ਤੋਂ ਵੱਧ ਹਾਏ ਮਾਂ ਕਹਿਣਾ ਸੀ, ਹਾਏ ਬਾਪੂ ਕਹਿ ਦਿੰਦੇ। ਇਹ ਹੈ ਰੰਗਿਆ ਹੋਇਆਂ ਦੀ ਗੱਲ। ਗੁਰਮੁਖ ਪਿਆਰਿਆਂ ਨੂੰ ਜਦੋਂ ਕਿਤੇ ਭੁੱਖ ਲੱਗਦੀ ਸੀ ਨਾ, ਸਤਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਸੀ, ਸਤਿਗੁਰੂ ਅੱਜ ਮੇਰੇ ਕੋਈ ਇਹ ਜਿਹੜਾ ਖਾਣਾ ਉਹ ਮੇਰੇ ਸਰੀਰ 'ਚ ਵਿਕਾਰ ਪੈਦਾ ਕਰ ਸਕਦਾ ਹੋਣਾ, ਤੁਸੀਂ ਅੰਤਰਜਾਮੀ ਹੋ, ਇਸ ਕਰਕੇ ਅੱਜ ਮੈਨੂੰ ਕੜਾਕਾ ਲਾਇਆ। ਅੱਜ ਕੜਾਕਾ ਲਾਇਆ ਨਾ ਜਿਹੜਾ, ਇਹਦੇ ਵਿੱਚ ਮੇਰਾ ਭਲਾ ਹੈ। ਜੇ ਕਿਤੇ ਪੁਸ਼ਾਕਾ ਮਿਲ ਜਾਣਾ ਫਿਰ ਵੀ ਸ਼ੁਕਰਾਨਾ ਕਰਨਾ। ਸਾਧ ਸੰਗਤ ਜੀ, ਸਿੱਖ ਦਾ ਇਹ ਨਿੱਤ ਕਰਮ ਹੈ। ਪ੍ਰਸ਼ਾਦਾ ਮੂਹਰੇ ਆਉਂਦਾ ਤਾਂ ਵੀ ਉਹਦਾ ਸ਼ੁਕਰਾਨਾ ਕਰਨਾ। ਬਸਤਰ ਆਪਾਂ ਧੋਤੇ ਹੋਏ ਪਾਉਂਦੇ ਹਾਂ, ਉਜਲੇ ਬਸਤਰ ਪਾਉਂਦੇ ਹਾਂ, ਫਿਰ ਵੀ ਉਹਦਾ ਸ਼ੁਕਰਾਨਾ ਕਰਨਾ। ਦਾਤਿਆ ਆਹ ਮੈਲੇ ਕੱਪੜਿਆਂ ਵਾਲੇ ਕਿੰਨੇ ਫਿਰਦੇ ਨੇ ਦੁਨੀਆ ਦੇ ਵਿੱਚ, ਮੇਰੇ ਪ੍ਰੀਤਮ ਤੂੰ ਦੇਖ ਧੋਤੇ ਹੋਏ ਬਸਤਰ ਤੂੰ ਮੈਨੂੰ ਬਖਸ਼ੇ ਨੇ। ਨਵਾਂ ਬਸਤਰ ਮਿਲਦਾ ਦਾਤਿਆ, ਇਹ ਬਸਤਰ ਬਖਸ਼ਿਆ, ਇਹ ਨਵਾਂ ਦਸਤਾਰਾ ਬਖਸ਼ਿਆ। ਗਰੀਬ ਨਵਾਜ ਕਿਰਪਾ ਕਰੀ ਨੂੰ ਦਾਗ ਨਾ ਲਾਦ ਬੈਠਾ ਮੈਂ ਕਿਤੇ ਮੂਰਖ ਬੰਦਾ। ਇਹ ਜਾਮਾ ਬਖਸ਼ਿਆ, ਕੱਪੜੇ ਬਖਸ਼ੇ ਨੇ, ਬਸਤਰ ਬਖਸ਼ੇ ਨੇ। ਸਤਿਗੁਰੂ ਮੇਰੇ ਪਰਦੇ ਕੱਜ ਕੇ ਰੱਖੀ, ਮੇਰੇ ਤੇ ਮਿਹਰ ਕਰੀ ਮੇਰੇ ਪ੍ਰੀਤਮ। ਭੋਜਨ ਆਇਆ ਮੇਰੇ ਗਰੀਬ ਨਵਾਜ, ਇਹ ਭੋਜਨ ਬਖਸ਼ਿਆ ਤੂੰ। ਮੇਰੇ ਅੰਦਰ ਦੀ ਤ੍ਰਿਪਤੀ ਲੱਗਿਆ ਕਰਨ ਮੇਰੇ ਗਰੀਬ ਨਵਾਜ ਕਿਰਪਾ ਕਰਨੀ ਹੈ। ਭਜਨ ਵੀ ਬਖਸ਼ਣਾ, ਭਜਨ ਦੀ ਵੀ ਦਾਤ ਮੇਰੇ ਪੱਲੇ ਪਾਉਣੀ ਹੈ, ਮੇਰੀ ਝੋਲੀ ਪਾਉਣੀ ਹੈ। ਬਸ ਸਿੱਖ ਨੇ ਹਮੇਸ਼ਾ ਸ਼ੁਕਰਾਨੇ 'ਚ ਹੀ ਰਹਿਣਾ, ਉਹਦੇ 'ਚ ਉਹਦੇ ਪ੍ਰੇਮ 'ਚ ਹੀ ਭਿੱਜੇ ਰਹਿਣਾ ਹੈ। ਕੋਈ ਆਪਾਂ
ਸਕੂਟਰ 'ਤੇ, ਮੋਟਰਸਾਈਕਲ 'ਤੇ, ਕਾਰ 'ਤੇ ਚੜ੍ਹਦੇ ਹਾਂ। ਸ਼ੁਕਰਾਨਾ ਕਰਨਾ ਮੇਰੇ ਦਾਤਿਆ। ਉਹ ਵਿਚਾਰਾ ਪੈਦਲ ਤੁਰਿਆ ਜਾ ਰਿਹਾ ਹੈ, ਨਾਲੇ ਉਹ ਲੰਗੜਾ ਹੈ, ਨਾਲੇ ਉਹਦੇ ਪੈਰ 'ਚ ਜੁੱਤੀ ਵੀ ਨਹੀਂ ਹੈ। ਮੇਰੇ ਤਾਂ 3-4 ਹਜ਼ਾਰ ਦੇ ਬੂਟ ਪਾਏ ਹੋਏ ਨੇ, ਆਹ ਕਿੰਨੀਆਂ ਮਹਿੰਗੀਆਂ ਜੁਰਾਬਾਂ ਪਾਈਆਂ ਨੇ, ਕਿੰਨਾ ਮਹਿੰਗਾ ਮੈਂ ਸੂਟ ਪਾਇਆ ਹੋਇਆ ਹੈ। ਮੇਰੇ ਪ੍ਰੀਤਮ ਤੇਰੀ ਕਿੰਨੀ ਕਿਰਪਾ ਹੈ, ਫਿਰ ਵੀ ਤੂੰ ਮੈਨੂੰ ਮਹਿੰਗੀ ਕਾਰ ਬਖਸ਼ੀ ਹੈ, ਫਿਰ ਵੀ ਤੂੰ ਮੈਨੂੰ ਇਹ 2 ਵੀਲਰ ਬਖਸ਼ਿਆ ਹੋਇਆ ਹੈ, ਤੇਰੀ ਕਿੰਨੀ ਕਿਰਪਾ ਹੈ। ਬਸ ਉਹਦਾ ਸ਼ੁਕਰਾਨੇ 'ਚ ਹੀ ਭੇਜੇ ਰਹਿਣਾ। ਸਾਧ ਸੰਗਤ ਜੀ, ਅਸੀਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਨਹੀਂ ਕਰ ਸਕਦੇ, ਨਹੀਂ ਗਿਣਤੀ ਕਰ ਸਕਦੇ। ਜਿਵੇਂ ਨਾ ਮੱਛੀ ਨੂੰ ਜਿੰਨੀ ਦੇਰ ਸਮੁੰਦਰ 'ਚ ਰਹਿੰਦੀ ਹੈ ਉਨੀ ਦੇਰ ਉਹਨੂੰ ਸਮੁੰਦਰ ਦੀ ਸਾਰ ਨਹੀਂ ਹੁੰਦੀ, ਸਮੁੰਦਰ ਦੀ ਕਦਰ ਨਹੀਂ ਹੁੰਦੀ ਉਹਨੂੰ। ਉਹ ਪਰਸਲਟੇ ਮਾਰਦੀ ਹੈ, ਛਾਲਾਂ ਮਾਰਦੀ ਹੈ, ਨੱਚਦੀ ਹੈ, ਟੱਪਦੀ ਹੈ, ਦੌੜਦੀ ਹੈ ਸਮੁੰਦਰ ਦੇ ਵਿੱਚ। ਜਦੋਂ ਕਿਤੇ ਮਛੇਰੇ ਦੇ ਜਾਲ 'ਚ ਫਸ ਕੇ ਉਹ ਬਾਹਰ ਨਿਕਲਦੀ ਹੈ ਨਾ, ਫਿਰ ਉਹਨੂੰ ਸਮੁੰਦਰ ਦੀ ਕਦਰ ਪੈਦਾ। ਓਹੋ, ਇਹ ਤਾਂ ਮੇਰਾ ਜੀਵਨ ਸੀ, ਇਹ ਤਾਂ ਮੇਰਾ ਜੀਵਨ ਸੀ, ਤਾਂ ਮੇਰੇ ਪ੍ਰਾਣ ਦਾ ਆਧਾਰ ਸੀ ਸਾਗਰ, ਤਾਂ ਮੈਂ ਤਾਂ ਇਹਦੀ ਕਦਰ ਹੀ ਨਹੀਂ ਕੀਤੀ ਹੈ। ਬਿਲਕੁਲ ਇਸੇ ਤਰ੍ਹਾਂ ਹੁਣ ਅਸੀਂ ਉਹਦੀ ਕਿਰਪਾ ਦੇ ਛਾਇਆਵਾਨ ਹੇਠ ਵਿਚਰ ਰਹੇ ਹਾਂ, ਉਹਦੀ ਮਿਹਰ ਦੇ ਤੰਬੂ ਹੇਠਾਂ ਅਸੀਂ ਛਾਂ ਮਾਣ ਰਹੇ ਹਾਂ, ਉਹਦੀ ਕਦਰ ਨਹੀਂ ਕਰ ਰਹੇ। ਜਿੱਦੇ ਕਿਤੇ ਪਾਪਾਂ ਬਕਾਰਾਂ ਦੀ ਧੁੱਪ ਲੱਗੇਗੀ, ਜਿੱਦੇ ਕਿਤੇ ਜਮਦੂਤਾਂ ਨੇ ਸਾਨੂੰ ਫਿਰ ਲੈ ਕੇ ਜਾਣਾ ਉਧਰ ਨੂੰ, ਫਿਰ ਉਹਦੇ ਕਦਰ ਪਏਗੀ। ਮਹਾਰਾਜ ਮੈਂ ਤਾਂ ਐਵੇਂ ਅਕਿਰਤ ਘਣੇ ਰਿਹਾ। ਦੱਸਦੇ ਨੇ, ਕਹਿੰਦੇ ਕੱਕੇ ਰੇਤ ਦਾ ਬਹੁਤ ਮਾਰੂ ਥਲ ਆਉਂਦਾ ਅੱਗੇ, ਜਿੱਥੋਂ ਦੀ ਲੈ ਕੇ ਜਾਂਦੇ ਨੇ ਜਮਦੂਤ। ਇੱਕ ਅਸ ਪੱਤਰ ਆਉਂਦਾ, ਅਸ ਪੱਤਰ, ਅਸ ਕਹਿੰਦੇ ਤਲਵਾਰ ਨੂੰ, ਤਲਵਾਰਾਂ ਵਰਗੇ ਤਿੱਖੇ ਪੱਤਰਿਆਂ ਦਾ ਜੰਗਲ, ਅਸ ਪੱਤਰ ਜੰਗਲ ਆਉਂਦਾ। ਉਹ ਲੰਘਦਾ ਨਾ ਬੰਦਾ, ਉਹ ਤਲਵਾਰਾਂ ਵਾਂਗੂ ਫੱਟ ਮਾਰਦੇ ਨੇ ਐਨ, ਬੜੇ ਦੁਖਦਾਈ। ਫਿਰ ਬੈਤਰਨੀ ਨਦੀ ਆਉਂਦੀ ਹੈ, ਬੜਾ ਕੁਛ ਆਉਂਦਾ ਰਾਹ ਦੇ ਵਿੱਚ। ਫਿਰ ਇਹ ਪਰਮਾਤਮਾ ਦਾ ਨਾਮ ਹੀ ਸਾਨੂੰ ਪਾਰ ਲੰਘਾਉਂਦਾ। ਨਹੀਂ ਤਾਂ ਉੱਥੇ ਕੋਈ ਕੱਕੇ ਰੇਤ 'ਚ ਹੀ ਮੱਚ ਜਾਂਦੀ ਹੈ ਆਤਮਾ ਉਹਦੀ, ਉੱਥੇ ਸੜ ਦੁਖੀ ਹੁੰਦੀ ਹੈ, ਦੁੱਖ ਭੋਗਦਾ। ਕਿਤੇ ਘੁੱਪ ਹਨੇਰਾ ਆਉਂਦਾ, ਕਿਤੇ ਬੈਤਰਨੀ ਨਦੀ ਆਉਂਦੀ ਹੈ, ਕਿਤੇ ਫਿਰ ਅਸ ਪੱਤਰ ਜੰਗਲ ਆਉਂਦਾ, ਅਸ ਪੱਤਰ ਬਣ ਕਹਿੰਦੇ ਨੇ, ਬਹੁਤ ਕੁਛ ਆਉਂਦਾ। ਹੁਣ ਗਰੀਬ ਨਵਾਜ ਕਹਿੰਦੇ ਜਿਹੜਾ ਮਾਇਆ ਦਾ ਮੋਹ ਹੈ, ਇਹ ਸਭ ਸਵਾਦ ਹੀ ਨਹੀਂ ਆਈਆਂ। ਫਿਰ ਬੰਦੇ ਨੂੰ ਪਤਾ ਲੱਗਦਾ, ਯਾਰ ਇਹ ਤਾਂ ਮੈਂ ਤਾਂ ਐਵੇਂ ਖਪਦਾ ਰਿਹਾ ਇਹਨਾਂ 'ਚ, ਇਹ ਤਾਂ ਮੇਰੇ ਕਿਸੇ ਕੰਮ ਦੀ ਕੋਈ ਚੀਜ਼ ਨਹੀਂ ਸੀ, ਇਹ ਤਾਂ ਮੇਰਾ ਕੋਈ ਫਾਇਦਾ ਨਹੀਂ ਕੀਤਾ ਹੈਗਾ। ਅੱਗੇ ਰਹਾਉ ਦੀਆਂ ਪੰਗਤੀਆਂ ਤੇ ਸਤਿਗੁਰੂ ਕਹਿੰਦੇ ਨੇ, ਮੇਰੇ ਸਾਜਣ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ, ਪੂਰਨ ਹੋਵੈ ਘਾਲ। ਹੇ ਮੇਰੇ ਸੱਜਣ ਜੀ, ਹੇ ਮੇਰੇ ਮਿੱਤਰਾ, ਹੇ ਮੇਰੇ ਮਿੱਤਰ ਮਨਾ, ਪਰਮਾਤਮਾ ਦੇ ਨਾਮ ਨੂੰ ਸੰਭਾਲ। ਸੰਭਾਲ ਮੰਮੇ ਨੂੰ ਭਾਰੀ ਕਰਕੇ ਬੋਲਣਾ, ਸੰਭਾਲ ਉਹਦੇ ਭਾਵ ਉਸ ਨੂੰ ਯਾਦ ਕਰ, ਉਸ ਦਾ ਸਿਮਰਨ ਕਰ, ਪਰਮਾਤਮਾ ਦੇ ਨਾਮ ਦਾ। ਸਾਧ ਸੰਗਤ ਜੀ, ਉਹਦੇ ਨਾਲ ਕੀ ਹੁੰਦਾ? ਸਾਡੇ ਗੁਰਮੰਤਰ ਦੇ ਵਿੱਚ ਸ਼ੁਕਰਾਨਾ ਵੀ ਹੈ, ਜੋ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਵਾਹਿਗੁਰੂ ਗੁਰਮੰਤਰ ਬਖਸ਼ਿਆ, ਉਹਦੇ ਵਿੱਚ ਸ਼ੁਕਰਾਨਾ ਵੀ ਹੈ, ਤੇ ਉਹਦੇ ਵਿੱਚ ਬੇਨਤੀ ਵੀ ਹੈ, ਉਹਦੇ ਵਿੱਚ ਉਹਦੀ ਯਾਦ ਵੀ ਹੈ। ਗਰੀਬ ਨਵਾਜ ਨੇ ਸਾਨੂੰ ਸੰਪੂਰਨ ਗੁਰਮੰਤਰ ਬਖਸ਼ਿਸ਼ ਕੀਤਾ। ਉਹ ਪਰਮਾਤਮਾ ਦੇ ਨਾਮ ਨੂੰ ਸੰਭਾਲ, ਗੁਰੂ ਦੀ ਸੰਗਤ ਦੇ ਰਾਹੀਂ ਉਹਦਾ ਨਾਮ ਜਦੋਂ ਮਨ 'ਚ ਵਸ ਜਾਂਦਾ ਨਾ, ਸਾਧੂ ਸੰਗਤ ਮਨ ਵਸੈ, ਨੰਨ ਨੂੰ ਫੇਰ ਸਿਹਾਰੀ ਆਈ ਹੈ। ਗੁਰੂ ਦੀ ਸੰਗਤ ਰਾਹੀਂ ਜਦੋਂ ਇਹ ਨਾਮ ਹਰੀ ਦਾ ਨਾਮ ਮਨ 'ਚ ਵਸ ਜਾਂਦਾ ਨਾ, ਫਿਰ ਕਿਹਾ ਪੂਰਨ ਹੋਵੇ ਘਾਲ, ਤੇਰੀ ਘਾਲਣਾ ਸੰਪੂਰਨ ਹੋ ਜਾਵੇਗੀ। ਤੇਰਾ ਕੰਮ, ਆਪਾਂ ਕਹਿੰਦੇ ਨਾ ਯਾਰ ਤੇਰਾ ਕੰਮ, ਕਹਿੰਦੇ ਜੀ ਅਜੇ ਪੂਰਾ ਨਹੀਂ ਹੋਇਆ, ਥੋੜ੍ਹਾ ਜਿਹਾ ਰਹਿ ਗਿਆ। ਆਪਾਂ ਆਮ ਕਰਕੇ ਕਹਿੰਦੇ ਨਾ ਮੇਰਾ ਕੰਮ ਫਿਨਿਸ਼ ਨਹੀਂ ਹੋਇਆ, ਪੂਰਾ ਨਹੀਂ ਹੋਇਆ। ਫਿਰ ਜਿਹੜਾ ਤੇਰੇ ਇੱਥੇ ਸੰਸਾਰ 'ਚ ਆਉਣ ਦਾ ਪ੍ਰਯੋਜਨ ਹੈ ਨਾ, ਉਹ ਤੇਰੀ ਘਾਲਣਾ ਉਹ ਸੰਪੂਰਨ ਹੋ ਜਾਏਗੀ, ਤੇਰਾ ਉਦੇਸ਼ ਸੰਪੂਰਨ ਹੋ ਜਾਏਗਾ। ਸਾਧ ਸੰਗਤ ਜੀ, ਜਦੋਂ ਆਪਾਂ ਕੋਈ ਕੰਮ ਸੰਪੂਰਨ ਕਰਦੇ ਹਾਂ ਨਾ, ਜੇ ਆਪਾਂ ਮੁਲਾਜ਼ਮ ਤਾਂ ਅਫਸਰ ਸ਼ਾਬਾਸ਼ ਦਿੰਦਾ, ਜੇ ਆਪਾਂ ਘਰੇ ਕੰਮ ਕਰਦੇ ਹਾਂ ਤਾਂ ਸੱਸ ਕਹਿੰਦੀ ਹੈ ਲੈ ਅੱਜ ਤਾਂ ਮੇਰੀ ਨੂੰਹ ਰਾਣੀ ਨੇ ਸਾਰਾ ਕੰਮ ਨਿਬੇੜਤਾ, ਸ਼ਾਬਾਸ਼ੇ ਮਿਲਦੀ ਹੈ। ਜੇ ਕੰਮ ਅਧੂਰਾ ਪਿਆ ਹੋਵੇ ਨਾ, ਫਿਰ ਗਾਲਾਂ ਪੈਂਦੀਆਂ ਨੇ, ਆਹ ਕੀ ਗਿੱਲਾ ਪੀਣ ਜਾਂ ਪਾਈ ਬੈਠੀਆਂ, ਨਿਬੇੜ ਨਹੀਂ ਸਕਦੀ, ਹੱਥ ਟੁੱਟੇ ਨੇ ਤੇਰੇ, ਫਿਰ ਦੂਸਰੀ ਤਰ੍ਹਾਂ ਦਾ ਮਿਲਦਾ। ਗਰੀਬ ਨਵਾਜ਼ ਸਾਡੇ ਤੇ ਕਿਰਪਾ ਕਰਨ ਸਾਰਿਆਂ ਤੇ, ਅਸੀਂ ਇਹ ਕਾਰਜ ਨੂੰ ਸੰਪੂਰਨ ਕਰਕੇ ਜਾਈਏ, ਅਧੂਰਾ ਛੱਡ ਕੇ ਨਾ ਜਾਈਏ। ਅੱਗੇ ਰਹਾਉ ਤੋਂ ਬਾਅਦ ਸਤਿਗੁਰੂ ਫਰਮਾ ਰਹੇ ਨੇ, ਗੁਰ ਸਮਰੱਥ ਅਪਾਰ ਗੁਰ, ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ, ਗੁਰ ਜੀਵੜ ਅਵਰਣਾ ਕੋਏ, ਗੁਰ ਕਰਤਾ
गुर करण हार, गुरमुख सच्ची सोए, गुर ते बाहर किछ नहीं, गुर कीता लोड़े सो होए। साध संगत जी, एक बेनती है, ਜਦੋਂ ਆਪਣੀ ਅਖੰਡ ਪਾਠ ਸਾਹਿਬ ਦੇ ਵਿੱਚ ਰੌਲ ਹੁੰਦੀ ਆ, ਉਹ ਤਾਂ ਸਾਡੀ ਮਜਬੂਰੀ ਹੁੰਦੀ ਆ। ਅਸੀਂ ਨੇ 30 ਅੰਗ ਕਰਨੇ ਹੁੰਦੇ ਨੇ, ਅਸੀਂ ਸਪੀਡ ਤੇ ਪਾਠ ਕਰਨਾ ਹੀ ਹੁੰਦਾ। ਤੁਹਾਨੂੰ ਬੇਨਤੀ ਹੈ ਕਿ ਮੈਨੂੰ ਵੀ ਅਸੀਸ ਦਿਓ ਨਾਲ, ਜਦੋਂ ਆਪਾਂ ਘਰੇ ਪਾਠ ਕਰੀਏ, ਬਹੁਤਿਆਂ ਅੰਗਾਂ ਦੀ ਕੋਈ ਜ਼ਿਆਦਾ ਮਹਾਨਤਾ ਨਹੀਂ ਕਿ ਜੀ ਅੱਜ ਮੈਂ 60 ਅੰਗ ਕੀਤੇ ਨੇ ਜੀ ਦਿਨ 'ਚ, ਅੱਜ ਮੈਂ 100 ਅੰਗ ਕੀਤਾ ਜਾਂ ਮੈਂ ਹਫ਼ਤੇ 'ਚ ਭੋਗ ਪਾ ਦਿੰਦਾ, ਉਹਦੀ ਕੋਈ ਜ਼ਿਆਦਾ ਮਹਾਨਤਾ ਨਹੀਂ। ਅੰਗ ਚਾਹੇ 10 ਕਰ ਲਓ, ਅੰਗ ਚਾਹੇ 5 ਕਰ ਲਓ, ਅੰਗ ਚਾਹੇ 1 ਕਰ ਲਓ, ਪਰ ਨਾ ਐ ਸਮਝ ਕੇ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ, ਗੁਰ ਜੇਵੜ ਅਵਰਣਾ ਕੋਏ। ਐ ਸਮਝ ਕੇ ਸਵਾਦ ਲੈ ਕੇ ਪਾਠ ਕਰਨਾ। ਕਿਉਂਕਿ ਫਿਲਾਸਫੀ ਦਾ ਰੂਲ ਹੈ ਇੱਕ, ਜਿਹੜੀ ਚੀਜ਼ ਦਾ ਅਸੀਂ ਆਨੰਦ ਮੰਨਣਾ ਨਾ, ਫਰਜ਼ ਕਰ ਲਓ ਅਸੀਂ ਪਹਾੜਾਂ 'ਤੇ ਜਾਂ ਜੰਗਲ ਦੇ ਵਿੱਚ ਜਾਂ ਕਿਸੇ ਫੁੱਲਾਂ ਦੇ ਬਗੀਚੇ 'ਚ ਕਾਰ 'ਤੇ, ਸਕੂਟਰ, ਮੋਟਰਸਾਈਕਲ 'ਤੇ ਵਿਚਰਦੇ ਹਾਂ, ਅਸੀਂ ਉਹਦਾ ਓਨਾ ਆਨੰਦ ਨਹੀਂ ਮਾਣ ਸਕਾਂਗੇ ਜਿੰਨਾ ਫਿਰ ਅਸੀਂ ਪੈਦਲ ਚੱਲਦਿਆਂ ਹੋਇਆਂ ਹੌਲੀ ਹੌਲੀ, ਲੈ ਆ ਉਰੇ ਪਿੰਕ ਰੋਜ਼ ਹੈ, ਆ ਉਰੇ ਜਿਹੜਾ ਗੁਲਾਬੀ ਗੁਲਾਬ ਹੈ, ਉਰੇ ਚਿੱਟਾ ਗੁਲਾਬ ਹੈ, ਇੱਥੇ ਫਲਾਣਾ ਹੈ, ਇੱਥੇ ਆ ਉਰੇ ਗੇਂਦਾ ਖਿੜਿਆ ਹੋਇਆ। ਆਪਾਂ ਭੋਜਨ ਵੀ ਖਾਂਦੇ ਹਾਂ ਨਾ, ਜੇ ਉਹਦਾ ਪੂਰਾ ਲੁਤਫ ਉਠਾਉਣਾ ਅਤੇ ਪੂਰਾ ਫਾਇਦਾ ਉਠਾਉਣਾ, ਉਸ ਦਾ ਉਹਨੂੰ ਨਾ ਇੱਕ ਬੁਰਕੀ ਲੈ ਕੇ, ਜਿਵੇਂ ਬਾਬਾ ਜੀ ਆਪਾਂ ਨੂੰ ਕਿੰਨੇ ਵਾਰੀ ਦੱਸ ਚੁੱਕੇ ਨੇ ਅਤੇ ਦੱਸਦੇ ਰਹਿੰਦੇ ਨੇ, ਉਸ ਨੂੰ 32 ਵਾਰੀ ਚੱਬ ਲੈਣੀ ਹੈ। ਜੇ 32 ਵਾਰੀ ਨਹੀਂ, ਘੱਟੋ ਘੱਟ ਕੋਈ 20 ਵਾਰੀ 30 ਵਾਰੀ ਚੱਬਣੀ ਹੈ। ਉਹਨੂੰ ਚੱਬ ਕੇ ਜੇ ਹੋ ਸਕਦਾ ਤਾਂ ਵਾਹਿਗੁਰੂ ਦਾ ਨਾਲ ਗੁਰਮੰਤਰ ਦਾ ਜਾਪ ਕਰੀ ਜਾਣਾ। ਕਈ ਗੁਰਮੁਖਾਂ ਦੇ ਜੀਵਨਾਂ ਬਾਰੇ ਪੜ੍ਹਿਆ, ਉਹ ਪ੍ਰਸ਼ਾਦਾ ਛਕਦੇ ਸੀ ਹੌਲੀ ਹੌਲੀ, ਪ੍ਰਸ਼ਾਦਾ ਤਾਂ ਉਹਨਾਂ ਨੇ 1-2 ਹੀ ਛਕਣੇ ਹੁੰਦੇ ਸੀ, ਕਹਿੰਦੇ ਪੂਰਾ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰ ਦਿੰਦੇ ਸੀ ਪ੍ਰਸ਼ਾਦਾ ਛਕਦਿਆਂ। ਮੂੰਹ ਦੇ ਵਿੱਚ ਹੀ ਅੰਮ੍ਰਿਤ ਬਣ ਜਾਣਾ ਸੀ ਜਿਹੜਾ ਅੰਦਰ ਭੋਜਨ ਜਾਣਾ। ਸਾਧ ਸੰਗਤ ਜੀ, ਫਿਰ ਪਾਪ ਵਿਕਾਰ ਅੰਦਰ ਕਿਵੇਂ ਰਹਿਣਗੇ? ਪਾਪਾਂ ਵਿਕਾਰਾਂ ਵਾਸਤੇ ਕਿੱਥੇ ਥਾਂ ਹੈ ਫਿਰ? ਕੱਲ੍ਹ ਹੀ ਇੱਕ ਸੱਜਣ ਬੈਠਾ ਸੀ ਮੇਰੇ ਕੋਲ, ਵਟਰਨਰੀ ਡਿਪਾਰਟਮੈਂਟ 'ਚੋਂ ਰਿਟਾਇਰ ਹੋਇਆ ਅਤੇ ਗੱਲਾਂ ਬਾਤਾਂ, ਮਿੱਤਰ ਹੈ ਮੇਰਾ, ਗੱਲਾਂ ਬਾਤਾਂ ਚੱਲੀਆਂ। ਮਹਾ ਯਾਰ ਤੁਸੀਂ ਇੰਨਾ ਜਲਦੀ ਪੀ ਗਏ, ਇਹ ਤਾਂ ਇੰਨਾ ਠੰਡਾ ਹੈ। ਮੇਰੇ ਨਾਲ ਨੂੰ ਉਹਨਾਂ ਨੇ ਉਹ ਵੀ ਨਿਬੇੜਤਾ, ਅਤੇ ਨਾਲ ਨੂੰ ਮੇਰੇ ਉਹ ਜਿਹੜਾ ਜੂਸ ਦਾ ਗਲਾਸ ਸੀ ਉਹ ਵੀ ਨਿਬੇੜਤਾ। ਮੈਂ ਉਹੀ ਲੈ ਕੇ ਬੈਠਾ, ਮਤਲਬ ਉਹਨੂੰ ਕਹਿੰਦਾ ਯਾਰ ਮੇਰੇ 'ਚ ਇਹ ਭੈੜ ਹੈ ਰਘਵੀਰ ਸਿੰਘ ਜੀ, ਮੇਰੇ 'ਚ ਇਹ ਭੈੜ ਹੈ ਬਈ ਚਾਹ ਚਾਹੇ ਉਬਲਦੀ ਆ, ਅੱਗ ਵਰਗੀ ਆ, ਕੌਫੀ ਆ ਜਾਂ ਕੋਈ ਰੋਟੀ ਹੈ, ਜਿੰਨੀ ਦੇਰ ਤਾਂ ਪਰੇ ਪਈ ਆ ਉਹ ਤਾਂ ਪਈ ਹੈ। ਜਦੋਂ ਮੈਂ ਲੈ ਲਈ ਫਿਰ ਕਹਿੰਦੇ ਬਸ ਨਾ, ਮੈਂ ਐਂ ਹੁੰਦਾ ਵੀ ਕਹਿੰਦਾ ਇੱਕ ਰੋਟੀ ਦੀਆਂ ਸ਼ਾਇਦ 2 ਬੁਰਕੀਆਂ ਕਰਾਂ। ਮੈਨੂੰ ਸ਼ੂਗਰ ਹੋ ਗਈ, ਹੁਣ ਵੀ ਹੈ, ਪਰ ਕਹਿੰਦਾ ਮੈਂ ਇੱਕ ਕਿਸੇ ਵੈਦ ਕੋਲੇ ਗਿਆ, ਕਹਿੰਦਾ ਮੈਂ ਉਹਨੂੰ ਦੱਸਿਆ ਜੀ ਮੈਨੂੰ ਸ਼ੂਗਰ ਆ, ਕਹਿੰਦਾ ਤੂੰ ਚੁੱਪ ਕਰ ਜਾ, ਤੈਂ ਨਹੀਂ ਬੋਲਣਾ ਬਸ। ਕਹਿੰਦਾ ਮੈਂ ਚੁੱਪ ਕਰ ਗਿਆ। ਉਹਨੇ ਮੈਗਨੀਫਾਈ ਗਲਾਸ ਲੈ ਕੇ ਨਾ ਐ ਮੇਰੇ ਆ ਕਹਿੰਦਾ ਦੇਖਿਆ ਇੱਥੋਂ ਨਾ ਉਹਨੂੰ, ਉਹਨੇ ਕਹਿੰਦਾ ਪੰਜਾਬੀ 'ਚ ਗਾਲ ਕੱਢ ਕੇ ਨਾ ਕਹਿੰਦਾ ਸ਼ੂਗਰ ਕੀ ਕਰੇ, ਸ਼ੂਗਰ ਹੋਣੀ ਸੀ, ਕਹਿੰਦਾ ਰੋਟੀ ਤਾਂ ਹਲਕਿਆ ਹੋਇਆ ਵਾਂਗੂ ਖਾਂਦਾ, ਰੋਟੀ ਦਾ ਕਹਿੰਦਾ ਹਲਕਿਆ ਹੋਇਆ ਵਾਂਗੂ ਖਾਂਦਾ, ਕਹਿੰਦਾ 2.5-3 ਮਿੰਟਾਂ ਤੋਂ ਬਾਅਦ ਰੋਟੀ ਨੂੰ ਲਾਏ ਨੇ ਕਦੇ? ਕਹਿੰਦਾ ਨਾ ਜੀ। ਕਹਿੰਦਾ ਫਿਰ ਸ਼ੂਗਰ ਤਾਂ ਹੋਊਗੀ। ਕਮਾਲ ਕਰਤੀ। ਆਪਾਂ ਛੇਤੀ ਭੋਜਨ ਖਾਂਦੇ ਹਾਂ, ਉਹ ਜ਼ਹਿਰ ਬਣ ਜਾਂਦਾ ਹੈ। ਗੁੱਸੇ 'ਚ ਖਾਧਾ ਹੋਇਆ ਭੋਜਨ, ਕਾਹਲੀ 'ਚ ਖਾਧਾ ਹੋਇਆ ਭੋਜਨ, ਅਸ਼ਾਂਤੀ 'ਚ ਖਾਧਾ ਹੋਇਆ ਭੋਜਨ ਸਾਡੇ ਮਨ ਨੂੰ ਵੀ ਡਿਸਟਰਬ ਕਰਦਾ, ਸਾਡੇ ਤਨ ਨੂੰ ਵੀ ਡਿਸਟਰਬ ਕਰਦਾ। ਸਾਧ ਸੰਗਤ ਜੀ, ਇੱਕ ਫਾਰਮੂਲਾ ਹੈ, ਉਹ ਕਹਿੰਦੇ ਨੇ ਵੀ ਭੋਜਨ ਨੂੰ ਚੌਕੜੀ ਮਾਰ ਕੇ ਪਹਿਲਾਂ ਜਿਵੇਂ ਛਕਦੇ ਸੀ ਭੂਈਆਂ ਬੈਠ ਕੇ ਛਕਣਾ ਚਾਹੀਦਾ। ਚਲੋ ਅੱਜ ਕੱਲ੍ਹ ਉਹ ਰਿਵਾਜ਼ ਨਹੀਂ ਰਿਹਾ, ਆਪਾਂ ਜਿੱਥੇ ਵੀ ਬੈਠੇ ਹਾਂ, ਕੁਰਸੀ 'ਤੇ ਬੈਠੇ ਹਾਂ, ਬੈੱਡ 'ਤੇ ਬੈਠੇ ਹਾਂ, ਜਿੱਥੇ ਵੀ ਆਪਾਂ ਬੈਠ ਕੇ ਭੋਜਨ ਛਕਣਾ, ਫਿਰ ਕਰਨਾ ਕੀ ਹੈ? ਬੜੇ ਆਰਾਮ ਦੇ ਨਾਲ, ਸ਼ਾਂਤੀਪੂਰਵਕ, ਸਹਿਜ ਦੇ ਨਾਲ ਭੋਜਨ ਛਕਣਾ। ਕਹਿੰਦੇ ਨੇ ਇਹ ਰੂਲ ਹੈ ਕਿ ਜਿੰਨੇ ਸਹਿਜ ਦੇ ਨਾਲ, ਜਿੰਨੀ ਇਕਾਗਰਤਾ ਦੇ ਨਾਲ, ਬਿਨਾਂ ਗੱਲਾਂ ਕੀਤਿਆਂ ਭੋਜਨ ਛਕਦੇ ਹਾਂ, ਓਨਾ ਮਨ ਇਕਾਗਰ ਸਾਡਾ ਭਜਨ ਦੇ ਵਿੱਚ ਹੁੰਦਾ। ਅਸੀਂ TV ਦੇਖਦੇ ਹਾਂ, ਫਿਰ ਬੁਰਕੀਆਂ ਖਾ ਰਹੇ ਹਾਂ, ਖਬਰਾਂ ਸੁਣ ਰਹੇ ਹਾਂ, ਉਹ ਜੀ ਮੋਦੀ ਨੇ ਐਂ ਕਰਤਾ ਜੀ, ਉਹ ਫਲਾਣਾ ਐਂ ਹੋ ਗਿਆ, ਉਹ ਅਸ਼ਾਂਤੀ ਦੇ ਵਿੱਚ ਅਸੀਂ ਭੋਜਨ ਛਕਦੇ ਹਾਂ, ਉਹੀ ਅਸ਼ਾਂਤੀ ਸਾਡੇ ਮਨ 'ਚ ਰਹਿੰਦੀ ਹੈ। ਅਸੀਂ ਕਾਹਲੀ ਦੇ ਵਿੱਚ ਭੋਜਨ ਛਕਦੇ ਹਾਂ, ਕਾਹਲੀ ਉਹ ਸਾਡੇ ਮਨ 'ਚ ਪਈ ਰਹਿੰਦੀ ਹੈ, ਉਹ ਕਾਹਲੀ ਕੋ ਪਈ ਰਹਿੰਦੀ ਹੈ 8 ਪਹਿਰ। ਬਸ ਕਾਹਲੀ ਕਰਨਾ ਕੀ ਹੈ? ਬਸ WhatsApp ਦੇਖਣਾ, ਇਸ ਕਰਕੇ ਛੇਤੀ ਰੋਟੀ ਨਿਬੇੜਨੀ ਹੈ।
ਫੇਸਬੁੱਕ ਦੇ ਉੱਤੇ ਜਿਹੜਾ ਹੈ ਉਹ ਚੈਟ ਕਰਨੀ ਹੈ, ਇਸ ਕਰਕੇ ਛੇਤੀ ਛੇਤੀ ਰੋਟੀ ਖਾਣੀ ਹੈ। ਨਹੀਂ, ਪਿੱਛੇ ਨਹੀਂ ਪਿਆ ਕੋਈ। ਆਰਾਮ ਨਾਲ ਪ੍ਰਸ਼ਾਦਾ ਛਕਣਾ ਹੈ, ਆਰਾਮ ਨਾਲੇ ਪਾਣੀ ਪੀਣਾ ਹੈ। ਆਹ ਮੁਸਲਮਾਨ ਕਹਿੰਦੇ ਨਾ ਅਸੀਂ ਇੱਕ ਗਲਾਸ ਨੂੰ ਘੱਟੋ ਘੱਟ ਐ ਨਹੀਂ ਹੈਗਾ ਜਿਵੇਂ ਆਪਾਂ ਪੀਂਦੇ ਹਾਂ। ਆਪਣਾ ਤਾਂ ਹੋਰ ਸਿਸਟਮ ਹੋ ਗਿਆ, ਜਿਵੇਂ ਟਰੱਕ ਦੇ ਰੇਡੀਏਟਰ 'ਚ ਪਾਣੀ ਪਾਈਦਾ ਨਾ, ਐ ਮੂੰਹ ਖੋਲ੍ਹਿਆ ਬੋਤਲਾਂ ਦੀ ਧਾਰ ਪੈਂਦੀ ਹੈ ਸਿੱਧੀ। ਕਈ ਵਾਰੀ ਗਲਤੀ ਨਾਲ ਕੀ ਹੁੰਦਾ ਨਾ, ਕਿਤੇ ਸਿਸਟਮ ਸਾਡਾ ਕਿਤੇ ਉੱਕ ਜਾਂਦਾ, ਉਹ ਪਾਣੀ ਸਾਰਾ ਫੇਫੜਿਆਂ 'ਚ ਚਲਾ ਜਾਂਦਾ। ਕਈ ਵਾਰੀ ਨਾਨੀ ਯਾਦ ਆ ਜਾਂਦੀ ਹੈ ਫਿਰ ਹਸਪਤਾਲਾਂ 'ਚ। ਉਹ ਕਹਿੰਦੇ ਪਾਣੀ ਨੂੰ ਸਿਪ ਕਰਕੇ ਪੀਂਦੇ ਨੇ। ਫਿਰ ਜਿਹੜਾ ਆਪਾਂ ਨਾ ਪਾਣੀ ਪੀਂਦੇ ਨੱਕ ਦਾ ਸਾਹ ਛੱਡਦੇ ਹਾਂ, ਉਹ ਮੁਸਲਮਾਨ ਕਹਿੰਦੇ ਸਾਨੂੰ ਇਹ ਹਰਾਮ ਹੈ, ਅਸੀਂ ਉਹਦੇ ਵਿੱਚ ਨੱਕ ਦਾ ਸਾਹ ਨਹੀਂ ਛੱਡਦੇ। ਮਾ ਯਾਰ ਅਸੀਂ ਤਾਂ ਉਹ ਡੂੰਡੇ ਠਾ ਦਿੰਦੇ ਹਾਂ ਪਾਣੀ ਪੀਂਦੇ ਪੀਂਦੇ, ਉਹ 'ਚ ਮਾਰ ਕੇ ਸਾਹ। ਚਾਹ ਪੀਂਦੇ ਹਾਂ ਤਾਂ ਵੀ ਉਹ ਕਹਿੰਦੇ ਹੌਲੀ ਹੌਲੀ ਪੀਣਾ, ਘੱਟੋ ਘੱਟ 3 ਵਾਰੀ ਬ੍ਰੇਕ ਮਾਰਨੀ ਹੈ ਇੱਕ ਗਲਾਸ ਪਾਣੀ ਪੀਣ ਦੇ ਵਿੱਚ। ਇੰਨਾ ਸ਼ਾਂਤੀ ਨਾਲ ਪਾਣੀ ਪੀਣਾ। ਉਹਦੇ 2 ਕਾਰਨ, ਇੱਕ ਜਿਹੜੀ ਅੰਦਰ ਬਣਦਾ ਆਪਣੇ ਇਹ ਲਾਰ ਬਣਦੀ ਹੈ, ਜਿਹੜੀ ਹਜ਼ਮ ਕਰਨ ਦੇ ਵਿੱਚ ਸਾਨੂੰ ਸਹਾਇਤਾ ਕਰਦੀ ਹੈ, ਕਾਲੀ 'ਚ ਉਹ ਨਹੀਂ ਬਣਦੀ। ਦੂਜੀ ਇਹ ਕਿ ਹੌਲੀ ਪੀਤਾ ਪਾਣੀ, ਇੱਕ ਤਾਂ ਪਾਣੀ ਵੈਸੇ ਉਹਦਾ ਸੁਭਾਅ ਠੰਡਾ ਹੁੰਦਾ, ਫਿਰ ਅੰਦਰ ਜਾਂਦਾ ਸਾਡੇ ਅੰਦਰ ਸ਼ਾਂਤੀ ਪੈਦਾ ਕਰਦਾ। ਸਾਧ ਸੰਗਤ, ਇਹ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਨੇ, ਇਹਨਾਂ ਦੇ ਫਾਇਦੇ ਬਹੁਤ ਵੱਡੇ ਵੱਡੇ ਹੁੰਦੇ ਨੇ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਜਿਹੜਾ ਗੁਰ ਹੈ ਸਮਰੱਥ ਹੈ। ਆਪਾਂ ਨਾ ਜਦੋਂ ਸਹਿਜ ਨਾਲ ਪਾਠ ਕਰਾਂਗੇ, ਟਿਕਾ ਨਾਲ ਪਾਠ ਕਰਾਂਗੇ, ਫਿਰ ਸਾਧ ਸੰਗਤ ਜੀ ਦੇਖੋ ਸਾਨੂੰ ਕਿੰਨਾ ਮਤਲਬ ਇੱਕ ਤਾਂ ਗੁਰੂ ਨਾਲ ਪਿਆਰ ਪਏਗਾ, ਗੁਰੂ ਦਾ ਗਿਆਨ ਸਾਡੇ ਅੰਦਰ ਵਸੇਗਾ। ਸਪੀਡ ਤੇ ਪਿਆ ਹੋਇਆ ਮੀਂਹ, ਮੂਸਲਧਾਰ ਪਿਆ ਹੋਇਆ ਮੀਂਹ, ਇਹ ਕਈ ਵਾਰੀ ਧਰਤੀ ਦੇ ਵਿੱਚ ਰਿਸਦਾ ਨਹੀਂ, ਉਹ ਨਾ ਰੁੜਦਾ ਰੁੜਦਾ ਕਈ ਵਾਰੀ ਹੜ੍ਹ ਬਣ ਜਾਂਦਾ, ਨੁਕਸਾਨ ਕਰ ਦਿੰਦਾ। ਹੌਲੀ ਹੌਲੀ ਕਿਣਮਿਣ ਕਾਣੀ ਪੈਂਦੀ ਹੈ, ਜਦੋਂ ਹੌਲੀ ਹੌਲੀ ਸ਼ਹਿਬਰ ਲੱਗਦੀ ਹੈ, ਉਹ ਧਰਤੀ ਦੇ ਵਿੱਚ ਰਸਦਾ ਪਾਣੀ। ਫਿਰ ਧਰਤੀ ਦੇ ਵਿੱਚ ਰਸਿਆ ਹੋਇਆ ਨਾ ਕਿ ਬੂਟਿਆਂ ਦੀਆਂ, ਪੌਦਿਆਂ ਦੀਆਂ, ਦਰਖਤਾਂ ਦੀਆਂ ਜੜ੍ਹਾਂ ਤੱਕ ਪਾਣੀ ਪਹੁੰਚ ਜਾਂਦਾ। ਉਹ ਇਹੀ ਬਸ ਆਪਾਂ ਨੇ ਮਤਲਬ ਸਹਿਜ ਨੂੰ ਤਾਂ ਧਾਰਨ ਕਰਨਾ। ਸਿੱਖੀ ਸਹਿਜ ਦਾ ਮਾਰਗ ਤਾਂ ਹੈ, ਸਿੱਖੀ ਦੇ ਵਿੱਚ ਕਾਹਲੀ ਲਈ ਕੋਈ ਫੁਰਤੀ ਤਾਂ ਹੈ, ਕਾਹਲੀ ਨਹੀਂ ਹੈ। ਕਾਹਲੀ ਤੇ ਫੁਰਤੀ ਦੇ ਵਿੱਚ 100 ਕੋਹ ਦਾ ਫਰਕ ਹੈ। ਕਾਹਲੀ ਨੂੰ ਫੁਰਤੀ ਨਹੀਂ ਸਮਝ ਲੈਣਾ, ਕਾਹਲੀ ਹੋਰ ਹੁੰਦੀ ਹੈ, ਫੁਰਤੀ ਹੋਰ ਹੁੰਦੀ ਹੈ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਗੁਰ ਸਮਰੱਥ, ਗੁਰੂ ਸਾਰਾ ਕੁਝ ਕਰਨ ਦੇ ਸਮਰੱਥ ਹੈ। ਗੁਰੂ ਕੁਛ ਵੀ ਕਰ ਸਕਦਾ ਹੈ। ਰੀਠਾ ਕਿੰਨਾ ਕੌੜਾ ਹੁੰਦਾ। ਛੋਟੇ ਹੁੰਦੇ ਨਾ ਬੇਬੇ ਹੋਰੀਆਂ ਕਈ ਵਾਰੀ ਕੇਸੀ ਨਿਭਾਉਂਦੀਆਂ ਹੁੰਦੀਆਂ ਸੀ ਰੀਠਿਆਂ ਨਾਲ, ਕਿਤੇ ਨਾ ਉਹਦਾ ਪਾਣੀ ਜਾਂ ਕਿਤੇ ਮਾੜਾ ਮੋੜਾ ਖਾਖਾਂ ਨੂੰ ਲੱਗ ਜਾਣਾ, ਜੀਭ ਨੂੰ ਲੱਗ ਜਾਣਾ, ਮੂੰਹ ਹੁੰਦਾ ਸੀ ਕੌੜਾ, ਹੈ ਨਾ। ਉਧਰੋਂ ਬੇਬੇ ਦੇ ਥੱਪੜ ਦਾ ਡਰ ਹੁੰਦਾ ਸੀ, ਜੇ ਹਿੱਲੇ ਵੀ ਨਾਲੇ ਜੂੰਡਾ ਫੜ ਕੇ ਉਹਨੇ ਲਾਉਣਾ, ਨਾਲੇ ਉਹ ਇੰਨਾ ਕੌੜਾ ਹੁੰਦਾ ਸੀ, ਉਹ ਬੱਲੇ ਬੱਲੇ ਪਤਾ ਲੱਗਦਾ ਸੀ ਵੀ ਹਾਂ। ਪਰ ਗੁਰੂ ਐਡਾ ਸਮਰੱਥ ਹੈ, ਉਹਦੇ ਨੀਚੇ ਬੈਠ ਕੇ ਅੱਜ ਆਪਾਂ ਪ੍ਰਸ਼ਾਦ ਦੇ ਤੌਰ ਤੇ ਖਾਂਦੇ ਹਾਂ, ਕਿੰਨਾ ਮਿੱਠਾ ਹੋ ਗਿਆ। ਗੁਰੂ ਐਡਾ ਸਮਰੱਥ ਹੈ, ਪੱਥਰ ਇੱਕ ਮਾੜੀ ਡਲੀ ਲੱਗ ਜੇ ਨਾ ਸਾਡੇ ਉਹ ਜ਼ਖਮ ਕਰ ਦਿੰਦੀ ਆ। ਐਡੇ ਵੱਡੇ ਪੱਥਰ ਤੇ ਪੰਜਾ ਲਾਇਆ, ਪੱਥਰ ਨੂੰ ਹੀ ਜ਼ਖਮੀ ਕਰਤਾ, ਪੱਥਰ ਦੇ ਵਿੱਚ ਹੀ ਮਤਲਬ ਜਿਹੜਾ ਹੈ ਪੰਜਾ ਜਿਹੜਾ ਹੈ ਪ੍ਰਿੰਟ ਹੋ ਗਿਆ। ਗੁਰੂ ਚਿੜੀਆਂ ਤੋਂ ਬਾਜ ਤੜਵਾ ਸਕਦਾ ਹੈ, ਗੁਰੂ ਗਿੱਦੜਾਂ ਨੂੰ ਸ਼ੇਰ ਬਣਾ ਸਕਦਾ ਹੈ, ਗੁਰੂ ਭੁੱਖਿਆਂ ਤਿਹਾਇਆਂ ਉਨਿੰਦਰਿਆਂ ਕਮਜ਼ੋਰਾਂ ਨੂੰ 1.25 ਲੱਖ ਨਾਲ ਲੜਾ ਸਕਦਾ ਹੈ। ਬਾਬਾ ਅਜੀਤ ਸਿੰਘ ਜੀ, ਜੇ ਆਪਾਂ ਦੇਖੀਏ 17-18 ਸਾਲ ਦਾ ਜਵਾਕ ਹੈ, ਸਾਧ ਸੰਗਤ ਜੀ 2.5-3 ਕੋਹ ਤੱਕ ਲੜਦੇ ਹੀ, ਮੀਲ ਨਹੀਂ ਕੋਹ ਤੱਕ ਲੜਦੇ ਹੀ ਤੁਰਿਆ ਗਿਆ। ਸ਼ਤਰੂਆਂ ਦੇ ਛੱਕੇ ਛਡਾਤੇ। ਇਤਿਹਾਸ ਦੱਸਦਾ ਲਗਭਗ 500 ਦੇ ਨੇੜੇ ਤੇੜੇ ਫੱਟ ਬਾਬਾ ਜੀ ਦੇ ਪਵਿੱਤਰ ਪਾਵਨ ਸਰੀਰ ਨੂੰ ਲੱਗੇ ਹੋਏ ਸੀ। ਇਹ ਗੁਰੂ ਦੀ ਕੋ ਸਮਰੱਥ ਹੈ, ਇਹ ਗੁਰੂ ਦੀ ਕੋ ਸਮਰੱਥ ਹੈ। ਜਦੋਂ ਸਤਿਗੁਰੂ ਮਾਛੀਵਾੜੇ ਦੇ ਜੰਗਲਾਂ ਤੋਂ ਅੱਗੇ ਲੰਘੇ ਨੇ, ਨੂਰਾ ਮਾਹੀ ਮਿਲਿਆ, ਜਾ ਰਹੇ ਨੇ, ਕਹਿੰਦੇ ਉਹ ਭਾਈ ਗੁਰਮੁਖਾ ਭੁੱਖ ਲੱਗੀ ਹੈ। ਹਾਲਾਂਕਿ ਗੁਰੂ ਨੂੰ ਭੁੱਖ ਨਹੀਂ ਲੱਗਦੀ ਹੁੰਦੀ, ਪਰ ਮੇਰੇ ਸਤਿਗੁਰੂ ਦੇ ਚੋਜ ਉਹੀ ਜਾਣੇ। ਅਸੀਂ ਉਹਦੀ ਸਾਰ ਨੂੰ ਨਹੀਂ ਜਾਣ ਸਕਦੇ, ਉਹ ਕਿਹੜੇ ਰੰਗਾਂ 'ਚ ਖੇਡਦਾ, ਅਸੀਂ ਉਹਦੀ ਲੀਲਾ ਨੂੰ ਲੱਖ ਹੀ ਨਹੀਂ ਸਕਦੇ। ਉਹ ਨੂਰਾ ਦੁੱਧੇ ਪਿਆ ਦੇ, ਭਾਈ ਦੁੱਧ ਪਿਆ ਦੇ, ਭੁੱਖ ਲੱਗੀ ਹੈ। ਮਹਾਰਾਜ ਬਾਕੀ ਮੱਝਾਂ ਦੀ ਧਾਰ ਚੋ ਲਈ, ਉਹ ਕਿ ਝੋਟੀ ਫਿਰਦੀ ਸੀ 2-2.5 ਸਾਲ ਦੀ, ਅਫਸਰ ਝੋਟੀ ਉਹਨੂੰ ਕਹਿੰਦੇ ਨੇ ਮਾਲਵੇ ਦੇ ਵਿੱਚ, ਜਿਹੜੇ ਨੂੰ ਸੂਆ ਨਾ ਪਿਆ ਹੋਵੇ, ਜਿਹੜੀ ਅਜੇ ਨਵੇਂ ਦੁੱਧ ਨਾ ਹੋਈ ਹੋਵੇ। ਉਹ ਕਹਿੰਦੇ ਭਾਈ ਇਹਦਾ ਦੁੱਧ ਪਿਆ ਦੇ, ਕਹਿੰਦੇ ਮਹਾਰਾਜ ਤਾਂ ਅਫਸਰ ਹੈ ਜੇ, ਇਹ ਤਾਂ ਅਜੇ ਨਵੇਂ ਦੁੱਧੇ ਨਹੀਂ ਹੋਈ, ਨਾ ਸੂਈ ਹੈ, ਇਹਦਾ ਦੁੱਧ ਕਿੱਥੋਂ। ਉਹ ਕਹਿੰਦੇ ਤੂੰ ਵਾਹਿਗੁਰੂ ਦਾ ਨਾਮ ਲੈ ਕੇ ਬਹਿ ਜਾ।
ਸਤਿਗੁਰੂ ਧਾਰਤਾ ਚੱਲ ਮੈਂ ਚੋ ਲੂੰਗਾ, ਤੁਹਾਡਾ ਹੁਕਮ ਮੰਨ ਲੈਣਾ। ਮੇਰੇ ਕੋਲੇ ਭਾਂਡਾ ਕੋਈ ਨਹੀਂ ਹੈ। ਗੰਗਾ ਸਾਗਰ ਸੀ ਸਤਿਗੁਰੂ ਕੋਲੇ। ਗੰਗਾ ਸਾਗਰ ਕਹਿੰਦੇ ਇਹ 'ਚ ਚੋ ਦੇ। ਮਹਾਰਾਜ ਐਡੀਆਂ ਐਡੀਆਂ ਤਾਂ ਗਲੀਆਂ ਨੇ, ਅੰਗੂਠਾ ਟੱਪ ਜਾਂਦਾ, ਉਂਗਲ ਟੱਪ ਜਾਂਦੀ ਹੈ। ਰੇਤੇ ਦੀ ਮੁੱਠੀ ਪਾਈ, ਦੇਖੋ ਸਤਿਗੁਰੂ ਸਾਰਾ ਕਿਰ ਗਿਆ। ਉਹ ਕਹਿੰਦੇ ਤੂੰ ਵਾਹਿਗੁਰੂ ਦਾ ਨਾਮ ਲੈ ਕੇ ਚੋ ਲੈ, ਇਹਦੇ ਵਿੱਚ ਨਹੀਂ ਨਿਕਲੂਗਾ। ਛਕਾ ਯਾਰ, ਭੁੱਖ ਲੱਗੀ ਹੈ। ਦੇਖੋ ਕਹਿਣ ਵਾਲਾ ਵੀ ਪੂਰਾ, ਫਿਰ ਹੁਕਮ ਮੰਨਣ ਵਾਲਾ ਵੀ ਪੂਰਾ। ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਬੰਦਗੀ ਹੋਊਗੀ, ਕਿੰਨੇ ਕੁ ਜਨਮਾਂ ਦੀ ਭਗਤੀ ਹੋਊਗੀ। ਥਾਪੀ ਮਾਰੀ, ਲੈ ਕੇ ਗੋਡਿਆਂ ਦੇ ਵਿੱਚ ਫਿਰ ਚੋ ਲਿਆ। ਗੰਗਾ ਸਾਗਰ ਨੱਕੋ ਨੱਕ ਭਰ ਕੇ ਸਤਿਗੁਰੂ ਨੂੰ ਫੜਾਤਾ। ਇਹ ਆ ਗੁਰ ਸਮਰੱਥ। ਕੁਛ ਵੀ ਕਰ ਸਕਦਾ ਸਤਿਗੁਰੂ, ਕੁਛ ਵੀ ਕਰ ਸਕਦਾ। ਅਪਾਰ ਗੁਰ, ਗੁਰੂ ਬੇਅੰਤ ਹੈ। ਅਸੀਂ ਗੁਰੂ ਦੇ ਕੰਮਾਂ ਨੂੰ ਲੱਖ ਨਹੀਂ ਸਕਦੇ। ਇਸ ਕਰਕੇ ਕਿਹਾ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੇ ਆਪਾਂ ਕਹੀਏ ਗੁਰੂ ਐਂ ਕਰਦਾ ਸੀ ਆਪਾਂ ਵੀ ਐਂ ਕਰੀਏ, ਗੁਰੂ ਐਂ ਕਰਦਾ ਸੀ ਆਪਾਂ ਵੀ ਐਂ ਕਰੀਏ, ਨਹੀਂ ਸਾਧ ਸੰਗਤ ਜੀ। ਗੁਰੂ ਦੀ ਕਰਨੀ ਤਾਂ ਅਸੀਂ ਕਰ ਹੀ ਨਹੀਂ ਸਕਦੇ। ਹਾਂ, ਜੋ ਗੁਰੂ ਨੇ ਸਾਨੂੰ ਕਹਿਤਾ ਅਸੀਂ ਤਾਂ ਉਹੀ ਮੰਨਣਾ, ਉਸੇ ਨੂੰ ਅਸੀਂ ਆਪਣੇ ਜੀਵਨ 'ਚ ਢਾਲਣਾ, ਉਸੇ ਨੂੰ ਅਸੀਂ ਆਪਣਾ ਜਿਹੜਾ ਹੈ ਅਮਲੀ ਜਾਮਾ ਪਹਿਨਾਉਣਾ। ਉਹ ਅਪਾਰ ਹੈ, ਬੇਅੰਤ ਹੈ। ਵਡਭਾਗੀ ਦਰਸ਼ਨ ਹੋਏ ਸਾਧ ਸੰਗਤ ਜੀ। ਜਣੇ ਖਣੇ ਨੂੰ ਗੁਰੂ ਦੇ ਦਰਸ਼ਨ ਨਹੀਂ ਹੋਇਆ ਕਰਦੇ ਵੱਡੇ ਭਾਗਾਂ ਨਾਲ। ਜੇ ਅਸੀਂ ਬੈਠੇ ਨਾ ਸਤਿਗੁਰੂ ਦੀ ਗੋਦ ਦੇ ਵਿੱਚ, ਸਾਧ ਸੰਗਤ ਜੀ, ਇਹ ਸਾਡੇ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਡਿਮਾਂਡ ਰਹੀ ਹੋਏਗੀ, ਕਿੰਨੇ ਕੁ ਜਨਮਾਂ ਦੀ ਅਸੀਂ ਅੱਖਾਂ 'ਚ ਨੀਰ ਭਰ ਭਰ ਕੇ ਮੰਗਿਆ ਹੋਏਗਾ। ਸਤਿਗੁਰੂ ਸਾਨੂੰ ਵੀ ਸਾਧ ਸੰਗਤ ਬਖਸ਼ ਦੇ। ਮਹਾਰਾਜ ਸਾਨੂੰ ਵੀ ਤੇਰੀ ਨਿੱਘੀ ਮਿੱਠੀ ਗੋਦ ਨਸੀਬ ਹੋਵੇ। ਸਤਿਗੁਰੂ ਅਸੀਂ ਵੀ ਤੇਰੇ ਪਵਿੱਤਰ ਪਾਵਨ ਬਚਨ ਸੁਣੀਏ। ਪਤਾ ਨਹੀਂ ਕਿੰਨੇ ਕੁ ਜਨਮਾਂ ਦੀਆਂ ਬੇਨਤੀਆਂ ਸਤਿਗੁਰੂ ਨੇ ਪ੍ਰਵਾਨ ਕਰਕੇ ਇਹ ਸਾਨੂੰ ਸਾਡੀ ਇਹ ਮੰਗ ਪ੍ਰਵਾਨ ਕੀਤੀ ਹੈ। ਮੇਰੇ ਪ੍ਰੀਤਮ ਨੇ ਸਾਡੀ ਮੰਗ ਨੂੰ ਪੂਰਿਆਂ ਕੀਤਾ। ਆਪਾਂ ਪੜ੍ਹਦੇ ਹਾਂ ਨਾ, ਬੇਨਤ ਕਰੋ ਅਰਦਾਸ ਸੁਣੋ। ਪੜ੍ਹਦੇ ਹਾਂ ਵੀ ਬੇਨਤੀ ਕਰਦਾ ਮੇਰੀ ਅਰਦਾਸ ਨੂੰ ਸੁਣ ਲੈ। ਅਰਦਾਸਾਂ ਸੁਣੀਆਂ ਸਤਿਗੁਰੂ ਨੇ ਤਾਂ ਸਾਨੂੰ ਇਹ ਸੁਭਾਗਾ ਸਮਾਂ ਬਖਸ਼ਿਆ ਮਹਾਰਾਜ ਨੇ। ਨਹੀਂ ਤਾਂ ਪਟਿਆਲਾ ਕਿੱਡਾ ਵੱਡਾ, ਲੱਖਾਂ ਦੀ ਗਿਣਤੀ ਹੈ। ਪਟਿਆਲੇ ਨੂੰ ਛੱਡੋ, ਨਿਊ ਮੇਅਰ ਸਿੰਘ ਕਲੋਨੀ ਦੇ ਵਿੱਚ ਵੀ ਹਜ਼ਾਰਾਂ ਲੋਕ ਰਹਿੰਦੇ ਨੇ। ਕਿੰਨੇ ਕੁ ਨੇ? ਉਹੀ ਨੇ ਜਿਨ੍ਹਾਂ ਨੂੰ ਸਤਿਗੁਰੂ ਗੋਦੀ ਚੱਕ ਕੇ ਲੈ ਕੇ ਆਏ ਨੇ, ਜਿਨ੍ਹਾਂ ਦੇ ਮੱਥੇ ਤੇ ਵੱਡੇ ਭਾਗ ਲਿਖੇ ਹੋਏ ਨੇ। ਮਹਾਰਾਜ ਕਹਿੰਦੇ ਵੱਡੇ ਭਾਗਾਂ ਨਾਲ ਹੀ ਦਰਸ਼ਨ ਹੁੰਦੇ ਨੇ ਸਤਿਗੁਰੂ ਦੇ, ਐਵੇਂ ਨਹੀਂ ਦਰਸ਼ਨ ਹੁੰਦੇ। ਗੁਰ ਅਗੋਚਰ ਨਿਰਮਲਾ। ਗੁਰੂ ਸਾਡੀਆਂ ਕਰਮ ਇੰਦਰੀਆਂ, ਸਾਡੀਆਂ ਗਿਆਨ ਇੰਦਰੀਆਂ, ਸਾਡੀ ਮਤ, ਸਾਡੀ ਬੁੱਧ, ਸਾਡਾ ਮਨ, ਸਾਡੀ ਅਕਲ ਦੀ ਪਕੜ 'ਚ ਨਹੀਂ ਆਉਂਦਾ। ਉਹ ਅਗੋਚਰ ਹੈ। ਅਗੋਚਰ ਕਹਿੰਦੇ ਨੇ ਜਿਹੜਾ ਕਿਸੇ ਚੀਜ਼ ਦੀ ਪਕੜ 'ਚ ਨਾ ਆਵੇ। ਗੁਰੂ ਸਾਡੀ ਇਮੈਜੀਨੇਸ਼ਨ ਦੀ ਪਕੜ 'ਚ ਵੀ ਨਹੀਂ ਆਉਂਦਾ। ਹੁਣ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀਆਂ ਤਸਵੀਰਾਂ ਬਣਾਈਆਂ ਨੇ ਤਵੱਸਰਾਂ ਨੇ। ਉਹ ਜਿਹੜਾ ਹੈ ਉਹਨਾਂ ਨੇ ਤਸਵੀਰਾਂ ਕਿਸੇ ਨੇ ਉਹਨਾਂ ਨੂੰ ਲਗਭਗ ਯੋਧੇ ਦੇ ਰੂਪ ਦੇ ਵਿੱਚ ਹੀ ਬਸ ਉਹ ਅੱਖਾਂ ਤਾਹਾਂ ਕਰਕੇ ਉੱਪਰ ਨੂੰ ਦੇਖਦੀ ਉਹੀ ਜ਼ਿਆਦਾ ਪੋਜ ਬਣਾਏ ਨੇ ਸਤਿਗੁਰੂ ਦੇ। ਪਰ ਸਾਧ ਸੰਗਤ ਜੀ ਉਹਨਾਂ ਦੇ ਆਤਮ ਰਸ ਵਾਲਾ ਪੋਜ ਤਾਂ ਕਿਸੇ ਨੇ ਵੀ ਨਹੀਂ ਬਣਾਇਆ। ਕਿਤੇ ਡੂੰਘੀ ਸਮਾਧੀ 'ਚ ਅਫੁਰ ਸਮਾਧੀ ਦੇ ਵਿੱਚ ਸਤਿਗੁਰੂ ਬੈਠੇ ਨੇ, ਆਪਣੇ ਨਿਜ ਸਰੂਪ ਨਾਲ ਇੱਕ ਮਿੱਕ ਹੋਏ ਹੋਏ ਨੇ। ਉਹ ਸਰੂਪ ਤਾਂ ਨਹੀਂ ਕਿਸੇ ਤੋਂ ਬਣਿਆ। ਮੇਰੇ ਸਤਿਗੁਰੂ ਸਭ ਦੀਆਂ ਝੋਲੀਆਂ ਭਰਦੇ ਨੇ। ਕਈ ਵਾਰੀ ਮੈਂ ਸੋਚਦਾ ਮੇਰੇ ਗਰੀਬ ਨਾਓ ਤੁਸੀਂ ਕਿੱਡੇ ਵੱਡੇ ਗ੍ਰਸਤੀ ਹੋ, ਕਿੰਨੇ ਬ੍ਰਹਮੰਡ ਤੁਹਾਡੇ ਧੀਆਂ ਪੁੱਤਰ ਨੇ, ਤੁਸੀਂ ਕਿੱਡੇ ਵੱਡੇ ਗ੍ਰਸਤੀ ਹੋ। ਕੋਈ ਦੁੱਧ ਮੰਗਦਾ ਉਹਨੂੰ ਦੁੱਧ ਦਿੰਦੇ ਹੋ, ਕੋਈ ਪੁੱਤ ਮੰਗਦਾ ਉਹਦੀ ਪੁੱਤ ਨਾਲ ਝੋਲੀ ਭਰਦੇ ਹੋ, ਕੋਈ ਧਨ ਮੰਗਦਾ ਉਹਨੂੰ ਧਨ ਦੇ ਗੱਫੇ ਦਿੰਦੇ ਹੋ। ਕੋਈ ਕਹਿੰਦਾ ਮੇਰਾ ਸੰਜੋਗ ਨਹੀਂ ਜੁੜ ਰਿਹਾ ਜੀ, ਮੇਰਾ ਸੰਜੋਗ ਹੋ ਜੇ। ਕੋਈ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ। ਕੋਈ ਕਹਿੰਦਾ ਜੀ ਮੇਰਾ ਜਿਹੜਾ ਹੈ ਇਹ ਕੰਮ ਫਸਿਆ ਹੋਇਆ। ਕੋਈ ਕਹਿੰਦਾ ਜੀ ਮੈਨੂੰ ਬਿਮਾਰੀ ਆ, ਤੰਦਰੁਸਤੀ ਨਹੀਂ ਆ ਰਹੀ। ਕੋਈ ਕੁਛ ਕੋਈ ਕੁਛ। ਮਹਾਰਾਜ ਤੁਸੀਂ ਕਮਾਲ ਦਿਓ, ਕਿੱਡੇ ਵੱਡੇ ਗ੍ਰਸਤੀ ਹੋ ਤੁਸੀਂ, ਸਭ ਦੀਆਂ ਝੋਲੀਆਂ ਭਰ ਕੇ ਭੇਜ ਦਿਓ ਮਹਾਰਾਜ ਤੁਸੀਂ। ਗਰੀਬ ਨਵਾਜ਼ ਕਹਿੰਦੇ ਉਹ ਅਗੋਚਰ ਹੈ, ਉਹ ਨਿਰਮਲ ਹੈ, ਉਹਦੇ ਹਉਮੈ ਦੀ ਮੈਲ ਨਹੀਂ ਹੈ। ਸਾਨੂੰ ਤਾਂ ਹਉਮੈ ਦੀ ਮੈਲ ਹੈ। ਮੈਂ ਕਥਾ ਸੁਣ ਕੇ ਆਇਆ, ਮੈਂ ਕਥਾ ਕਰਕੇ ਆਇਆ, ਮੈਂ ਗੁਰਦੁਆਰੇ ਜਾਣਾ, ਸਾਨੂੰ ਤਾਂ ਹਉਮੈ ਦੀ ਮੈਲ ਹੈ। ਹਉਮੈ ਹਮੇਸ਼ਾ ਚੰਗੇ ਗੁਣਾਂ ਦੀ ਹੁੰਦੀ ਆ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਚੰਗੇ ਗੁਣ ਛੱਡ ਦੇਣੇ ਨੇ, ਚੰਗੇ ਗੁਣਾਂ ਨੂੰ ਪਕੜ ਕੇ ਰੱਖਣਾ। ਪਰ ਸਮਝਣਾ ਇਹ ਹੈ, ਸਮਝਣਾ ਨਹੀਂ, ਸੱਚੀ ਗੱਲ ਵੀ ਇਹ ਹੈ ਕਿ ਇਹ ਗੁਣ ਸਾਨੂੰ ਪਰਮਾਤਮਾ ਦੇ ਹੀ ਬਖਸ਼ਿਸ਼ ਕੀਤੇ ਹੋਏ ਨੇ। ਕੋਈ ਮਿੱਠਾ ਬੋਲਦਾ, ਇਹ
ਉਹਦੀ ਮਠਿਆਸ ਹੀ ਆ ਰਹੀ ਹੈ। ਕੋਈ ਬਹੁਤ ਜ਼ਿਆਦਾ ਸੁੰਦਰ ਹੈ, ਹੁਸਨ ਹੈ ਕਿਸੇ ਤੇ, ਇਹ ਉਸੇ ਦੇ ਹੁਸਨ ਹੈ, ਹੁਸਨਲ ਜਮਾਲ ਹੈ, ਉਹ ਸਾਰਿਆਂ ਨੂੰ ਹੁਸਨ ਦੇਣ ਵਾਲਾ ਹੈ। ਕੋਈ ਬਾਹੂਬਲੀ ਹੈ, ਇਹ ਜ਼ੋਰ ਸਾਰਾ ਉਸੇ ਦਾ ਹੀ ਹੈ। ਕੋਈ ਬਹੁਤ ਜ਼ਿਆਦਾ ਕਲਾਕਾਰ ਹੈ, ਗਾਉਣ ਦਾ, ਪੇਂਟਿੰਗ ਦਾ, ਕੋਈ ਨੱਚਣ ਕੁੱਦਣ ਦਾ ਕਲਾਕਾਰ ਹੈ, ਇਹ ਸਾਰੀ ਕਲਾ ਉਸੇ ਤੋਂ ਹੀ ਆਉਂਦੀ ਹੈ, ਉਸੇ ਦੀ ਕਲਾ ਸਾਰੀ। ਮੇਰੇ ਗਰੀਬ ਨਵਾਜ ਕਹਿੰਦੇ ਉਹ ਨਿਰਮਲ ਹੈ, ਅਗੋਚਰ ਹੈ, ਗੁਰ ਜੇਵੜ ਅਵਰ ਨਾ ਕੋਏ। ਮੁੱਖ ਦੀ ਗੱਲ ਇਹ ਹੈ ਕਿ ਗੁਰੂ ਜਿੱਡਾ ਕੋਈ ਹੈ ਹੀ ਨਹੀਂ, ਨਾ ਦਾਤਾ ਗੁਰੂ ਜਿੱਡਾ। ਅਸੀਂ ਆਪਦੇ ਆਪ ਨੂੰ ਦਾਤੇ ਗਿਣ ਲੈਂਦੇ ਹਾਂ। ਕਈ ਵਾਰੀ ਕਿਸੇ ਨੂੰ ਭੋਜਨ ਛਕਾਤਾ, ਲਓ ਜੀ ਮੈਂ ਤਾਂ ਦਾਨ ਕਰਤਾ, ਉਹਦਾ 3-4 ਘੰਟਿਆਂ ਦਾ ਦੁੱਖ ਖਤਮ ਕਰਤਾ। ਕੋਈ ਕਿਸੇ ਨੂੰ ਬਸਤਰ ਦੇਤੇ, ਜੁੱਤੀ ਦੇਤੀ, ਉਹਦਾ 6 ਮਹੀਨਿਆਂ ਦਾ 8 ਮਹੀਨਿਆਂ ਦਾ ਦੁੱਖ ਖਤਮ ਕਰਤਾ। ਕਿਸੇ ਨੂੰ ਘਰ ਪਾ ਕੇ ਦਿੱਤਾ, ਉਹਦਾ 40 30 40 50 ਸਾਲਾਂ ਦਾ ਦੁੱਖ ਖਤਮ ਕਰਤਾ। ਪਰ ਮੇਰਾ ਗੁਰੂ ਤਾਂ ਐਡਾ ਵੱਡਾ ਦਾਤਾ ਹੈ, ਸਾਨੂੰ ਨਾਮ ਦੀ ਦਾਤ ਦੇ ਕੇ ਸਾਡਾ ਜਨਮਾਂ ਜਨਮੰਤਰਾਂ ਦਾ ਦੁੱਖ ਖਤਮ ਕਰ ਦਿੰਦਾ ਹੈ। ਉਹ ਗੁਰਬਾਣੀ ਤੁਸੀਂ ਸਾਰੇ ਪਾਠੀ ਬੈਠੇ ਹੋ, ਇੱਕ ਖੱਖੇ ਨੂੰ ਔਂਕੜ ਵਾਲਾ ਦੁੱਖ ਆਉਂਦਾ ਹੈ, ਇੱਕ ਖੱਖੇ ਨੂੰ ਔਂਕੜ ਵਾਲਾ ਸੁੱਖ ਆਉਂਦਾ ਹੈ। ਉਹ ਜਿਹੜਾ ਖੱਖੇ ਨੂੰ ਔਂਕੜ ਵਾਲਾ ਦੁੱਖ ਹੈ ਨਾ, ਸ਼੍ਰੋਮਣੀ ਦੁੱਖ, ਉਹੀ ਖਤਮ ਕਰ ਦਿੰਦਾ ਆਦਿ ਦਾ ਦੁੱਖ। ਆਦਿ ਦਾ ਦੁੱਖ ਖਤਮ ਕਰਕੇ ਆਪਣੇ ਵਿੱਚ ਅਭੇਦ ਕਰਕੇ ਸਾਨੂੰ ਸੱਸੇ ਨੂੰ ਔਂਕੜ ਵਾਲਾ ਸੁੱਖ ਦੇ ਦਿੰਦਾ। ਸਾਡੀ ਮੰਗ ਤਾਂ 4 ਪਦਾਰਥਾਂ ਤੱਕ ਹੈ, ਵੱਧ ਤੋਂ ਵੱਧ। ਸਾਧ ਸੰਗਤ ਜੀ, ਇਹ ਤੋਂ ਉੱਪਰ ਵੀ ਹੈ। ਰੱਬ ਦੇ ਪਿਆਰਿਆਂ ਦੇ ਪਦਾਰਥ ਹੋਰ ਹੁੰਦੇ ਨੇ 4, ਹੈ ਵੀ ਉਹਨਾਂ ਦੇ ਵੀ 4 ਪਦਾਰਥ, ਉਹਨਾਂ ਦੇ 4 ਪਦਾਰਥ ਹੋਰ ਨੇ। ਸਾਡੇ 4 ਪਦਾਰਥਾਂ ਇਹ ਕਾਮ ਮੋਖ, ਇਹ ਮਤਲਬ ਇਹੀ ਨੇ ਸਾਡੇ ਜਿਹੜਾ ਹੈ ਧਰਮ ਅਰਥ ਕਾਮ ਮੋਖ, ਉਹਨਾਂ ਦੇ ਪਦਾਰਥ ਦੇ ਉੱਪਰ ਨੇ। ਮਹਾਰਾਜ ਜੀ ਕਹਿੰਦੇ ਉਹ ਤਾਂ ਐਡਾ ਵੱਡਾ ਦਾਤਾ, 4 ਪਦਾਰਥ ਤਾਂ ਉਹਦੇ ਇੱਕ ਖੱਬੇ ਹੱਥ ਦੀ ਚੀਚੀ ਦਾ ਖੇਡ ਹੈ। ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ। ਗੁਰ ਕਰਤਾ, ਗੁਰੂ ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਹੈ। ਗੁਰੂ ਕੁਛ ਵੀ ਕਰ ਸਕਦਾ। ਅਸੀਂ ਸੋਚ ਵੀ ਨਹੀਂ ਸਕਦੇ ਕਿ ਗੁਰੂ ਆਹ ਕਰ ਸਕਦਾ। ਗੁਰੂ ਚਾਹੇ ਨਾ ਕੀੜੀ ਨੂੰ ਹਾਥੀ ਦੇ ਉੱਤੇ ਜੇਤੂ ਬਣਾ ਸਕਦਾ। ਅਸੀਂ ਸਾਥੋਂ ਵੀ ਪਤਾ ਨਹੀਂ ਕੀ ਕਰਵਾ ਸਕਦਾ ਗੁਰੂ, ਕੁਛ ਵੀ ਕਰਵਾ ਸਕਦਾ ਗੁਰੂ। ਉਹ ਕਰਤਾ ਹੈ, ਕਰਨਹਾਰ, ਉਹ ਸਾਰੇ ਕਾਸੇ ਦਾ ਕਰਨਹਾਰ ਹੈ। ਇਹ ਨਹੀਂ ਕਿ ਕੱਲਾ ਗੁਰੂ ਗੁਰਦੁਆਰੇ ਬੈਠਾ ਹੈ, ਨਹੀਂ ਸਾਧ ਸੰਗਤ ਜੀ, ਸਾਡੇ ਕਾਰਜਾਂ ਦੇ ਵਿੱਚ ਆ ਕੇ ਸਾਡੇ ਕਾਰਜ ਸਵਾਰਦਾ ਗੁਰੂ। ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠ ਧਾਵੈ। ਹਾਂ, ਅੱਜ ਕੱਲ੍ਹ ਦੁਨੀਆ ਨਹੀਂ ਨੇੜੇ ਲੱਗਦੀ। ਜਰਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਈ ਹੈ, ਗੁਰੂ ਦਾਦਾ ਜੀ ਕਿਰਪਾ ਕਰਨੀ ਹੈ, ਲਾਜ ਰੱਖਣੀ ਹੈ। ਹਾਂ ਤਾਂ ਮੈਂ ਇਕਿਰਤ ਘਣ, ਹਾਂ ਤਾਂ ਮੈਂ ਭੁੱਲਣ ਹਾਰਾ, ਹਾਂ ਤਾਂ ਮੈਂ ਤੇਰਾ ਸਵੰਗੀ, ਹਾਂ ਤਾਂ ਮੈਂ ਤੇਰਾ ਪਖੰਡੀ, ਤੇਰਾ ਅਸਲੀ ਸਿੱਖ ਤਾਂ ਨਹੀਂ ਹਾਂ ਮੈਂ। ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਗਰਸਿਆ ਹੋਇਆ, ਪਰ ਤੇਰਾ ਪਹਿਰਾਵਾ ਜ਼ਰੂਰ ਪਾਇਆ। ਲਾਜ ਰੱਖਣੀ ਹੈ ਮੇਰੇ ਪ੍ਰੀਤਮਾ। ਸਤਿਗੁਰੂ ਦਾ ਏਡਾ ਬਰਕਤਾਂ ਭਰਿਆ ਹੱਥ ਹੈ ਨਾ, ਜਿੱਧਰ ਨੂੰ ਕਰਤਾ ਸਾਧ ਸੰਗਤ ਦੀ ਤੋਟ ਆਉਂਦੀ ਉਹ ਨਹੀਂ ਕਾਸੇ ਦੀ। ਬੇਅੰਤ 9 ਨਿਧੀਆਂ ਰਿੱਧੀਆਂ ਸਿੱਧੀਆਂ ਮੇਰੇ ਸਤਿਗੁਰੂ ਦੇ ਪਵਿੱਤਰ ਪਾਵਨ ਚਰਨ ਕਮਲਾਂ ਦੇ ਵਿੱਚ ਵਸਦੀਆਂ ਨੇ। ਜਰਾ ਕਿ ਉਹਨਾਂ ਨੇ ਚਰਨ ਵੀ ਨਾ ਕਰਤਾ ਆਪਣੇ ਸੇਵਕ ਵਾਲੇ ਪਾਸੇ। ਸਾਧ ਸੰਗਤ ਜੀ, ਸੇਵਕ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ। ਫਿਰ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੈ ਮੰਦਾ। ਇਹ ਵੈਰੀਆਂ ਨੂੰ ਵੀ ਮਿੱਤਰ ਬਣਾਉਂਦਾ ਉਹ। ਐਡਾ ਮੇਰਾ ਸਤਿਗੁਰੂ ਸਮਰੱਥ ਹੈ ਉਹ। ਜਰਾ ਕਿ ਵਿਆਹ ਦੇ ਕਾਰਡ ਤੇ ਲਿਖ ਕੇ ਦਿਆਏ ਨਾ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਸਮੇਤ ਕਿਰਪਾ ਕਰਨੀ ਹੈ। ਸਾਧ ਸੰਗਤ ਜੀ, ਇਹਦਾ ਮਤਲਬ ਇਹ ਨਹੀਂ ਅਸੀਂ ਕਹਿ ਕੇ ਆ ਗਏ ਉਹ ਭੁੱਲ ਗਏ, ਨਹੀਂ। ਅਸੀਂ ਭੁੱਲ ਜੰਨੇ ਉਹਨਾਂ ਲਈ ਆਸਣ ਵਿਛਾਉਣਾ, ਅਸੀਂ ਭੁੱਲ ਜੰਨੇ ਉਹਨਾਂ ਨੂੰ ਕਿ ਅਸੀਂ ਸੱਦਾ ਵੀ ਦਿੱਤਾ ਭੋਗ ਲਵਾਉਣਾ, ਅਸੀਂ ਭੁੱਲ ਜੰਨੇ ਉਹਨਾਂ ਦੀ ਖਾਤਰਦਾਰੀ ਕਰਨੀ। ਪਰ ਮੇਰੇ ਸਤਿਗੁਰੂ ਐਡੇ ਸਮਰੱਥ ਨੇ ਸਾਧ ਸੰਗਤ ਜੀ। ਉਹ ਇਹ ਜੀਭ ਬੜੀ ਛੋਟੀ ਪੈ ਜਾਂਦੀ ਹੈ ਉਹਨਾਂ ਦੀ ਵਡਿਆਈ ਕਰਦਿਆਂ। ਇਹ ਜੀਭ ਬੜੀ ਛੋਟੀ ਪੈ ਜਾਂਦੀ ਹੈ, ਇਹ ਭਾਸ਼ਾ ਬੜੀ ਬੌਣੀ ਰਹਿ ਜਾਂਦੀ ਹੈ। ਉਹਨਾਂ ਦੇ ਗੁਣ ਨਹੀਂ ਮੁੱਕਦੇ, ਉਹਨਾਂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਦੇ ਹੱਡਾਂ ਨਾਲ ਹੰਢਾ ਹੰਢਾ ਕੇ ਇਹ ਗੱਲਾਂ ਦੇਖ ਲੀਆਂ। ਮੇਰੇ ਦਾਤਿਆ ਤੂੰ ਕਿੱਡਾ ਵੱਡਾ ਹੈ, ਤੈਨੂੰ ਗਰੀਬ ਨਵਾਜ ਕਹਿੰਦੇ ਨੇ। ਵਾਕਈ ਤੂੰ ਗਰੀਬ ਨਵਾਜ ਹੈ, ਵਾਕਈ ਗਰੀਬ ਨਵਾਜ ਹੈ, ਕੋਈ ਸ਼ੱਕ ਨਹੀਂ। ਉਹਦੇ ਜਿੱਡਾ ਕੋਈ ਹੈ ਹੀ ਨਹੀਂ। ਉਹ ਕਰਨਹਾਰ ਹੈ, ਗੁਰਮੁਖ ਸੱਚੀ ਸੋਏ। ਗੁਰੂ ਦੇ ਰਾਹੀਂ ਹੀ ਸੱਚੀ ਸੋਭਾ ਮਿਲਦੀ ਹੈ। ਸੱਚੀ ਸੋਭਾ ਉਹ ਨਹੀਂ ਮਿਲਦੀ
ਬਾਹਰ ਪਖੰਡ ਕਰਾਂਗੇ, ਲੋਕ ਕਹਿਣਗੇ ਹਾਂਜੀ ਮਿੱਠ ਬੋਲਦਾ ਹੈ, ਇਹ ਚੰਗਾ ਹੈ, ਇਹ ਫਲਾਣਾ, ਇਹ ਧਮਕ ਹੈ। ਨਹੀਂ, ਜਦੋਂ ਗੁਰੂ ਸਵਾਰ ਦਿੰਦਾ ਨਾ, ਉਹਦੀ ਸੋਭਾ ਸੱਚੀ ਹੋ ਜਾਂਦੀ ਹੈ। ਕਈ ਵਾਰੀ ਮੈਂ ਨਿਗਾਹ ਮਾਰਦਾ ਆਪਣੇ ਜੀਵਨ ਤੇ, ਰਘਬੀਰ ਸਿੰਘਾ ਜੇ ਤੂੰ ਸੰਵਰਿਆ ਨਹੀਂ ਹੈ, ਪਰ ਗੁਰੂ ਮਹਾਰਾਜ ਦੀ ਕਿਰਪਾ, ਬਾਬਾ ਜੀ ਦੀ ਕਿਰਪਾ ਸਦਕਾ ਬਾਜ਼ਾਰ 'ਚ ਜਿੱਥੇ ਜਾਈਦਾ, ਅੱਛਾ ਉਹ ਤੁਸੀਂ ਸਤਸੰਗ ਭਵਨ ਜਾਂਦੇ ਹੋ ਨਾ, ਵੀਰ ਜੀ ਬੈਠੋ ਇੱਥੇ ਫਲਾਣਾ ਧਮਕਾ, ਕਿੰਨਾ ਉਹ ਜਿਹੜਾ ਹੈ ਮਤਲਬ ਸਤਿਕਾਰ ਮਿਲਦਾ, ਕਿੰਨੀ ਸ਼ੋਭਾ ਮਿਲਦੀ ਆ। ਇਹ ਹੈ ਮਹਾਰਾਜ ਕਹਿੰਦੇ ਸੱਚੀ ਗੁਰੂ ਦੇ ਰਾਹੀਂ ਸੱਚੀ ਸ਼ੋਭਾ ਸੋਏ ਮਨੇ ਸ਼ੋਭਾ ਹੁੰਦੀ ਹੈ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰੂ ਤੋਂ ਬਾਹਰ ਸਾਧ ਸੰਗਤ ਜੀ ਕੋਈ ਚੀਜ਼ ਹੀ ਨਹੀਂ, ਕੋਈ ਗੱਲ ਨਹੀਂ ਗੁਰੂ ਤੋਂ ਬਾਹਰ। ਐਸਾ ਕੋਈ ਕੰਮ ਨਹੀਂ ਜਿਹੜਾ ਗੁਰੂ ਦੇ ਅਧਿਕਾਰ ਖੇਤਰ ਦੇ ਵਿੱਚ ਨਾ ਆਉਂਦਾ ਹੋਵੇ। ਵੱਡੇ ਤੋਂ ਵੱਡਾ ਅਫਸਰ ਹੀ ਹੈ ਨਾ, ਜੇ ਉਹਨੂੰ ਕੰਮ ਕਹੀਏ ਉਹ ਕਹਿੰਦਾ ਵੀਰ ਜੀ ਇੱਥੇ ਤੱਕ ਤਾਂ ਮੈਂ ਕਰ ਦਿੰਦਾ, ਐਦੋਂ ਅੱਗੇ ਨਾ ਮੇਰੇ ਕੋਲੇ ਕੋਈ ਜਿਹੜਾ ਹੈ ਇਹ ਮੈਂ ਨਹੀਂ ਕਰ ਸਕਦਾ, ਇਹ ਚੰਡੀਗੜ੍ਹੋਂ ਵੱਡੇ ਅਫਸਰ ਤੋਂ ਕਰਵਾ ਕੇ ਲਿਆਉਣਾ ਪਊਗਾ। ਸਾਰਿਆਂ ਦੇ ਅਧਿਕਾਰ ਖੇਤਰ ਨੇ, ਪਰ ਗੁਰੂ ਦਾ ਅਧਿਕਾਰ ਖੇਤਰ ਐਡਾ ਵੱਡਾ ਨਾ, ਜੇ ਉਹਨੂੰ ਕਹਦੇ ਸਤਿਗੁਰੂ ਇਹ ਚੰਦਰਮਾ ਤੋੜ ਕੇ ਮੇਰੀ ਝੋਲੀ 'ਚ ਪਾ ਦਿਓ, ਇਹ ਵੀ ਉਹਦੇ ਅਧਿਕਾਰ ਖੇਤਰ 'ਚ ਹੈ। ਦੇਖੋ ਹੁਣ ਭਾਈ ਉਦਮ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕੀਤੀ, ਲੱਕੜਾਂ ਦਿੱਤੀਆਂ। ਗੁਰੂ ਮਹਾਰਾਜ ਕਹਿੰਦੇ ਵੀ ਫਿਰ ਮੰਗ ਲੈ, ਕੀ ਮੰਗਣਾ ਹੈ। ਉਹਨੇ ਸੰਗਦੇ ਨੇ ਮੰਗਿਆ ਨਹੀਂ। ਉਹਦੀ ਨੌਜਵਾਨ ਬੇਟੀ ਸੀ, ਉਹ ਕਹਿੰਦੀ ਜੀ ਮੇਰੇ ਬਜ਼ੁਰਗ ਪਿਤਾ ਜੀ ਸੰਗਦੇ ਨੇ ਵੀ ਦਾੜੀ ਚਿੱਟੀ ਹੋ ਗਈ, ਹੁਣ ਮੈਂ ਕੀ ਮੰਗਾਂ। ਗੁਰੂ ਮਹਾਰਾਜ ਮੇਰੇ ਨਾਲ ਭਰਾ ਨਹੀਂ ਹੈਗਾ, ਮੈਨੂੰ ਭਰਾ ਚਾਹੀਦਾ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਜਦੋਂ ਨਿਗਾਹ ਮਾਰੀ ਅੱਗੇ ਪਿੱਛੇ, ਕਹਿੰਦੇ ਉਹ ਭਾਈ ਉਦਮ ਪਿੱਛੇ 100 ਸਾਲਾਂ ਤੋਂ ਤੇਰੇ ਪੁੱਤਰ ਨਹੀਂ ਸੀ, ਕੋਈ ਬੱਚਾ ਨਹੀਂ ਸੀ, ਅਗਲੇ 100 ਜਨਮਾਂ ਤੱਕ ਵੀ ਤੇਰੇ ਕੋਈ ਬੱਚਾ ਤੇਰੇ ਭਾਗਾਂ 'ਚ ਨਹੀਂ ਹੈ। ਉਹ ਕਹਿੰਦੇ ਕੋਈ ਨਹੀਂ, ਘਬਰਾ ਨਾ, ਤੂੰ ਗੁਰੂ ਨਾਨਕ ਦੀ ਸ਼ਰਨ 'ਚ ਆਇਆ, ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ। ਮੇਰੇ 4 ਸਾਹਿਬਜ਼ਾਦੇ ਨੇ, ਇੱਕ ਸਾਹਿਬਜ਼ਾਦਾ ਅਜੇ ਆਉਣਾ, ਉਹ ਤੇਰੇ ਘਰ ਆਏਗਾ। ਫਿਰ ਉਦਮ ਦੇ ਭਾਈ ਉਦਮ ਦੇ ਘਰ ਉਹ ਆਇਆ ਜਿਹਦਾ ਨਾਮ ਭਾਈ ਭਗਤੂ ਰੱਖਿਆ ਸੀ। ਗੁਰੂ ਕੀ ਨਹੀਂ ਕਰ ਸਕਦਾ, ਇਹ ਹੈ ਉਹ ਸਾਰਾ ਕੁਝ ਉਹਦੇ ਅਧਿਕਾਰ ਖੇਤਰ 'ਚ। ਗੁਰ ਤੇ ਬਾਹਰ ਕੁਛ ਨਹੀਂ, ਉਹਦੇ ਬਾਹਰ ਕੁਛ ਵੀ ਨਹੀਂ ਹੈਗਾ। ਜੋ ਸੂਰਜ ਨੂੰ ਕਹਿੰਦੇ ਨਾ ਸੂਰਜਾ ਇੱਥੇ ਹੀ ਖੜਾ ਰਹਿ, ਉਹਨੇ ਇੱਥੇ ਹੀ ਖੜੇ ਰਹਿਣਾ। ਜੋ ਕਹਿੰਦੇ ਨਾ ਵੀ ਸੂਰਜਾ ਤੂੰ ਹੁਣ ਅੱਧੀ ਰਾਤ ਨੂੰ ਚੜ੍ਹ ਜੀ, ਉਹਨੇ ਅੱਧੀ ਰਾਤ ਨੂੰ ਚੜ੍ਹ ਜਾਣਾ। ਗੁਰੂ ਤਾਂ ਆਪਾਂ ਪੜ੍ਹਦੇ ਹਾਂ ਜਨਮ ਸਾਖੀਆਂ 'ਚ, ਕਿੱਕਰਾਂ ਤੋਂ ਮਿਠਾਈਆਂ ਡਿੱਗਣ ਪਈਆਂ, ਕਿੱਕਰਾਂ ਤੋਂ ਮਿਠਾਈਆਂ ਡਿੱਗ ਪਈਆਂ। ਗੁਰੂ ਸਭ ਕੁਝ ਕਰ ਸਕਦਾ। ਹਾਂ, ਸਾਨੂੰ ਬੇਨਤੀ ਕਰਨੀ ਆਉਂਦੀ ਹੋਵੇ, ਸਾਨੂੰ ਅਰਦਾਸ ਕਰਨੀ ਆਉਂਦੀ ਹੋਵੇ ਤਾਂ ਗੱਲ। ਗੁਰ ਕੀਤਾ ਲੋੜੇ ਸੋ ਹੋਏ। ਕਹਿੰਦੇ ਜੋ ਗੁਰੂ ਲੋੜਦਾ ਨਾ ਉਹਦਾ ਕੀਤਾ ਉਹੀ ਹੁੰਦਾ। ਗੁਰੂ ਦਾ ਕੀਤਾ ਹੋਇਆ ਸਾਰਾ ਕੁਝ ਹੁੰਦਾ, ਜੋ ਉਹਨੂੰ ਚੰਗਾ ਲੱਗਦਾ ਉਹੀ ਹੁੰਦਾ। ਅੱਗੇ ਸਤਿਗੁਰੂ ਕਹਿੰਦੇ ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰ ਦਾਤਾ ਹਰ ਨਾਮ ਦੇ, ਉਧਰੈ ਸਭ ਸੰਸਾਰ, ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਂਚਾ ਅਗੰਮ ਅਪਾਰ, ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨ ਹਾਰ। ਤੀਰਥ ਸਾਧ ਸੰਗਤ ਜੀ ਉਸ ਸਥਾਨ ਨੂੰ ਕਹਿੰਦੇ ਨੇ ਜਿੱਥੇ ਜਾ ਕੇ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਮੈਲ ਉਤਰ ਗਈ ਪਾਪਾਂ ਦੀ। ਗੁਰੂ ਦੀ ਸ਼ਰਨ ਦੇ ਵਿੱਚ ਜਾਇਆ ਸਾਧ ਸੰਗਤ ਜੀ ਜਨਮਾਂ ਜਨਮਾਂ ਦੇ ਕਿਲ ਵੇਖ ਨਾਸ ਹੋ ਜਾਂਦੇ ਨੇ। ਗੁਰੂ ਤਾਂ ਉਹ ਹਸਤੀ ਹੈ ਜਿਹੜੀ ਤੀਰਥਾਂ ਦਾ ਵੀ ਮੈਲ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਨੇ। ਬੇਅੰਤ ਸਤਿਗੁਰੂ ਲਿਖਦੇ ਨੇ ਕੋਟ ਤੀਰਥ ਜਨ ਕੇ ਚਰਨ ਕੋਟ ਤੀਰਥ ਗੰਗਾ। ਗੁਰਸਿੱਖਾਂ ਦੇ ਚਰਨਾਂ 'ਚ ਹੀ ਬੇਅੰਤ ਤੀਰਥ ਵਸਦੇ ਨੇ। ਫਿਰ ਹੁਣ ਗੁਰੂ ਦੇ ਚਰਨਾਂ 'ਚ ਤਾਂ ਪਤਾ ਨਹੀਂ ਕਿੰਨੇ ਕੁ ਤੀਰਥ ਹੋਣਗੇ। ਸਾਨੂੰ ਸਪੈਸ਼ਲ ਜਾ ਕੇ ਤੀਰਥਾਂ 'ਤੇ ਜਿਹੜਾ ਹੈ ਉਹ ਕਰਨ ਦੀ ਲੋੜ ਨਹੀਂ ਹੁੰਦੀ। ਸਾਨੂੰ ਤਾਂ ਸਿਰਫ ਨਾ ਅਸੀਂ ਤਾਂ ਮਤਲਬ ਇਹ ਹੈ ਗੁਰੂ ਦੇ ਚਰਨਾਂ ਦੇ ਵਿੱਚ ਹੀ ਨਮਸਕਾਰ ਕਰਨੀ ਹੁੰਦੀ ਹੈ। ਸਮਝ ਲਓ ਸਾਡਾ ਸਾਰੇ ਤੀਰਥਾਂ 'ਤੇ ਇਸ਼ਨਾਨ ਹੋ ਗਿਆ। ਗੁਰੂ ਤੀਰਥ ਹੈ। ਗੁਰ ਪਾਰ ਜਾਤ, ਪਾਰ ਜਾਤ ਉਹ ਦਰਖਤ ਹੈ ਸਾਧ ਸੰਗਤ ਜੀ ਨੂੰ ਕਲਪ ਬ੍ਰਿਸ਼ ਵੀ ਕਹਿੰਦੇ ਨੇ, ਜਿਹੜਾ ਸਵਰਗਾਂ ਦਾ ਰੁੱਖ ਗਿਣਿਆ ਗਿਆ ਹਿੰਦੂ ਫਿਲਾਸਫੀ ਦੇ ਅਨੁਸਾਰ। ਗੁਰੂ ਪਾਰ ਜਾਤ ਭਾਵ ਗੁਰੂ ਦੇ ਅਧਿਕਾਰ ਦੇ ਵਿੱਚ ਬੇਅੰਤ ਜੰਗਲ ਪਾਰ ਜਾਤ ਰੁੱਖਾਂ ਦੇ ਨੇ। ਇੱਕ ਪਾਰ ਜਾਤ ਰੁੱਖ ਦੀ ਗੱਲ ਨਹੀਂ, ਬੇਅੰਤ ਪਾਰ ਜਾਤਾਂ ਦੇ ਬੇਅੰਤ ਜੰਗਲ ਗੁਰੂ ਦੇ
ਅੰਡਰ ਨੇ। ਪਾਰ ਜਾਤ ਰੁੱਖ ਹੋ ਸਕਦਾ ਕਿਸੇ ਚੀਜ਼ ਨੂੰ ਕਹਦੇ ਭਈ ਇਹ ਤਾਂ ਮੈਂ ਦੇ ਨਹੀਂ ਸਕਦਾ, ਆਪਾਂ ਮੁਕਤੀ ਮੰਗੀ, ਉਹ ਕਹਿ ਸਕਦੇ ਸੰਸਾਰਕ ਪਦਾਰਥ ਹੋ ਸਕਦਾ ਪਾਰ ਜਾਤ ਦੇ ਸਕਦਾ ਹੋਵੇ। ਹੋ ਸਕਦਾ ਮੁਕਤੀ ਗੁਰੂ ਦਾ ਮਿਲਾਪ, ਪਰਮੇਸ਼ਰ ਦਾ ਮਿਲਾਪ ਪਾਰ ਜਾਤ ਨਾ ਕਰਵਾ ਸਕਦਾ ਹੋਵੇ। ਗੁਰੂ ਪਾਰ ਜਾਤ ਤੋਂ ਵੀ ਕਿਤੇ ਉੱਪਰ ਹੈ। ਬੇਅੰਤ ਜੰਗਲ ਨੇ, ਬੇਅੰਤ ਪਾਰ ਜਾਤ ਸਤਿਗੁਰੂ ਦੇ ਚਰਨਾਂ 'ਚ ਨੇ। ਗੁਰ ਮਨਸਾ ਪੂਰਨ ਹਾਰ। ਸਾਧ ਸੰਗਤ ਜੀ, ਗੁਰੂ ਦੇ ਕੋਲੇ ਅਸੀਂ ਜੋ ਮਨਸਾ ਲੈ ਕੇ ਜਾਂਦੇ ਹਾਂ ਨਾ, ਉਹ ਪੂਰੀ ਹੁੰਦੀ ਹੈ। ਹਾਂ, ਕਿੰਨਾ ਚੰਗਾ ਹੋਵੇ ਅਸੀਂ ਸ਼ੁਭ ਮਨਸਾ ਲੈ ਕੇ ਜਾਈਏ, ਸ਼ੁਭ ਇੱਛਾ ਲੈ ਕੇ ਜਾਈਏ ਸਤਿਗੁਰੂ ਦੇ ਚਰਨਾਂ 'ਚ। ਮਹਾਰਾਜ ਸਭ ਦਾ ਭਲਾ ਕਰੇ। ਜਿਹੜਾ ਮੇਰਾ ਮਾੜਾ ਕਰ ਰਿਹਾ ਨਾ, ਮੇਰੇ ਸਤਿਗੁਰੂ ਉਹਨੂੰ ਵੀ ਸਮੱਤ ਬਖਸ਼, ਉਹਨੂੰ ਵੀ, ਉਹਦੇ ਵੀ ਹਿਰਦੇ ਨੂੰ ਸ਼ਾਂਤੀ ਬਖਸ਼। ਉਹ ਵੀ ਐਵੇਂ ਤਪੀ ਜਾਂਦਾ, ਉਹਦੇ ਵੀ ਕਿਰਪਾ ਕਰ। ਇਹ ਮੰਗੀਏ, ਸਤਿਗੁਰੂ ਸ਼ਾਇਦ ਸਾਡੀ ਮੰਗ ਮੰਗ ਲੈਣ। ਜੇ ਅਸੀਂ ਕਹੀਏ ਸਤਿਗੁਰੂ ਦੀ ਲੱਤ ਟੁੱਟ ਜੇ, ਉਹਦਾ ਫਲਾਣਾ ਹੋ ਜੇ, ਉਹਦਾ ਬੇੜਾ ਗਰਕ ਹੋ ਜੇ, ਕਈ ਵਾਰੀ ਉਹ ਸਾਡੀ ਮਨਸਾ ਪੂਰੀ ਨਹੀਂ ਹੁੰਦੀ, ਕਿਉਂਕਿ ਹੋ ਸਕਦਾ ਅਸੀਂ ਪਿਛਲੇ ਜਨਮਾਂ ਦਾ ਉਹਦਾ ਫਲ ਚੁਕਾ ਰਹੇ ਹੋਈਏ। ਗਰੀਬ ਨਵਾਜ ਕਹਿੰਦੇ ਉਹ ਹਰ ਤਰ੍ਹਾਂ ਦੀ ਮਨਸਾ ਨੂੰ ਪੂਰਨ ਵਾਲਾ ਹੈ ਸਤਿਗੁਰੂ। ਗੁਰ ਦਾਤਾ ਹਰ ਨਾਮ ਦੇ। ਗੁਰੂ ਦਾ ਐਡਾ ਵੱਡਾ ਦਾਤਾ ਹੈ ਹਰੀ ਦਾ ਨਾਮ, ਜਿਹੜਾ ਕੋਈ ਦੇਵੀ ਦੇਵਤਾ, ਪੀਰ ਪਗੰਬਰ, ਔਲੀਆ ਨਹੀਂ ਦੇ ਸਕਦਾ। ਗੁਰੂ ਹਰੀ ਦਾ ਨਾਮ ਵੀ ਦੇ ਦਿੰਦਾ, ਨਾਲੇ ਉਹ ਦਿੰਦਾ ਦਾਨ ਦੇ ਵਿੱਚ, ਮੁੱਲ ਨਹੀਂ ਦਿੰਦਾ, ਉਹ ਵੇਚਦਾ ਨਹੀਂ। ਮੁੱਲ ਤਾਂ ਅਸੀਂ ਖਰੀਦ ਨਹੀਂ ਸਕਦੇ, ਨਾਮ ਤਾਂ ਅਮੋਲਕ ਹੈ। ਮੁੱਲ ਤਾਂ ਅਸੀਂ ਸਾਰੀ ਸ੍ਰਿਸ਼ਟੀ ਵੀ ਵੇਚ ਦਈਏ ਜੇ ਤਾਂ ਵੀ ਹਰੀ ਦਾ ਨਾਮ ਨਹੀਂ ਖਰੀਦ ਸਕਦੇ। ਉਹ ਸਾਨੂੰ ਦਾਨ 'ਚ ਦਿੰਦਾ। ਗੁਰੂ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਤੁਮ ਬੜ ਦਾਤੇ ਦੇ ਰਹੇ। ਕਹਿੰਦੇ ਉਹ ਗੁਰੂ ਹਰੀ ਦਾ ਨਾਮ ਦਿੰਦਾ। ਉਹ ਹਰੀ ਦੇ ਨਾਮ 'ਚ ਇੰਨੀ ਸ਼ਕਤੀ ਹੈ, ਭਾਵ ਸਾਨੂੰ ਇੰਨੀ ਸ਼ਕਤੀਸ਼ਾਲੀ ਚੀਜ਼ ਦਿੰਦਾ ਗੁਰੂ। ਉਧਰ ਅਸਲ ਸੰਸਾਰ ਜਿਹੜਾ ਸਾਰੇ ਸੰਸਾਰ ਨੂੰ ਉਧਾਰ ਸਕਦਾ। ਹਰੀ ਦੇ ਨਾਮ ਦੇ ਆਸਰੇ ਸਾਰਾ ਸੰਸਾਰ ਕੀ, ਪੂਰਾ ਬ੍ਰਹਮੰਡ ਇਹ ਜਿਹੜਾ ਹੈ ਉਧਰ ਸਕਦਾ। ਸਾਨੂੰ ਐਡੀ ਸ਼ਕਤੀਸ਼ਾਲੀ ਚੀਜ਼ ਦਿੰਦਾ। ਪਰ ਗੁਰੂ ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗੰਮ ਅਪਾਰ। ਗੁਰੂ ਸਮਰੱਥ ਹੈ। ਉਹ ਖੁਸਰੇ ਦੇ ਘਰ ਵੀ ਪੁੱਤਰ ਪੈਦਾ ਕਰ ਸਕਦਾ। ਉਹ ਚੋਰਾਂ, ਜਾਰਾਂ, ਠੱਗਾਂ, ਕਤਲਈਆਂ, ਬਸ਼ਾਈਆਂ, ਰਾਖਸ਼ਾਂ ਨੂੰ ਬ੍ਰਹਮ ਗਿਆਨੀ ਬਣਾਉਣ ਦੀ ਸਮਰੱਥਾ ਰੱਖਦਾ। ਗੁਰੂ ਖਾਰੇ ਤੱਤੇ ਪਾਣੀਆਂ ਨੂੰ ਠੰਡੇ ਸ਼ੀਤਲ ਜਲ ਅੰਮ੍ਰਿਤ ਦੇ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ। ਗੁਰੂ ਦਰਿਆਵਾਂ ਦੇ ਰੁੱਖ ਮੋੜ ਸਕਦਾ ਹੈ। ਗੁਰੂ ਸਾਧ ਸੰਗਤ ਜੀਓ, ਇਹ ਕਹਿ ਲਓ ਵੀ ਇੰਨੀਆਂ ਬਰਕਤਾਂ ਪਾ ਸਕਦਾ ਹੈ। ਇੱਕ ਭੁੱਖਾ ਟੁੰਡਾ ਪਿੰਗਲਾ ਵੀ ਪਰਬਤਾਂ ਤੇ ਚੜ੍ਹ ਸਕਦਾ ਹੈ। ਅੰਨੇ ਨੂੰ ਵੀ ਤਰੇ ਭਾਵਨਾ ਦੀ ਸੋਝੀ ਦੇ ਸਕਦਾ ਹੈ। ਮੂਰਖਾਂ ਨੂੰ ਉਹ ਬ੍ਰਹਮ ਗਿਆਨ ਦੀ ਦਾਤ ਦੇ ਕੇ ਵੱਡੇ ਵੱਡੇ ਵਿਦਵਾਨਾਂ ਦੇ ਨੱਕ ਮੜਵਾ ਸਕਦਾ ਹੈ। ਹੁਣ ਦਿਮਾਗ ਛੋਟਾ ਹੈ, ਗੁਰੂ ਦੀ ਸਮਰੱਥਾ ਦੱਸਣ ਵਾਸਤੇ ਐਦੋਂ ਵੱਧ ਗੱਲਾਂ ਔੜਦੀਆਂ ਹੀ ਨਹੀਂ, ਸੁਝਦੀਆਂ ਹੀ ਨਹੀਂ। ਦਿਮਾਗ ਛੋਟਾ ਹੈ, ਮਤ ਦੀ ਇੱਕ ਸੀਮਾ ਹੈ। ਗੁਰੂ ਤਾਂ ਅਸੀਮ ਹੈ, ਗੁਰੂ ਦੀ ਸਮਰੱਥਾ ਅਸੀਮ ਹੈ। ਬੁੱਧੀ ਦੀ ਤਾਂ ਇੱਕ ਸੀਮਾ ਹੈ, ਇੱਕ ਘੇਰਾ ਹੈ, ਉਹ ਤਾਂ ਘੇਰੇ ਤੋਂ ਬਾਹਰ ਹੈ ਗੁਰੂ ਤੋਂ। ਉਹ ਸਮਰੱਥ ਹੈ। ਗੁਰ ਨਿਰੰਕਾਰ, ਅਸਲ ਦੇ ਵਿੱਚ ਗੁਰੂ ਨਿਰੰਕਾਰ ਦਾ ਹੀ ਸਰਗੁਣ ਸਰੂਪ ਹੈ। ਨਿਰੰਕਾਰ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਗੁਰ ਉੱਚਾ, ਗੁਰੂ ਬਹੁਤ ਉੱਚਾ ਹੈ। ਸੋਚ ਕਰਕੇ ਉੱਚਾ ਹੈ, ਮਤ ਕਰਕੇ ਉੱਚਾ ਹੈ, ਕਰਨੀ ਕਰਕੇ ਉੱਚਾ ਹੈ। ਉਹ ਸ਼ੁਭ ਗੁਣਾ ਕਰਕੇ ਉੱਚਾ ਹੈ ਗੁਰੂ। ਅਗੰਮ ਅਪਾਰ, ਉਹ ਅਪਹੁੰਚ ਹੈ, ਬੇਅੰਤ ਹੈ ਗੁਰੂ। ਸਾਧ ਸੰਗਤ ਜੀ, ਸਾਡੀ ਭਾਸ਼ਾ ਨਾ ਗੁਰੂ ਦੇ ਗੁਣਾਂ ਨੂੰ ਬਿਆਨ ਕਰਨ ਵਾਸਤੇ ਸਮਰੱਥ ਨਹੀਂ ਹੈ। ਸਾਡੀ ਭਾਸ਼ਾ ਦੀ ਇੱਕ ਸੀਮਾ ਹੈ, ਗੁਰੂ ਦੇ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਗਰੀਬ ਨਵਾਜ ਕਹਿੰਦੇ ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨ ਹਾਰ। ਦੇਖੋ ਗੱਲ ਕਹਿਤੀ ਸਤਿਗੁਰੂ ਨੇ, ਗੁਰੂ ਦੀ ਮਹਿਮਾ ਤਾਂ ਅਗੰਮ ਹੈ। ਇਹ ਕਥਨ ਹਾਰਾ ਕੀ ਕੱਥ ਸਕਦਾ? ਨਹੀਂ ਕੱਥ ਸਕਦਾ। ਕਰੋੜਾਂ ਜਨਮ ਵੀ ਨਾ ਜੇ ਉਹਦੀ ਮਹਿਮਾ ਕਰਦੇ ਰਹੀਏ, ਸ਼ਾਇਦ ਮੈਨੂੰ ਲੱਗਦਾ ਉਹਦੀ ਮਹਿਮਾ ਪੂਰੀ ਨਹੀਂ ਕਹਿ ਸਕਦੇ। ਹਿੰਦੂ ਫਿਲਾਸਫੀ ਦੇ ਮੁਤਾਬਕ ਸ਼ੇਸ਼ਨਾਗ ਹੈ, ਉਹ ਵਿਸ਼ਨੂੰ ਭਗਵਾਨ ਦੀ ਨਹੀਂ ਗੁਣ ਗਾ ਸਕਿਆ, ਪਰਮਾਤਮਾ ਦੇ ਤਾਂ ਕਿੱਥੋਂ ਗਾਏ ਜਾਣਗੇ। ਕਹਿੰਦੇ ਉਹਦੇ ਹਜ਼ਾਰਾਂ ਫਣ ਨੇ, ਇੱਕ ਫਣ ਦੇ ਵਿੱਚ 2-2 ਜੀਭਾਂ ਨੇ। ਉਹ ਫਿਰ ਲਗਾਤਾਰ ਗੁਣ ਗਾਈ ਜਾਂਦਾ। ਉਹਦੇ ਗੁਣ ਹੁਣ ਤੱਕ ਨਹੀਂ ਗਾ ਸਕਿਆ। ਗੁਰੂ ਤਾਂ ਫਿਰ ਕਰੋੜਾਂ ਬ੍ਰਹਮਾ ਵਿਸ਼ਨੂੰ ਮਹੇਸ਼ ਬਣਾਉਣ ਵਾਲਾ। ਫਿਰ ਉਹਦੇ ਗੁਣ ਇੱਕ ਸੰਸਾਰਕ ਜੀਵ ਕੀ ਗਾ ਸਕਦਾ ਹੈ, ਕੀ ਸਮਰੱਥ ਹੈ? ਮਹਾਰਾਜ ਕਹਿੰਦੇ ਗੁਰੂ ਦੀ ਮਹਿਮਾ ਤਾਂ ਅਗੰਮ ਹੈ, ਇਹ ਕਥਨਹਾਰ ਕੀ ਕਰ ਸਕਦਾ? ਭਾਵ ਨਹੀਂ ਕਰ ਸਕਦਾ। ਸਤਿਗੁਰੂ ਕਹਿੰਦੇ ਜਿਤੜੇ ਫਲ ਮਨ ਬਾਂਛੀਆਂ ਤਿਤੜੇ ਸਤਿਗੁਰ ਪਾਸ। ਮਨ ਦੇ ਵਿੱਚ ਜਿੰਨੇ ਵੀ ਫਲ, ਜਿੰਨੇ ਵੀ ਕਾਰਜ ਇੱਛੇ ਜਾਂਦੇ ਨੇ, ਮੰਗੇ ਜਾਂਦੇ ਨੇ, ਬਾਂਛਣਾ ਮਣੇ ਹੁੰਦਾ ਮੰਗਣਾ,
ਜਿਹਨੇ ਮੰਗੇ ਜਾਂਦੇ ਨੇ ਸਾਰੇ ਸਤਿਗੁਰੂ ਦੇ ਪਾਸ ਨੇ। ਸਤਿਗੁਰੂ ਤੋਂ ਅਸੀਂ ਕੁਝ ਵੀ ਮੰਗ ਲਈਏ, ਵਿਦਿਆ ਮੰਗ ਲਈਏ, ਕਲਾ ਮੰਗ ਲਈਏ, ਜ਼ੋਰ ਮੰਗ ਲਈਏ, ਜ਼ਮੀਨ ਮੰਗ ਲਈਏ, ਜ਼ੋਰੂ ਮੰਗ ਲਈਏ, ਰਾਜ ਮੰਗ ਲਈਏ, ਭਾਗ ਮੰਗ ਲਈਏ, ਸੁੰਦਰਤਾ ਮੰਗ ਲਈਏ, ਜੋ ਵੀ ਅਸੀਂ ਮੰਗ ਲਈਏ, ਦੁਸ਼ਮਣ ਦੇ ਉੱਤੇ ਫਤਿਹ ਮੰਗ ਲਈਏ, ਸਾਨੂੰ ਸਾਰਾ ਕੁਝ ਗੁਰੂ ਦੇ ਚਰਨਾਂ ਚੋਂ ਪ੍ਰਾਪਤ ਹੋਊਗਾ। ਸਾਰੇ ਸਤਿਗੁਰੂ ਦੇ ਕੋਲ ਨੇ। ਸਾਡੀਆਂ ਆਸ਼ਾਵਾਂ ਛੋਟੀਆਂ ਨੇ। ਗੁਰੂ ਵੱਡਾ ਦਾਤਾ, ਗੁਰੂ ਬਹੁਤ ਵੱਡਾ ਦਾਤਾ ਹੈ। ਹਾਂ, ਇੱਕ ਗੱਲ ਹੈ, ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ, ਪਰ ਸਾਨੂੰ ਮਿਲਣਾ ਉਹੀ ਹੈ ਜਿਹੜਾ ਅਸੀਂ ਪੂਰਵ ਜਨਮ 'ਚ ਲਿਖਾ ਕੇ ਲਿਆਏ ਹਾਂ। ਕਿਉਂਕਿ ਸਾਧ ਸੰਗਤ ਸਾਡੀ ਚਰੋਕਣੀ ਮੰਗ ਰਹੀ ਹੈ ਕਿ ਮੈਂ ਬੰਦਾ ਬਣ ਜਾ, ਮੈਂ ਔਰਤ ਬਣ ਜਾ, ਮੈਂ ਰਾਜਾ ਬਣ ਜਾ, ਮੈਂ ਰਾਣੀ ਬਣ ਜਾ, ਮੈਂ ਗਰੀਬ। ਕਈਆਂ ਬੰਦਿਆਂ ਨੂੰ ਨਾ ਮੈਂ ਸੋਹਣੇ ਜ਼ਮੀਨ ਜਾਇਦਾਦ ਵਾਲਿਆਂ ਨੂੰ ਕਹਿੰਦੇ ਸੁਣਿਆ, ਕਹਿੰਦੇ ਯਾਰ ਗਰੀਬ ਸਾਡੇ ਨਾਲ 100 ਗੁਣੇ ਚੰਗੇ ਨੇ। ਆਹ ਛੋਟਾ ਜਿਹਾ ਵਿਆਹ ਕਰਨਾ ਹੁੰਦਾ ਇਹਨਾਂ ਨੇ, ਆਹ ਛੋਟਾ ਜਿਹਾ ਇੱਕ ਕਮਰਾ ਜਿਹਾ ਪਾਉਣਾ ਹੁੰਦਾ, ਅਸੀਂ ਆਹ ਕੋਠੀਆਂ ਦੇ ਚੱਕਰਾਂ 'ਚ ਉਲਝ ਕੇ ਰਹਿ ਗਏ। ਇਹਦਾ ਮਤਲਬ ਉਹਦੀ ਗਰੀਬ ਬਣਨ ਦੀ ਇੱਛਾ। ਕਈ ਤਾਂ ਬੰਦਿਆਂ ਨੂੰ ਇੱਥੋਂ ਤੱਕ ਕਹਿੰਦੇ ਸੁਣਿਆ, ਕਹਿੰਦੇ ਯਾਰ ਚਿੜੀ ਜਾਨਵਰ ਸਾਡੇ ਨਾਲ 100 ਗੁਣੇ ਚੰਗੇ ਨੇ। ਫਿਰ ਬਣੀ ਜਾਓ ਭਾਈ ਚਿੜੀਆਂ, ਬਿੱਲੀਆਂ ਦਾ ਗਰਾਸ ਬਣੀ ਜਾਓ, ਹੋਰ ਸ਼ਿਕਾਰੀ ਪੰਛੀਆਂ ਦਾ ਜਿਹੜਾ ਹੈ ਖਾਣਾ ਬਣੀ ਜਾਓ, ਧੁੱਪ ਗਰਮੀ ਸਹੀ ਜਾਓ। ਅਸੀਂ ਤਾਂ ਮੰਗਣਾ ਸਤਿਗੁਰੂ, ਜੋ ਮਰਜ਼ੀ ਬਣਾ, ਜਨਮ ਮਰਨ ਖਤਮ ਕਰ ਚਾਹੇ ਨਾ ਕਰ, ਬਸ ਸਾਡੀ ਇੱਕ ਮੰਨ ਲੈ। ਤੇਰੀਆਂ ਲੱਖਾਂ ਮੰਨਣ ਨੂੰ ਤਿਆਰ ਹਾਂ, ਇੱਕ ਮੰਨ ਲੈ ਬਈ ਜਿੱਥੇ ਤੂੰ ਸਾਨੂੰ ਜਨਮ ਦੇਵੇਂ, ਪਰ ਦੇਈਂ ਆਪਣੇ ਚਰਨਾਂ 'ਚ ਮੇਰੇ ਸਤਿਗੁਰੂ। ਆਪਣੀ ਛਤਰ ਛਾਇਆ ਹੇਠਾਂ ਰੱਖੀ, ਰੋਜ਼ ਤੇਰੇ ਦਿਦਾਰੇ ਕਰੀਏ, ਰੋਜ਼ ਤੇਰੀ ਨਾਮ ਬਾਣੀ ਦਾ ਅਭਿਆਸ ਕਰੀਏ, ਤੇਰੇ ਪ੍ਰੇਮ ਦੇ ਵਿੱਚ ਰੰਗੇ ਹੋਏ ਜੰਮੀਏ, ਤੇਰੇ ਪ੍ਰੇਮ ਦੇ ਵਿੱਚ ਰੰਗੇ ਹੋਏ ਹੀ ਜੀਵਨ ਮਾਣੀਏ, ਤੇਰੇ ਪ੍ਰੇਮ ਦੇ ਵਿੱਚ ਰੰਗੇ ਹੋਏ ਹੀ ਅਸੀਂ ਇਸ ਦੁਨੀਆ ਤੋਂ ਕੂਚ ਕਰੀਏ। ਬਸ ਤੇਰੇ ਸਾਹਮਣੇ, ਤੇਰੀ ਗੋਦ ਦੇ ਵਿੱਚ ਹੀ ਸਾਡੇ ਪ੍ਰਾਣ ਨਿਕਲਣ। ਇਹ ਸਾਡੇ 'ਤੇ ਕਿਰਪਾ ਰੱਖਣੀ ਹੈ ਮੇਰੇ ਸਤਿਗੁਰੂ। ਇਹੀ ਉਹ ਤੋਂ ਮੰਗਣਾ। ਹੋਰ ਬਾਕੀ ਆਹ ਛੋਟੀਆਂ ਮੋਟੀਆਂ ਚੀਜ਼ਾਂ, ਆਹ ਫਲਾਣਾ ਚੰਗਾ, ਮੇਥੋਂ ਧਮਕਾ ਚੰਗਾ, ਇਹ ਆਪਾਂ ਲਾਲਸਾ ਨਹੀਂ ਰੱਖਣੀ ਹੈ। ਸਾਰੇ ਆਪੋ ਆਪਣੀ ਜਗ੍ਹਾ 'ਤੇ ਚੰਗੇ ਨੇ, ਸਾਰੇ ਆਪੋ ਆਪਣੀ ਜਗ੍ਹਾ 'ਤੇ ਦੁਖੀ ਨੇ। ਤੁਸੀਂ ਕਿਸੇ ਨੂੰ ਮਰਜ਼ੀ ਪੁੱਛ ਕੇ ਦੇਖ ਲਓ, ਅਨਪੜ੍ਹ ਨੂੰ ਪੁੱਛ ਲਓ, ਪੜ੍ਹੇ ਹੋਏ ਨੂੰ ਪੁੱਛ ਲਓ, ਅਮੀਰ ਨੂੰ ਪੁੱਛ ਲਓ, ਗਰੀਬ ਨੂੰ ਪੁੱਛ ਲਓ, ਔਰਤ ਨੂੰ ਪੁੱਛ ਲਓ, ਮਰਦ ਨੂੰ ਪੁੱਛ ਲਓ, ਜਿਹਦੀ ਨਾਲ ਤੁਸੀਂ ਨਾੜ 'ਤੇ ਹੱਥ ਰੱਖੋਗੇ ਉਹੀ ਧਾਹਾਂ ਮਾਰਦੀ ਹੈ ਜੀ ਮੇਰੇ ਵਰਗਾ ਤਾਂ ਦੁਖੀਓ ਕੋਈ ਨਹੀਂ। ਇਹ ਤਾਂ ਦੂਰ ਦੇ ਢੋਲ ਸੁਹਾਵਣੇ ਨੇ, ਇਹ ਤਾਂ ਦੂਰੋਂ ਦੂਰੋਂ ਹੱਸਦੇ ਚਿਕਣੇ ਚਿਹਰੇ ਚੋਪੜੇ ਚਿਹਰੇ ਚੰਗੇ ਲੱਗਦੇ ਨੇ। ਜਦੋਂ ਉਹਨਾਂ ਨੂੰ ਫਰੋਲ ਕੇ ਦੇਖੋ ਨਾ, ਇਹ ਤਾਂ ਲੀਰਾਂ ਦੀ ਖਿੱਦੋ ਹੈ, ਅੰਦਰੋਂ ਦੁੱਖਾਂ ਦੀਆਂ ਲੀਰਾਂ ਨਿਕਲਦੀਆਂ ਨੇ ਅੰਦਰੋਂ। ਕਿਸੇ ਨੂੰ ਮਰਜ਼ੀ, ਕੋਈ ਫਾਰਚੂਨਰ 'ਤੇ ਚੜ੍ਹਿਆ ਜਾਂਦਾ ਨਾ, ਕੋਈ ਓਡੀ 'ਤੇ ਚੜ੍ਹਿਆ ਜਾਂਦਾ, ਉਹਨੂੰ ਵੀ ਬੜਾ ਖੜਾ ਕੇ ਪੁੱਛ ਲੈ, ਬਾਈ ਤੁਸੀਂ ਤਾਂ ਬੜੇ ਸੌਖੇ ਹੋ, ਔਰ ਹੀ ਫਿਰ ਧਾ ਮਾਰੂਗਾ, ਨਹੀਂ ਭਰਾਵਾ ਮੇਰੇ ਵਰਗਾ ਦੁਖੀ ਕੋਈ ਨਹੀਂ। ਇਹੋ ਜਿਹੇ ਦੁੱਖ ਨੇ ਲੋਕਾਂ ਦੇ, ਸਾਧ ਸੰਗਤ ਜਿਨ੍ਹਾਂ ਦਾ ਇਲਾਜ ਹੀ ਨਹੀਂ ਇੱਥੇ। ਐਸੇ ਸਮਾਜਿਕ ਦੁੱਖਾਂ ਦੇ ਵਿੱਚ, ਸਰੀਰਕ ਸੁੱਖਾਂ ਦੇ ਵਿੱਚ, ਮਾਨਸਿਕ ਦੁੱਖਾਂ ਦੇ ਵਿੱਚ ਫਸੇ ਹੋਏ ਨੇ। ਕਹਿੰਦੇ ਇਹ ਪੂਰਵ ਜਿਹੜੇ ਅਸੀਂ ਲਿਖੇ ਨੇ, ਮੰਗ ਮੰਗ ਕੇ ਲਿਖਾਏ ਹੋਏ ਨੇ, ਉਹੀ ਸਾਨੂੰ ਪ੍ਰਾਪਤ ਹੁੰਦੇ ਨੇ। ਸੱਚ ਨਾਮ ਦੇ ਰਾਸ, ਗੁਰੂ ਸਾਨੂੰ ਸੱਚੇ ਨਾਮ ਦੀ ਰਾਸ਼ੀ ਦਿੰਦਾ, ਸੱਚੇ ਨਾਮ ਦੀ ਰਾਸ਼ੀ ਦੇ ਦਿੰਦਾ। ਉਹ ਤੋਂ ਮੰਗਦੇ ਹਾਂ, ਫਿਰ ਸਾਰੀਆਂ ਆਸ਼ਾਵਾਂ ਸਾਡੀਆਂ ਪੂਰੀਆਂ ਹੋ ਜਾਂਦੀਆਂ ਨੇ। ਸਤਿਗੁਰ ਸ਼ਰਣੀ ਆਇਆ ਬਹੁੜ ਨਹੀਂ ਬਨਾਸ। ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਮੁੜ ਕੇ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਂਦਾ। ਸਦੀਵੀ ਵਿਸ਼ਰਾਮ ਮਿਲ ਜਾਂਦਾ ਉਹਦੇ ਚਰਨਾਂ 'ਚ, ਉਹਦੇ ਮਹਿਲ ਦੇ ਵਿੱਚ ਹਮੇਸ਼ਾ ਵਾਸਤੇ ਨਿਵਾਸ ਮਿਲ ਜਾਂਦਾ। ਨਾਨਕ ਹਰ ਨਾਨਕ ਕਦੇ ਨਾ ਵਿਸਰੋਂ, ਇਹ ਜੀਓ ਪਿੰਡ ਤੇਰਾ ਸਾਸ। ਹੇ ਗੁਰੂ ਨਾਨਕ ਦੇਵ ਮਹਾਰਾਜ ਬੇਨਤੀ ਕਰਦੇ ਨੇ, ਹੇ ਹਰੀ ਤੇਰਾ ਨਾਮ ਮੈਨੂੰ ਕਦੇ ਵੀ ਨਾ ਵਿਸਰੇ, ਭਾਵ ਤੈਨੂੰ ਕਦੇ ਵੀ ਨਾ ਵਿਸਾਰਾਂ, ਕਦੇ ਵੀ ਨਾ ਭੁੱਲਾਂ ਤੈਨੂੰ, ਨਾ ਸੁੱਤਿਆਂ ਨਾ ਜਾਗਦਿਆਂ, ਨਾ ਸਖੋਫਤ ਦੇ ਵਿੱਚ, ਨਾ ਸੁਪਨ ਦੇ ਵਿੱਚ, ਨਾ ਜਾਗਰਤ ਦੇ ਵਿੱਚ, ਨਾ ਭੋਗਾਂ ਦੇ ਵਿੱਚ, ਨਾ ਭੋਜਨ ਦੇ ਵਿੱਚ, ਨਾ ਗਰੀਬੀ ਦੇ ਵਿੱਚ, ਨਾ ਅਮੀਰੀ ਦੇ ਵਿੱਚ, ਨਾ ਤੰਦਰੁਸਤੀ ਦੇ ਵਿੱਚ, ਨਾ ਬਿਮਾਰੀ ਦੇ ਵਿੱਚ, ਕਿਸੇ ਨਾ ਸਫ਼ਰ ਦੇ ਵਿੱਚ, ਨਾ ਵਿਸ਼ਰਾਮ ਦੇ ਵਿੱਚ, ਕਿਸੇ ਵੇਲੇ ਤੈਨੂੰ ਭੁੱਲ ਹੀ ਨਾ, ਕਦੇ ਨਾ ਵਿਸਰੋ। ਕਦੇ ਦਾ ਮਤਲਬ ਕੋਈ ਮਰਜ਼ੀ ਹਾਲਤ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਕਦੇ ਵੀ ਨਾ। ਇਹ ਜੀਓ ਪਿੰਡ ਤੇਰਾ ਸਾਸ, ਇਹ ਪਰਮਾਤਮਾ ਜੀ, ਇਹ ਜਿੰਦ, ਇਹ ਸਰੀਰ, ਇਹ ਸਵਾਸ ਤੇਰੇ ਨੇ, ਇਹ ਮੇਰੇ ਨਹੀਂ ਹੈਗੇ, ਇਹ ਮੇਰੇ ਨਹੀਂ ਹੈਗੇ। ਦੇਖੋ ਸਾਨੂੰ ਨਾ ਕੋਈ ਕੌੜਾ ਬੋਲਦੇ, ਅਸੀਂ ਸਮਝਦੇ ਇਹ ਮੇਰਾ ਸਰੀਰ ਹੈ, ਇਹਨੇ ਮੈਨੂੰ ਕੌੜਾ ਬੋਲਿਆ। ਹੁਣ ਜੇ ਆਪਾਂ ਇਹ ਕਹਿ ਦਈਏ ਇਹ ਮੇਰੀ ਬੇਇੱਜ਼ਤੀ ਨਹੀਂ ਤਾਂ ਗੁਰੂ ਨਾਨਕ ਦੀ ਬੇਇੱਜ਼ਤੀ ਆ, ਕਿਉਂਕਿ ਸਾਰਾ ਕੁਛ ਹੀ ਉਹਦਾ। ਫਿਰ ਸਾਧ ਸੰਗਤ ਜੀ ਗੁਰੂ ਨੇ ਉਹਨੂੰ ਸਜ਼ਾ ਦੇਣੀ ਹੈ। ਅਸੀਂ ਆਪ ਜ਼ਿੰਮੇਵਾਰ ਬਣ ਜਾਂਦੇ ਹਾਂ ਕਈ ਵਾਰੀ, ਫਿਰ ਉਹਦਾ ਕੁਛ ਵੀ ਨਹੀਂ ਵਿਗੜਦਾ। ਜਦੋਂ ਅਸੀਂ ਕਹਿੰਦੇ ਹਾਂ ਪਰਮਾਤਮਾ ਮੈਂ ਤਾਂ ਤੇਰਾ ਪੁੱਤ ਹਾਂ। ਪੁੱਤ ਨੂੰ ਕੋਈ ਵੀ ਮਾਂ ਬਾਪ ਨਾ ਮਾੜਾ ਕਹਾ ਕੇ ਰਾਜੀ ਨਹੀਂ ਹੁੰਦਾ।
ਕਿਸੇ ਦੇ ਪੁੱਤਰ ਨੂੰ ਦੁੱਖ ਲੱਗੇ ਨਾ, ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਮੈਂ ਪਾੜ ਕੇ ਖਾ ਜਾਂ ਅਗਲੇ ਨੂੰ। ਜਦੋਂ ਕਲਗੀਆਂ ਵਾਲੇ ਦੇ ਪੁੱਤ ਬਣ ਗਏ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ ਬਣ ਗਏ, ਮਾਤਾ ਸਾਹਿਬ ਕੌਰ ਦੇ ਲਾਲ ਬਣ ਗਏ, ਸਾਧ ਸੰਗਤ ਜੀ ਕੌਣ ਝਾਕ ਜੂ ਸਾਡੀ ਨਿਗਾਹ ਵੱਲ? ਸਾਡੇ ਵੱਲ ਕੌਣ ਕੋਈ ਅੱਖ ਪੱਟ ਕੇ ਝਾਕ ਜੂ? ਇਹਦਾ ਜਦੋਂ ਨਾ ਅਸੀਂ ਰਾਮੂ ਸ਼ਾਮੂ ਦੇ ਪੁੱਤਰ ਬਣ ਕੇ ਰਹਿੰਦੇ ਹਾਂ, ਫਿਰ ਸਾਨੂੰ ਮਤਲਬ ਆ ਛੋਟੀਆਂ ਮੋਟੀਆਂ ਇੱਲ ਬਲਾਵਾਂ ਵੀ ਤਾਂ ਪਰੇਸ਼ਾਨ ਕਰਦੀਆਂ। ਹੁਣ ਜਿੱਤੇ ਆਹ ਗੱਲ ਕਿਤੇ ਦਿਮਾਗ 'ਚ ਬੈਠ ਜੇ, ਇਹ ਪੁੱਠੇ ਖੋਪਰ 'ਚ ਬੈਠ ਜੇ ਕਿ ਇਹ ਜੀਓ ਪਿੰਡ ਤੇਰਾ ਸਾਸ, ਫਿਰ ਗੱਲ ਬਣ ਜੇ। ਹੁਣ ਇਹੀ ਬੇਨਤੀ ਸਤਿਗੁਰੂ ਸਾਨੂੰ ਕਰਨੀ ਸਿਖਾਈ ਹੈ, ਗਰੀਬ ਨਵਾਜ ਨੇ ਸਾਨੂੰ। ਮਹਾਰਾਜ ਨੇ ਸ਼ਬਦ ਦੇ ਵਿੱਚ ਗੁਰੂ ਦੀ ਮਹਿਮਾ ਵੀ ਕਹੀ ਹੈ, ਸਾਨੂੰ ਨਾਮ ਜਪਣਾ ਵੀ ਸਿਖਾਇਆ, ਸਾਨੂੰ ਅਰਦਾਸ ਕਰਨੀ ਵੀ ਸਿਖਾਈ ਹੈ। ਸਾਧ ਸੰਗਤ ਜੀ ਸਮਾਂ ਹੋ ਗਿਆ, ਜ਼ਿਆਦਾ ਹੀ ਹੋ ਗਿਆ, ਮੁਆਫੀ ਮੰਗਦੇ ਹਾਂ, ਭੁੱਲਾਂ ਚੁੱਕਾਂ ਦੀਆਂ ਗਲਤੀਆਂ ਦੀ ਵੀ ਮੁਆਫੀ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।